ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਪੰਚ ਪਦੇ ਮੋਹ ਕੁਟੰਬ ਮੋਹ ਸਭ ਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਿਤਨੇਮ ਅਨੁਸਾਰ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਬਚਨ ਹੈ। ਜੇ ਸ਼ਬਦ ਦੀ ਵਿਚਾਰ ਹੋਣੀ ਹੈ, ਉਹਦਾ ਪਾਠ ਆਪ ਜੀ ਨੇ ਸੰਪੂਰਨ ਸਰਵਣ ਕਰ ਲਿਆ ਹੈ। ਸੋ ਇਸ ਸ਼ਬਦ ਦੀ ਉਥਾਨ ਕਾਵਿ ਨਾਲ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਉਹ ਮਨ ਬਿਰਤੀਆਂ ਇਕਾਗਰ ਕਰਕੇ ਆਪ ਜੀ ਸਰਵਣ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਸੁਣੋ ਜੀ। ਆਸਾ ਮਹੱਲਾ ਪਹਿਲਾ। ਪੰਚ ਪਦੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ ਤੇ ਪੰਚ ਪਦੇ ਸ਼ਬਦ ਦੇ ਹੇਠਾਂ ਅੰਕ ਲੱਗਿਆ ਹੋਇਆ 2 ਬਰੀਕ ਜਿਹਾ ਅੰਕ। ਇਹਦਾ ਮਤਲਬ ਹੈ ਵੀ ਪੰਜ ਪਦੇ ਸ਼ਬਦ ਜਿਹੜੇ ਉਹ 2 ਆਉਣਗੇ। ਗਰੀਬ ਨਿਵਾਸ ਸਤਿਗੁਰੂ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ ਜਿਸ ਵੇਲੇ ਮਹਾਰਾਜ ਸਾਹਿਬ ਜੀ ਸੰਸਾਰ ਨੂੰ ਤਾਰਨ ਵਾਸਤੇ ਭਾਈ ਬਾਲੇ ਮਰਦਾਨੇ ਸਾਹਿਤ ਵਿਚਰ ਰਹੇ ਸਨ। ਇੱਕ ਆਪਣੇ ਖੇਤ ਦੇ ਮਣੇ ਦੇ ਉੱਤੇ ਬੈਠਾ ਬਜ਼ੁਰਗ ਰੱਬ ਨੂੰ ਗਾਲਾਂ ਕੱਢਣੀ ਜਾ ਰਿਹਾ ਸੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਬਾਲੇ ਇਹਨੂੰ ਬੁਲਾ ਕੇ ਲਿਆ ਮੇਰੇ ਕੋਲ। ਉਹ ਬੁਲਾ ਕੇ ਲਿਆਂਦਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੂੰ ਗਾਲਾਂ ਕਿਉਂ ਕੱਢਦਾ? ਸਵੇਰ ਦਾ ਵੇਲਾ ਹੈ, ਲੋਕੀ ਪ੍ਰਮਾਤਮਾ ਦਾ ਨਾਮ ਲੈਂਦੇ ਆ, ਤੂੰ ਗਾਲਾਂ ਕੱਢ ਰਿਹਾ। ਕਿਹੋ ਜਿਹਾ ਬੰਦਾ ਹੈ ਤੂੰ? ਉਹ ਕਹਿਣ ਲੱਗਾ, ਮਹਾਰਾਜ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ? ਮੇਰੇ ਪੁੱਤਰ ਸੀ, ਸਾਰੀ ਮਾਰ ਦਿੱਤੇ ਰੱਬ ਨੇ। ਦੁੱਖ ਭੋਗਣ ਵਾਸਤੇ ਮੈਂ ਰਹਿ ਗਿਆ। ਮੇਰੇ ਘਰ ਵਾਲੀ ਹੈ, ਸਾਰਾ ਪਰਿਵਾਰ ਉਜੜ ਗਿਆ, ਸਾਡੇ ਕੋਲ ਰਿਹਾ ਹੀ ਕੱਖ ਨਹੀਂ। ਦੁੱਖ ਭੋਗਣ ਵਾਸਤੇ ਅਸੀਂ ਰਹਿ ਗਏ ਪਤੀ ਪਤਨੀ। ਇਸ ਕਰਕੇ ਹੁਣ ਗਾਲਾਂ ਨਾ ਕੱਢਾਂ ਤਾਂ ਰੱਬ ਨੂੰ ਹੋਰ ਕੀ ਕਰਾਂ? ਮਹਾਰਾਜ ਸਾਹਿਬ ਕਹਿੰਦੇ, ਮਿਲਣਾ ਵਿਛੜਨਾ ਕਰਮਾਂ ਅਨੁਸਾਰ ਹੁੰਦਾ, ਰੱਬ ਦਾ ਨਹੀਂ ਇਹਦੇ ਵਿੱਚ ਦੋਸ਼ ਹੈ। ਤੇਰੇ ਬੱਚਿਆਂ ਦੀ ਪ੍ਰਲਭਤ ਸੀ ਉਹ ਨਹੀਂ, ਤੇਰੀ ਜਿੰਨੀ ਕਹਿ ਉਹਦੇ ਗੱਲ ਸਮਝ ਨਾ ਆਵੇ। ਕਹਿੰਦਾ ਜੀ ਰਿਹਾ ਹੀ ਕੱਖ ਨਹੀਂ। ਮਹਾਰਾਜ ਕਹਿੰਦੇ, ਰੱਬ ਦੀਆਂ ਬਹੁਤ ਵੱਡੀਆਂ ਦਾਤਾਂ ਨੇ ਜੇ ਵੀ ਤੇਰੇ ਕੋਲ। ਕਹਿੰਦਾ ਕੀ ਹੈ ਜੀ? ਮੇਰੇ ਕੋਲ ਤਾਂ ਕੱਖ ਵੀ ਨਹੀਂ ਹੈ। ਬੜੀ ਜੁਗਤੀ ਵਰਤੀ ਮਹਾਰਾਜ ਨੇ। ਕਹਿੰਦਾ ਜਿਹਨੂੰ ਗਾਲਾਂ ਕੱਢਦਾ ਹੈ, ਚਲੋ ਇੱਕ ਤਾਂ ਗੱਲ ਸਾਬਤ ਹੈ ਵੀ ਤੂੰ ਰੱਬ ਨੂੰ ਮੰਨਦਾ ਤਾਂ ਹੈਗਾ ਵੀ ਹੈਗਾ ਕੋਈ। ਗਾਲ ਉਸੇ ਨੂੰ ਕੱਢੀ ਦੀ ਹੈ ਜਿਹੜਾ ਹੋਵੇ। ਇਹ ਤੂੰ ਇਉਂ ਦੱਸ ਵੀ ਮੈਂ ਕਰਤਾਰ ਨੂੰ ਬੇਨਤੀ ਕਰਕੇ, ਮਹਾਰਾਜ ਕਹਿੰਦੇ ਐਸਾ ਕਰ ਦਿਆਂਗਾ ਵੀ ਤੂੰ ਇਸ ਤਰ੍ਹਾਂ ਕਰ, ਤੈਨੂੰ ਰੁਪਈਆ 2000 ਕਰਤਾਰ ਤੋਂ ਦਵਾ ਦਿੰਦੇ ਆ। ਬਹੁਤ ਵੱਡੀ ਗੱਲ ਸੀ 2000 ਰੁਪਇਆ ਉਸ ਵੇਲੇ। ਵੀ ਤੂੰ ਆਪਣੇ ਪੈਰ ਜਿਹੜੇ ਨੇ ਉਹ ਵੱਢ ਕੇ ਦੇ ਦੇ ਕਰਤਾਰ ਦੇ ਨਾਂ ਤੇ। ਕਹਿੰਦਾ ਹਾਂਜੀ, ਮੈਂ ਤੁਰਿਆ ਕਿਵੇਂ ਕਰੂੰ? ਇਹ ਨਹੀਂ ਹੋ ਸਕਦਾ। ਫਿਰ ਮਹਾਰਾਜ ਕਹਿੰਦੇ ਤੂੰ ਐਂ ਕਰ, ਤੈਨੂੰ 4000 ਰੁਪਇਆ ਦਵਾ ਦਿੰਦੇ ਆ ਵੀ ਤੂੰ ਦੋਵੇਂ ਹੱਥ ਨੇ ਜਿਹੜੇ ਇਹ ਵੱਢ ਕੇ ਦੇ ਦੇ। ਉਹ ਕਹਿੰਦਾ ਜੀ ਮੈਂ ਖਾਇਆ ਕਾਹਦੇ ਨਾਲ ਕਰੂੰ? ਫਿਰ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ 5000 ਰੁਪਇਆ ਦਵਾ ਦਿੰਦੇ ਆ, ਜੀਭ ਕੱਢ ਕੇ ਦੇ ਦੇ। ਕਹਿੰਦਾ ਜੀ ਬੋਲਿਆ ਕਿਵੇਂ ਕਰੂੰ ਫਿਰ ਮੈਂ? ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤੈਨੂੰ ਕਰਤਾਰ ਕੋਲੋਂ 1 ਲੱਖ ਰੁਪਇਆ ਦਵਾ ਦਿੰਦੇ ਆ। ਲੱਖ ਰੁਪਇਆ ਥੋੜਾ ਨਹੀਂ ਹੁੰਦਾ, ਤੂੰ ਆਪਣੀਆਂ ਅੱਖਾਂ ਦੇ ਦੇ ਸਾਨੂੰ ਕੱਢ ਕੇ। ਕਹਿੰਦਾ ਜੀ ਇੰਨਾ ਹੋਇਆ, ਮੈਂ ਤੁਰਿਆ ਕਿਵੇਂ ਕਰੂੰ? ਅੱਖਾਂ ਗਈਆਂ, ਜਹਾਨ ਗਿਆ। ਮਹਾਰਾਜ ਕਹਿੰਦੇ ਚੱਲ ਤੈਨੂੰ 1 ਕਰੋੜ ਰੁਪਇਆ ਕਰਤਾਰ ਤੋਂ ਦਵਾ ਦਿੰਦੇ ਆ, ਤੂੰ ਆਪਣਾ ਸਿਰ ਵੱਢ ਕੇ ਭੇਟ ਕਰ ਦੇ ਕਰਤਾਰ ਦੇ ਨਾਂ ਤੇ। ਕਹਿੰਦਾ ਜੇ ਸਿਰੇ ਵੱਢਿਆ ਗਿਆ, ਪਤਨੀ ਮੇਰੀ ਰੋ ਰੋ ਕੇ ਮਰ ਜੂ, ਪਹਿਲਾਂ ਪੁੱਤਰਾਂ ਨੂੰ ਰੋਂਦੀ ਰਹਿੰਦੀ ਹੈ, 1 ਕਰੋੜ ਰੁਪਇਆ ਵਰਤੂ ਕੌਣ? ਫਿਰ
ਮਹਾਰਾਜ ਸਾਹਿਬ ਜੀ ਕਹਿੰਦੇ ਇੰਨਾ ਕੁਛ ਕਰਤਾਰ ਨੇ ਦਿੱਤਾ ਤੈਨੂੰ, ਤੂੰ ਫਿਰ ਵੀ ਅਜੇ ਕਹੀ ਜਾਂਦਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ। ਇਹ ਅਸੀਂ ਸਾਬਤ ਕਰਨਾ ਸੀ, ਇਹ ਇੰਨਾ ਕੁਛ ਕਰਤਾਰ ਨੇ ਤੈਨੂੰ ਵੀ, ਸਭ ਕੁਛ ਗੋਬਿੰਦ ਨੇ ਦਿਆ, ਰੱਬ ਨੇ ਦਿੱਤਾ ਹੋਇਆ, ਉਹ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ, ਤੂੰ ਉਹਨੂੰ ਚੇਤੇ ਕਰ। ਪਰ ਮੋਹ ਦੇ ਵਿੱਚ ਆਇਆ ਵਾ, ਕਾਹਨੂੰ ਚੇਤੇ ਕਰਦਾ? ਸੋ ਕਿਉਂ ਵਿਸਰਿਆ ਜਿਹਨੂੰ ਸਭ ਕੁਛ ਦਿਆ, ਸਭ ਕੁਛ ਵਾਹਿਗੁਰੂ ਨੇ ਦਿੱਤਾ ਹੋਇਆ। ਮਹਾਰਾਜ ਦੀ ਦਇਆ ਦ੍ਰਿਸ਼ਟੀ ਹੋ ਗਈ, ਮਹਾਰਾਜ ਦੀ ਦਇਆ ਦੇ ਨਾਲ ਉਹ ਵੱਡੀ ਉਮਰ 'ਚ ਉਹਦੇ ਫਿਰ ਔਲਾਦ ਹੋ ਗਈ। ਮਹਾਰਾਜ ਨੇ ਸੋਚਿਆ ਵੀ ਚਲੋ ਔਲਾਦ ਨੂੰ ਗਾਲਾਂ ਕੱਢਦਾ ਸੀ, ਕਰਤਾਰ ਦੇ ਕੋਲੋਂ ਬੱਚਾ ਦਵਾ ਦਿੱਤਾ, ਵੀ ਹੁਣ ਤਾਂ ਨਾਮ ਜਪਿਆ ਕਰੂਗਾ ਖੁਸ਼ ਹੋ ਕੇ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਏ ਕਲਿਆਣ ਕਰਦੇ ਹੋਏ, ਗਰੀਬ ਨਿਵਾਸ ਸਤਿਗੁਰੂ ਕਹਿਣ ਲੱਗੇ ਵੀ ਹੁਣ ਤਾਂ ਤੇਰੀ ਔਲਾਦ ਵੀ ਹੋ ਗਈ, ਰੱਬ ਨੂੰ ਗਾਲਾਂ ਔਲਾਦ ਵਾਸਤੇ ਕੱਢਦਾ ਸੀ, ਹੁਣ ਜਪਿਆ ਕਰ। ਕਹਿੰਦਾ ਜੀ ਸਮਾਂ ਹੀ ਨਹੀਂ ਹੈ, ਮੈਨੂੰ ਸਾਰਾ ਕੁਝ ਦੇਖਭਾਲ ਕਰਨੀ ਪੈਂਦੀ ਹੈ। ਮੈਂ ਕਿਉਂਕਿ ਬੱਚਾ ਛੋਟਾ ਹੈ, ਵੱਡਾ ਹੋਏਗਾ, ਪਰ ਮੈਂ ਬਹੁਤ ਜ਼ਿੰਮੇਦਾਰੀਆਂ ਮੇਰੇ ਤੇ ਨੇ, ਮੇਰੇ ਕੋਲ ਭਜਨ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਕਲਿਆਣ ਨਹੀਂ ਹੋਣੀ ਆਖਣ, ਕਹਿੰਦਾ ਜੀ ਕਲਿਆਣ ਦੀ ਲੋੜ ਨਹੀਂ, ਪਰ ਮੈਨੂੰ ਤੁਸੀਂ ਦਿੱਤੇ। ਮਹਾਰਾਜ ਕਹਿੰਦੇ ਅੱਛਾ ਬਈ ਮੋਹ ਬੜਾ ਪਰਬਲ ਹੈ, ਇਉਂ ਕਹਿ ਕੇ ਮਹਾਰਾਜ ਸਾਹਿਬ ਜੀ ਉੱਥੋਂ ਚਲੇ ਗਏ। ਚਲੋ ਬੱਚਾ ਵੱਡਾ ਹੋ ਗਿਆ, ਕਾਰੋਬਾਰ ਸਾਂਭਣ ਵਾਲਾ ਹੋ ਗਿਆ ਬੱਚੇ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਆਏ ਤਾਂ ਉਸ ਵੇਲੇ ਦੇ ਬੱਚਿਆਂ ਨੂੰ ਪੁੱਛਿਆ ਵੀ ਬਜ਼ੁਰਗ ਕਿੱਥੇ ਆ? ਕਹਿੰਦੇ ਜੀ ਉਹ ਤਾਂ 2-3 ਸਾਲ ਹੋ ਗਏ ਗੁਜ਼ਰ ਗਏ। ਤੇ ਕਿਤੇ ਇੱਕ ਬਲਦ ਬੜਾ ਕਮਜ਼ੋਰ ਜਿਹਾ ਸੀ, ਸੁਰਤੀ ਰਹਿ ਗਈ ਬਲਦ ਦੇ ਵਿੱਚ। ਕਹਿੰਦਾ ਵੀ ਜੇ ਮਰ ਗਿਆ ਪਰਿਵਾਰ ਨੂੰ ਬੜਾ ਔਖਾ ਹੋਊਗਾ। ਉਹ ਬਲਦ ਬਣ ਕੇ ਗਾਂ ਦੇ ਬੱਚਾ ਬਣ ਕੇ ਜੰਮ ਪਿਆ। ਜਦੋਂ ਵੱਡਾ ਹੋਇਆ ਤੇ ਪੁੱਤਰਾਂ ਨੇ ਜੋੜ ਲਿਆ, ਹਲ ਨੂੰ ਜੋੜਨਾ ਹੀ ਸੀ, ਉਹਨੂੰ ਕੀ ਪਤਾ ਵੀ ਬਾਪੂ ਹੈ ਸਾਡਾ। ਮਹਾਰਾਜ ਆ ਗਏ, ਉਹਦੀ ਆਤਮਾ ਨੂੰ ਜਗਾ ਕੇ ਮਹਾਰਾਜ ਕਹਿੰਦੇ ਹੁਣ ਬਲਦ ਬਣਿਆ ਫਿਰਦਾ, ਚਾਰ ਪਾਵ ਦਵੇ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ, ਜਿਵੇਂ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ। ਚਾਰ ਭਾਵ ਦੋਏ ਸਿੰਘ, 2 ਸਿੰਘ ਹੋ ਗਏ, ਗੂੰਗਾ ਤੇਰਾ ਮੂੰਹ ਹੋ ਗਿਆ, ਹੁਣ ਤਾਂ ਨਹੀਂ ਜਪ ਸਕਦਾ। ਲੈ ਤੇਰੇ ਘਰ ਦਾ ਜਲ ਪਾਣੀ ਛਕਿਆ ਸੀ, ਤੇਰੀ ਹੁਣ ਵੀ ਕਲਿਆਣ ਕਰ ਦਿੰਦੇ ਆ। ਕਹਿੰਦਾ ਮਹਾਰਾਜ 400 ਦਾ ਮੈਂ ਮਰੂੰ, 400 ਦੇ ਨੂੰ ਹੋ ਖੂਹ ਪੱਟਿਆ ਜਾਊ ਪੁੱਤਰਾਂ ਨੂੰ, ਹੁਣ ਮੈਨੂੰ ਬਲਦ ਬਣ ਕੇ ਚੱਲ ਲੈਣ ਦਿਓ। ਮਹਾਰਾਜ ਕਹਿੰਦੇ ਮੋਹ ਕੈਸਾ। ਮਹਾਰਾਜ ਚਲੇ ਗਏ, ਕਹਿੰਦੇ ਵੀ ਕਲਿਆਣ ਜ਼ਰੂਰ ਕਰਨੀ ਹੈ ਤੇਰੀ। ਥੋੜੇ ਸਮੇਂ ਬਾਅਦ ਉਹ ਬਲਦ ਮਰ ਗਿਆ, ਕੁੱਤਾ ਬਣ ਗਿਆ। ਕੁੱਤਾ ਬਣ ਕੇ ਟੌਂ ਟੂੰ ਕਰਿਆ ਕਰੇ ਸਾਰੀ ਰਾਤ। ਨੂੰਹਾਂ ਕਹਿਣੇ ਸੌਣ ਨਹੀਂ ਦਿੰਦਾ, ਇਹਦਾ ਸਿਰ ਪਾੜ ਦੋ ਕੁੱਤੇ ਦਾ। ਇਹ ਕੀ ਪਤਾ ਵੀ ਸਾਡੇ ਬਜ਼ੁਰਗ ਹੈ। ਮਹਾਰਾਜ ਫੇਰ ਉਹਨੂੰ ਮੁਲੇ ਕੁੱਤੇ ਦੀ ਜਿਉਂਦੇ ਵੀ ਕਹਿੰਦੇ ਹੁਣ ਨਿਰਾਦਰ ਕਰਾਉਣਾ ਹੈ ਉਹਨਾਂ ਹੀ ਪੁੱਤਰ ਪੋਤਰਿਆਂ ਤੋਂ, ਹੁਣ ਤਾਂ ਸਮਝ ਆ। ਕਹਿੰਦਾ ਨਹੀਂ ਮਹਾਰਾਜ, ਉਹਦੀ ਆਤਮਾ ਜਗਾ ਕੇ ਕਿਹਾ ਮਹਾਰਾਜ ਕਿਉਂ? ਕਹਿੰਦੇ ਬੱਚੇ ਥੱਕੇ ਟੁੱਟੇ ਹੁੰਦੇ ਨੇ, ਸੌ ਜਾਂਦੇ ਨੇ। ਅੱਗੇ ਬੈਂਕ ਨਹੀਂ ਸੀ ਹੁੰਦੇ, ਧਨ ਸੰਭਾਲਣ ਵਾਸਤੇ ਨਾ ਘਰੇ ਹੀ ਸੰਭਾਲਣਾ ਪੈਂਦਾ, ਟੋਏ ਟੂਏ ਪੁੱਟ ਕੇ। ਕਹਿੰਦੇ ਮਹਾਰਾਜ ਚੋਰ ਲੈ ਜਾਣਗੇ ਸਭ ਕੁਝ, ਮੈਂ ਸਾਰੀ ਰਾਤ ਰਾਖੀ ਕਰਦਾ ਰਹਿਣਾ ਕਰਦੀ। ਕਹਿੰਦੇ ਦੇ ਤੈਨੂੰ ਕਦੇ ਰੋਟੀ ਦਿੰਦੇ ਆ, ਕਦੇ ਨਹੀਂ ਦਿੰਦੇ। ਕਹਿੰਦਾ ਜੀ ਫਿਰ ਵੀ ਮੇਰੇ ਨੇ ਕੋਈ ਬਾਤ ਨਹੀਂ। ਚੰਗਾ ਬਈ। ਕੁੱਤੇ ਦੀ ਜੂਨ ਭੋਗ ਕੇ ਮਰ ਗਿਆ, ਖੇਡ ਸੀ ਮਹਾਰਾਜ ਦੀ। ਫਿਰ ਸੱਪ ਦੀ ਜੂਨ ਮਿਲ ਗਈ। ਸੱਪ ਦੀ ਜੂਨ ਦੇ ਵਿੱਚ ਬੀਬੀਆਂ ਕਿਤੇ ਕਪਾਹ ਚੁਗਣ ਚਲੀਆਂ ਗਈਆਂ ਬਾਹਰ, ਜਾਂ ਮਿਰਚਾਂ ਵੀ ਆਪ ਤੋੜਦੀਆਂ ਹੁੰਦੀਆਂ ਸੀ, ਜਾਂ ਦੁੱਧ ਪਾਣੀ ਰੋਟੀ ਦੇਣ ਵਾਸਤੇ ਚਲੀਆਂ। ਬੱਚਾ ਭੰਗੂੜੇ ਤੇ ਪਾਇਆ ਹੋਇਆ ਵੀ ਚਲੋ ਜਲਦੀ ਮੁੜ ਆਉਣਾ, ਨਿਆਈ ਦਾ ਖੇਤ ਸੀ, ਛੇਤੀ ਆ ਜਾਣਾ। ਉਹ ਬੱਚਾ ਉੱਠ ਖੜਿਆ ਪਿੱਛੋਂ। ਬੱਚਾ ਜਦੋਂ ਟਿਆਂ ਟਿਆਂ ਕਰਨ ਲੱਗਿਆ, ਇਹ ਆਪਣਾ ਪੜਪੋਤਾ ਸਮਝ ਗਏ ਵੀ ਚਲੋ ਹੋਰ ਕੋਈ ਘਰ 'ਚ ਨਹੀਂ ਹੈ। ਸ਼ਤੀਰ ਤੇ ਛੱਤ 'ਚ ਰਹਿੰਦਾ ਸੀ, ਉਤਰਿਆ ਆਇਆ ਹੇਠਾਂ ਵੀ ਬੱਚੇ ਨੂੰ ਮੈਂ ਖੜਾ ਦਿਆਂ। ਇਹ ਨਹੀਂ ਸੋਚਿਆ ਵੀ ਮੂਰਖਾ ਤੇਰੀ ਜੂਨ ਹੁਣ ਸੱਪਦੀ ਹੈ। ਇਹਨੇ ਨੂੰ ਬੀਬੀ ਆ ਗਈ, ਦਰਵਾਜ਼ਾ ਖੋਲ੍ਹਿਆ, ਰੌਲਾ ਪਾਤਾ ਵੀ ਲੋਕੋ ਬਾਬਾ। ਤੇ ਲੋਕ ਆ ਗਏ, ਡੰਡੇ ਚੱਕੇ, ਉਹ ਫੇਂਕੇ ਰੱਖ ਦਿੱਤਾ, ਮਾਰ ਦਿੱਤਾ। ਤੇ ਮਹਾਰਾਜ ਸਾਹਿਬ ਜੀ ਫਿਰ ਅਖੀਰ ਵਾਰ ਜਦੋਂ ਇਹਦੇ ਕੋਲ ਆਏ,
ਉੱਥੇ ਨਾਲੀ ਦੇ ਵਿੱਚ ਗੰਦੀ ਨਾਲੀ ਦਾ ਕੀੜਾ ਬਣਿਆ ਹੋਇਆ ਵਿੱਚ ਦੁੱਖ ਭੋਗ ਰਿਹਾ ਸੀ। ਜਿੱਥੇ ਇਹਦੇ ਬੱਚਿਆਂ ਦੀ ਮੈਲ ਡਿੱਗਦੀ ਸੀ, ਗੰਦਾ ਧੋਣਾ ਪਾਣੀ ਡਿੱਗਦਾ ਸੀ। ਮਹਾਰਾਜ ਕਹਿੰਦੇ ਮਰਦਾਨਿਆ, ਹਾਂ ਮਹਾਰਾਜ ਕਹਿੰਦੇ ਉਹ ਉਂਗਲ ਕੀਤੀ ਮਹਾਰਾਜ ਨੇ, ਕਹਿੰਦੇ ਉਹ ਸਾਹਮਣੇ ਜਿਹੜਾ ਕੀੜਾ ਤੜਫ ਨਹੀਂ ਰਿਹਾ ਇਸ ਤਰ੍ਹਾਂ, ਕਹਿੰਦਾ ਹਾਂ ਜੀ। ਕਹਿੰਦੇ ਇਹਨੂੰ ਕੱਢ ਲੈ ਬਾਹਰ। ਕਹਿੰਦਾ ਮਹਾਰਾਜ ਗੰਦੀ ਨਾਲੀ ਹੈ, ਮੇਰਾ ਹੱਥ ਗੰਦਾ ਹੋ ਜਾਊਗਾ। ਮਹਾਰਾਜ ਕਹਿੰਦੇ ਧਵਾ ਦਾਂਗੇ, ਕੋਈ ਨਹੀਂ, ਪਾਣੀ ਹੈਗਾ ਆਪਣੇ ਕੋਲ, ਪਰ ਪਰਉਪਕਾਰ ਹੈ। ਕਹਿੰਦਾ ਜੀ ਸਤਿਵਜ। ਬਾਹਰ ਰੱਖਦਾ, ਮਰਦਾਨੇ ਦੇ ਹੱਥ ਧਵਾ ਦਿੱਤੇ ਮਹਾਰਾਜ ਨੇ, ਪਾਣੀ ਦਾ ਛਿੱਟਾ ਮਾਰਿਆ ਉਹਨੂੰ, ਫਿਰ ਉਹਦੀ ਆਤਮਾ ਨੂੰ ਪੁੱਛਿਆ ਮਹਾਰਾਜ ਨੇ, ਪਹੁੰਚ ਹੈ ਮਹਾਰਾਜ ਦੀ। ਕਹਿੰਦੇ ਹੁਣ ਫਿਰ ਰੋ ਰੋ ਕੇ ਕਹਿੰਦਾ ਮਹਾਰਾਜ ਹੁਣ ਮੈਂ ਬਹੁਤ ਤੰਗ ਹਾਂ। ਜਿਹੜੇ ਪਰਿਵਾਰ ਵਾਸਤੇ ਮੈਂ ਜ਼ਿੰਦਗੀ ਬਰਬਾਦ ਕਰ ਦਿੱਤੀ, ਉਸੇ ਪਰਿਵਾਰ 'ਚ ਸੱਕ ਬਣ ਕੇ ਰਿਹਾ, ਉਹਨਾਂ ਨੇ ਸਿਰ ਫੇਂਹ ਦਿੱਤਾ, ਕੁੱਤਾ ਬਣ ਕੇ ਰਿਹਾ, ਡੰਡੇ ਖਾਂਦਾ ਰਿਹਾ, ਟੁਕੜੇ ਨਾ ਦੇ ਖਾਦੇ, ਉਹਨਾਂ ਦੀ ਗੰਦੀ ਨਾਲੀ ਦਾ ਕੀੜਾ ਬਣਿਆ। ਗਰੀਬ ਨਿਵਾਜ ਤੁਹਾਡੀ ਉਹ ਗੱਲ ਠੀਕ ਸੀ, ਮੈਂ ਗਲਤੀ ਕੀਤੀ, ਜੇ ਉਦੋਂ ਹੀ ਮੁਕਤ ਹੋ ਜਾਂਦਾ ਮਨੁੱਖਾ ਸਰੀਰ ਵਿੱਚ, ਦੁੱਖ ਨਾ ਭੋਗਦਾ। ਹੁਣ ਮੈਂ ਬੜਾ ਦੁਖੀ ਹਾਂ। ਮਹਾਰਾਜ ਕਹਿੰਦੇ ਬਸ ਠੀਕ ਹੈ, ਤੈਨੂੰ ਪੁੱਛਣਾ ਹੀ ਸੀ, ਜਿਹਦੇ ਤੇ ਸਾਡੀ ਇੱਕ ਵਾਰੀ ਦ੍ਰਿਸ਼ਟੀ ਹੋ ਜਾਏ ਅਸੀਂ ਤਾਂ ਫਿਰ ਮੁਕਤ ਕਰਕੇ ਹੀ ਛੱਡਦੇ। ਮੁਕਤੀ ਮਹਾਰਾਜ ਸਾਹਿਬ ਨੇ ਸਤਨਾਮ ਕਹਿ ਕੇ ਜਲ ਛਿੜਕਿਆ, ਉਹਦੀ ਆਤਮਾ ਨੂੰ, ਜੀਵ ਆਤਮਾ ਨੂੰ ਸੱਚਖੰਡ ਭੇਜ ਦਿੱਤਾ। ਉਹਦੇ ਪ੍ਰਥਾਏ ਫਿਰ ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਤੇ ਜਿਸ ਪ੍ਰਕਾਰ ਇਹ ਵਿਚਾਰ ਆ ਰਹੀ ਹੈ। ਆਸਾ ਰਾਗ ਹੈ, ਮਹੱਲਾ ਪਹਿਲਾ, ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਤੇ 5 ਪਦਾਂ ਵਾਲਾ ਸ਼ਬਦ ਹੈ। ਦੁੱਕਾ ਲੱਗਿਆ ਵੀ 2 ਸ਼ਬਦ ਹੋਣਗੇ ਇਸੇ ਤਰ੍ਹਾਂ। ਆਓ ਜਿਸ ਪ੍ਰਕਾਰ ਵਿਚਾਰ ਰਹੀ ਹੈ ਸੁਣੋ ਜੀ। ਮੋਹ ਕੁਟੰਬ ਮੋਹ ਸਭ ਕਾਰ। ਕਹਿੰਦੇ ਹੈ ਭਾਈ, ਜਿਹੜਾ ਇਸਤਰੀ ਪੁੱਤਰ ਆਦਿਕ ਤੇ ਕੁਟੰਬ, ਜਿਹੜਾ ਇਸਤਰੀ ਤੋਂ ਵਧਿਆ ਪਰਿਵਾਰ ਹੁੰਦਾ ਹੈ, ਉਹਨੂੰ ਕਹਿੰਦੇ ਨੇ ਕੁਟੰਬ। ਉਹ ਪਰਿਵਾਰ ਮੋਹ ਸਨੇਹ ਹੈ ਜਿਹੜਾ, ਇਹ ਜਿਹੜਾ ਮੈਂ ਮੇਰੀ ਦਾ ਸਮਿਲਤ ਭਾਵ ਹੈ। ਮੋਹ ਸਨੇਹ ਸਭ ਸਾਰਿਆਂ ਦੇ ਮੂੰਹ ਨੂੰ ਕਾਲਾ ਕਰੀ ਜਾਂਦਾ ਹੈ, ਮੂੰਹ ਕਾਲੇ ਕਰ ਦਿੱਤੇ ਨੇ ਇਸੇ ਮੂੰਹ ਨੇ ਲੋਕ ਪਰਲੋਕ ਦੇ ਵਿੱਚ। ਦਾਗ ਦੋਸ ਮੂੰਹ ਚਲਿਆ ਲਾਏ, ਦਰਗਾਹ ਵੈਸਣ ਨਾ ਹੀ ਜਾਏ। ਇਹ ਕਾਲ ਖਿਲਾਉਣ ਵਾਲਾ ਹੈ। ਮੋਹ ਤੁਮ ਤਜਹੁ ਸਗਲ ਵਿਕਾਰ। ਤੇ ਜਾਂ ਫਿਰ ਇਹ ਹੈ ਵੀ ਜਿਹੜਾ ਮੋਹ ਦੀ ਜਿਹੜੀ ਕਾਰ ਹੈ ਸਭ ਇਹੋ ਜਿਹੀ ਹੈ, ਤੇ ਇਸ ਕਰਕੇ ਤੁਸੀਂ ਮੋਹ ਸਨੇਹ ਨੂੰ, ਪਰਿਵਾਰ ਦੇ ਨੂੰ ਤਿਆਗਣਾ ਕਰੋ। ਇਹ ਸਗਲ ਸਾਰੀ ਜਿੰਨੇ ਵੀ ਮੋਹ ਦੇ ਕਰਤਬ ਨੇ, ਸਾਰੀਆਂ ਵਿਕਾਰ ਖੋਟੀਆਂ ਕਾਰਾਂ ਨੂੰ ਪੈਦਾ ਮੋਹ ਹੀ ਕਰਦਾ ਹੈ। ਕਾਮ ਕ੍ਰੋਧ ਆਦਿਕ ਸਗਲ ਸਾਰੇ ਵਿਕਾਰ, ਇਹਨਾਂ ਨੂੰ ਅਤੇ ਮੋਹ ਨੂੰ ਤੁਸੀਂ ਤਿਆਗਣਾ ਕਰੋ ਜੀ। ਮੋਹ ਅਰ ਭਰਮ ਤਜਹੁ ਤੁਮ ਵੀਰ। ਇਹ ਮੇਰੇ ਵੀਰ ਭਰਾਵੋ, ਤੁਸੀਂ ਮੋਹ ਦਿਸਨੇ ਅਤੇ ਸਰੂਪ ਦਾ ਭਰਮ, ਸੰਸਾ ਜਿਹੜਾ ਹੈ, ਇਸ ਨੂੰ ਤਜੋ ਤਿਆਗਣਾ ਕਰੋ। ਜਾਂ ਉਹ ਕਹੇ ਵੀ ਮੋਹ ਅਤੇ ਭਰਮ ਨੂੰ ਤਜੋ ਛੱਡ ਕੇ ਤੁਸੀਂ ਵੀਰ ਬਹਾਦਰ ਬਣੋ ਜੀ। ਸਾਚ ਨਾਮ ਹਿਰਦੇ ਰਵੈ ਸਰੀਰ। ਅਤੇ ਸਰੀਰ ਦੇਹ ਤੋਂ ਭਾਵ ਹੈ, ਉਹਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਸਾਚ ਸੱਚੇ ਨਾਮ ਨੂੰ ਰਵੇ ਉਚਾਰਨ ਕਰੋ ਜੀ। ਰਹਾਉ ਅਸਤਾਈ ਦੇ ਕੇ ਫਰਮਾਉਂਦੇ ਆ, ਸਚ ਨਾਮ ਜਾ ਨਵ ਨਿਧ ਪਾਈ। ਜਦੋਂ ਨਵ ਨੌ ਨਿਧ ਨਿਧੀਆਂ ਰੂਪ ਨਵ ਦਾ ਭਗਤੀ, ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ, ਦਾਸ ਸਖਾ ਬਨ ਬੰਦਨਾ ਸਰਵ ਨਿਵੇਦਨ ਜਾਨ, ਇਹ ਜਦੋਂ ਪਾ ਲਈ ਤਾਂ ਫਿਰ ਪਰਮੇਸ਼ਰ ਦੇ ਸੱਚ ਨਾਮ ਉਹ ਹਿਰਦੇ ਦੇ ਵਿੱਚ ਜਦੋਂ ਵਸ ਜਾਏਗਾ, ਉਹ ਨਿਧੀਆਂ ਦਾ ਖਜ਼ਾਨਾ ਹੈ ਨਾਮ। ਨਵ ਦਾ ਭਗਤੀ ਪਾ ਲਈ ਤਾਂ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ 'ਚ ਵਸ ਜਾਏਗਾ। ਰੋਵੈ ਪੂਤ ਨਾ ਕਲਪੈ ਮਾਈ। ਰੋਵੈ ਪੂਤ, ਇਹ ਮਾਇਆ ਦਾ ਪੁੱਤ ਹੈ ਜਿਹੜਾ ਮਨ ਹੈ, ਇਹ ਤਾਂ ਰੋਂਦਾ ਪਦਾਰਥਾਂ ਨੂੰ ਬਿਲਕਦਾ ਹੀ ਰਹਿੰਦਾ। ਨਾ ਕਲਪੈ ਮਾਈ, ਜਿਹੜੀ ਮਾਇਆ ਹੈ ਇਹਨੂੰ ਕੋਈ ਕਲਪਨਾ ਨਹੀਂ ਵੀ ਕਰੋੜਾਂ ਅਰਬਾਂ ਜੀਵਾਂ ਦੇ, ਅਣਗਿਣਤ ਜੀਵਾਂ ਦੇ ਮਨ ਤੜਫ ਰਹੇ ਨੇ ਪਦਾਰਥਾਂ ਨੂੰ। ਮਾਇਆ ਨੂੰ ਹੈ ਮਾਂ ਸਾਰਿਆਂ ਦੀ, ਪਰ ਉਹਨੂੰ ਕੋਈ ਫਰਕ ਨਹੀਂ ਹੈ, ਐਸੀ ਮਾਂ ਹੈ ਉਹ। ਨਾ ਕਲਪੈ ਮਾਈ। ਤੇ ਦੂਸਰਾ ਰੋਵੇ ਪੂਤ ਨਾ ਕਲਪੈ ਮਾਈ। ਮਹਾਰਾਜ ਕਹਿੰਦੇ ਜਦੋਂ ਤੁਸੀਂ 9 ਨਿਧੀਆਂ ਦਾ ਖਜ਼ਾਨਾ ਨਾਮ ਪ੍ਰਾਪਤ ਕਰ ਲਿਆ, ਇਹ ਮਨ ਰੂਪੀ ਪੂਤ ਪੁੱਤਰ
ਕਹਿੰਦੇ ਉਸ ਵੇਲੇ ਨਾ ਜਿਹੜਾ ਸ਼ਬਦ ਹੈ ਇਹ ਪੁਰਸ਼ ਦਾ ਵਾਚਕ ਹੈ। ਰੋਵੈ ਪੂਤ ਨਾ ਕਲਪੇ ਮਾਈ, ਨਾ ਪੁਰਸ਼। ਪੁਰਸ਼ ਦਾ ਜਿਹੜਾ ਮਨ ਹੈ ਉਹ ਫਿਰ ਰੋਂਦਾ ਨਹੀਂ। ਰੋਵੈ ਪੂਤ ਨਾ ਨੰਨਾ ਇਹ ਅਰਥ ਦੇ ਵਿੱਚ ਇੱਧਰ ਲੱਗ ਜਾਣਾ, ਫਿਰ ਮਨ ਰੂਪੀ ਜਿਹੜਾ ਪੁੱਤਰ ਹੈ ਮਾਇਆ ਦਾ ਨਾ ਰੋਵੈ, ਰੋਂਦਾ ਨਹੀਂ ਹੈ, ਫਿਰ ਰੋਦਨ ਨਹੀਂ ਕਰਦਾ। ਤੇ ਨਾ ਹੀ ਬੁੱਧੀ ਰੂਪੀ ਮਾਇਆ ਕਲਪੈ, ਕਲਪਨਾ ਕਰਦੀ ਹੈ। ਫਿਰ ਬੁੱਧ ਨੂੰ ਮਾਂ ਕਿਹਾ ਇੱਥੇ, ਜਾਂ ਫਿਰ ਮਾਈ ਮਾਇਆ ਦੇ ਜਿਹੜੀ ਮਾਇਆ ਦੀ ਕਲਪੈ, ਕਲਪਨਾ ਨਹੀਂ ਹੋਵੇਗੀ, ਫਿਰ ਨਾ ਕਲਪੈ ਮਾਈ। ਤੇ ਜਦੋਂ ਮਨ ਵਿਚਾਰ ਵਾਲਾ ਬਣ ਗਿਆ ਫਿਰ ਰੋਵੇਗਾ ਨਹੀਂ ਇਹ। ਤੇ ਕਲਪੈ ਕਲਪਨਾ ਮਾਤਰ ਮਾਈ ਮਾਇਆ ਸਮਝ ਲਿਆ। ਜਿਹੜੀ ਮਾਇਆ ਹੈ ਮਾਈ, ਇੱਥੇ ਮਾਇਆ ਨੂੰ ਕਿਹਾ ਵੀ ਕਲਪਨਾ ਮਾਤਰ ਹੀ ਹੈ, ਈਸ਼ਵਰ ਦੀ ਕਲਪੀ ਹੋਈ ਹੈ ਨਹੀਂ ਹੈ। ਐਸੀ ਮਾਇਆ ਫਿਰ ਇਹੋ ਜਿਹੀ ਅਵਸਥਾ ਹੋ ਜਾਏਗੀ। ਏਤ ਮੋਹਿ ਡੂਬਾ ਸੰਸਾਰ, ਏਤ ਇਸ ਨੇਤਰਾਂ ਦੇ ਵਿਸ਼ੇ ਮੋਹ ਵਿੱਚ, ਨੇਤਰਾ ਆਦਿ ਦੇ ਜਿਹੜੇ ਵਿਸ਼ੇ ਨੇ ਤੇ ਮੋਹ ਦੇ ਵਿੱਚ ਸਾਰਾ ਸੰਸਾਰ ਜਗਤ ਜਿਹੜਾ ਡੂਬਾ ਡੁੱਬ ਰਿਹਾ ਹੈ। ਗੁਰਮੁਖ ਕੋਈ ਉਤਰੈ ਪਾਰ, ਕੋਈ ਬਿਰਲਾ ਗੁਰਮੁਖ ਹੈ। ਗੁਰਮੁਖਤਾ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਪਾਰ ਪਰਲੇ ਕਿਨਾਰੇ ਉਹ ਉਤਰੈ ਪਾਰ ਉਤਰ ਜਾਂਦਾ ਹੈ। ਏਤ ਮੋਹਿ ਫਿਰ ਜੂਨੀ ਪਾਹੇ, ਇਹ ਸੰਸਾਰ ਦੇ ਮੋਹ ਦੇ ਵਿੱਚ ਮੁੜ ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਇਹ ਪਾਇਆ ਜਾਂਦਾ ਹੈ। ਮੋਹੇ ਲਾਗਾ ਜਮਪੁਰ ਜਾਹੇ, ਮੋਹ ਦੇ ਵਿੱਚ ਲੱਗਣ ਕਰਕੇ ਜੀਵ ਜਮਪੁਰੀ ਨੂੰ ਜਾਂਦਾ ਹੈ, ਧਰਮਰਾਜ ਦੇ ਲੇਖਾ ਦੇਣ ਵਾਸਤੇ ਜਾਹੇ ਜਾਂਦਾ ਹੈ। ਗੁਰ ਦੀਖਿਆ ਲੈ ਜਪ ਤਪ ਕਮਾਹੇ, ਕਹਿੰਦੇ ਮਹਾਰਾਜ ਵੀ ਇਹ ਤੋਂ ਬਚਾ ਕਿਵੇਂ ਹੁੰਦਾ ਹੈ? ਕਹਿੰਦੇ ਜੇ ਗੁਰੂ ਸਤਿਗੁਰਾਂ ਦੀ ਦੀਖਿਆ ਸਿੱਖਿਆ ਲੈ ਕੇ ਬਾਣੀ ਕਰਕੇ ਜਪ ਕਰੇ, ਸਰੀਰ ਕਰਕੇ ਸੇਵਾ ਰੂਪੀ ਤਪ ਤਪੱਸਿਆ ਕਰੇ ਤੇ ਕਮਾਹੇ, ਇਹ ਕਮਾਣੀ, ਇਹ ਕਮਾਈ ਕਰੇ, ਇਹ ਹੈ ਕਮਾਉਣ ਵਾਲੀ। ਨਾ ਮੋਹ ਟੂਟੈ ਨਾ ਥਾਏ ਪਾਹੇ, ਤਾਂ ਫਿਰ ਇਹ ਇੱਥੇ ਨਾਂ ਦਾ ਅਰਥ ਪੁਰਸ਼ ਹੈ। ਨਾ ਕਹੀਏ ਪੁਰਸ਼, ਉਹਦਾ ਪੁਰਸ਼ ਦਾ ਫਿਰ ਜਿਹੜਾ ਜਪ ਤਪ ਇਸ ਤਰ੍ਹਾਂ ਕਰਨ ਵਾਲਾ, ਜਿਹੜੀ ਪਹਿਲੀ ਤੁਕ ਚ ਕਿਹਾ ਮੋਹ ਟੁੱਟੈ, ਉਹਦਾ ਮੂੰਹ ਸਨੇਹ ਟੁੱਟ ਜਾਂਦਾ ਹੈ। ਤੇ ਫਿਰ ਨਾ ਥਾਏ ਪਾਹੇ, ਨਰਕਾਂ ਰੂਪੀ ਥਾਂ ਜਗ੍ਹਾ ਦੇ ਵਿੱਚ ਨਹੀਂ ਪਾਉਂਦਾ, ਉੱਥੇ ਨਹੀਂ ਜਾਂਦਾ। ਜਿਸ ਪੁਰਖ ਦਾ ਮੋਹ ਟੁੱਟ ਗਿਆ ਕਿ ਉਹ ਸਰੂਪ ਰੂਪੀ ਥਾਂ ਨੂੰ ਨਾ ਨਹੀਂ ਪਾਏਗਾ, ਭਾਵ ਨਹੀਂ ਜ਼ਰੂਰ ਪਾਏਗਾ। ਤੇ ਨਾ ਮੋਹ ਟੂਟੈ ਨਾ ਥਾਏ ਪਾਹੇ, ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਸਿੱਖਿਆ ਲੈ ਕੇ ਜਪ ਤਪ ਕਮਾ ਲਿਆ ਪਰ ਸਿੱਖਿਆ ਧਾਰਨ ਨਹੀਂ ਕੀਤੀ, ਉਹਨਾਂ ਦਾ ਨਾ ਮੋਹ ਟੁੱਟੈ, ਨਹੀਂ ਟੁੱਟੇਗਾ ਕਿਉਂਕਿ ਕਮਾਈ ਨਹੀਂ ਕੀਤੀ। ਤੇ ਨਾ ਥਾਏ ਪਾਏ, ਨਾ ਉਹ ਸੱਚਖੰਡ ਰੂਪੀ ਥਾਂ ਨੂੰ ਪ੍ਰਾਪਤ ਕਰ ਸਕਦੇ ਨੇ। ਸਤਿਗੁਰਾਂ ਤੋਂ ਦੀਖਿਆ ਲੈ ਕੇ ਕਮਾਈ ਕਰਨੀ ਜ਼ਰੂਰੀ ਹੈ, ਉਹਦੇ ਨਾਲ ਫਿਰ ਮੋਹ ਟੁੱਟ ਜਾਂਦਾ ਹੈ, ਸਰੂਪ ਰੂਪੀ ਥਾਂ ਮਿਲ ਜਾਂਦਾ ਹੈ। ਨਦਰ ਕਰੇ ਤਾਂ ਇਹੋ ਮੋਹ ਜਾਏ, ਜੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਣ ਤਾਂ ਉਹਨਾਂ ਦੇ ਵਿੱਚੋਂ ਇਹ ਸਰੀਰਾਂ ਦੇ ਵਿੱਚੋਂ ਮੋਹ ਸਨੇਹ ਚਲਿਆ ਜਾਂਦਾ, ਨਿਵਰਤ ਹੋ ਜਾਂਦਾ ਹੈ। ਨਾਨਕ ਹਰਸਿਓ ਰਹਿ ਸਮਾਏ, ਸਤਿਗੁਰੂ ਜੀ ਫਰਮਾਨ ਕਰਦੇ ਹੈ ਕਿ ਫਿਰ ਭਾਈ ਇਹ ਹਰ ਪਰਮੇਸ਼ਰ ਦੇ ਸਿਉਂ ਨਾਲ ਇਹ ਜੀਵ ਜਿਹੜਾ ਹੈ ਅਭੇਦ ਹੋ ਜਾਂਦਾ ਹੈ, ਅਭੇਦ ਹੋ ਕੇ ਰਹਿ ਰਹੀਦਾ, ਫਿਰ ਉਸ ਹਰੀ ਦੇ ਨਾਲ ਮਿਲੀਦਾ, ਘਟਾਂ ਘਟਾਂ 'ਚ ਸਮਾਇਆ ਹੋਇਆ ਹੈ ਜਿਹੜਾ ਵਾਹਿਗੁਰੂ ਰਹਿ ਸਮਾ ਰਿਹਾ ਹੈ, ਉਹਦੇ ਨਾਲ ਹਰ ਸਿਉਂ ਉਹਦੇ ਨਾਲ ਫਿਰ ਜੁੜ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਫਰਮਾਇਆ। ਆਸਾ ਮਹੱਲਾ ਪਹਿਲਾ, ਆਸਾ ਰਾਗ ਦੇ ਅੰਦਰ ਅੱਗੇ ਅਗਲਾ ਸ਼ਬਦ ਉਚਾਰਨ ਕਰਦੇ ਹਨ। ਆਪ ਕਰੀ ਸੱਚ ਅਲਖ ਅਪਾਰ, ਸਤਿਗੁਰਾਂ ਤੋਂ ਬਿਨਾਂ ਜਿਹੜਾ ਪਰਮੇਸ਼ਰ ਵਾਹਿਗੁਰੂ ਸਤਿਗੁਰਾਂ ਤੋਂ ਬਿਨਾਂ ਅਲਖ ਲਖਣ ਤੋਂ ਰਹਿਤ ਹੈ। ਸਤਿਗੁਰਾਂ ਤੋਂ ਬਿਨਾਂ ਅਸੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਹੈ। ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਸੱਚ ਸੱਚਾ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਕੱਲੀ ਰਚਨਾ ਹੀ ਨਹੀਂ, ਪਾਲਣਾ ਵੀ ਕਰਦਾ ਤੇ ਲੈਤਾ ਵੀ ਕਰਦਾ ਹੈ। ਇਤਿਆਦ ਕੇ ਕਾਰਜਾਂ ਨੂੰ ਪਰਮੇਸ਼ਰ ਆਪ ਹੀ ਕਰਦਾ ਹੈ, ਆਪ ਹੀ ਉਹਦਾ ਹੁਕਮ ਚੱਲ ਰਿਹਾ ਸਾਰੇ। ਹਉ ਪਾਪੀ ਤੂੰ ਬਖਸ਼ਣਹਾਰ, ਉਹਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਬਣਦੀ ਹੈ ਕਿ ਹੇ ਵਾਹਿਗੁਰੂ, ਹਉ ਮੈਂ ਔਗਣਾ ਕਰਕੇ ਪਾਪੀ ਮੰਦ ਕਰਮ ਕਰਨ ਵਾਲਾ ਗੁਨਾਹਗਾਰ ਹਾਂ,
ਤੁਸੀਂ ਬਖਸ਼ਣਹਾਰ ਬਖਸ਼ਣ ਵਾਲੇ ਹੋ ਮਹਾਰਾਜ, ਕਿਰਪਾ ਕਰਕੇ ਬਖਸ਼ ਦਿਓ। ਤੇਰਾ ਭਾਣਾ ਸਭ ਕਿਛ ਹੋਵੇ। हे ਮਹਾਰਾਜ, ਜਿਹੜਾ ਸਾਰਾ ਹੀ ਕੁਛ ਹੈ, ਸਭ ਨਾਮ ਹੈ ਸਾਰੇ ਦਾ। ਕਿਛ ਕੁਝ ਜੋ ਵੀ ਕੁਝ ਹੋ ਰਿਹਾ ਇਹ ਤੇਰਾ ਭਾਣਾ ਹੁਕਮ ਹੀ ਹੋ ਰਿਹਾ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਮਨ ਹਠ ਕੀਚੈ ਅੰਤ ਵਿਗੋਵੈ। ਮਨ ਦੇ ਹਠ ਜਿੱਦ ਕਰਕੇ ਕਰਮ ਕਰਨ ਨਾਲ ਅੰਤ ਅਖੀਰ ਨੂੰ ਵਿਗੋਵੈ, ਉਹ ਖਰਾਬ ਹੀ ਹੋਣਾ ਪੈਂਦਾ ਹੈ, ਖੱਜਲ ਖੁਆਰ ਹੋਏਗਾ। ਰਹਾਉ ਹਸਾਈ ਦੇ ਕੇ ਫਰਮਾਉਂਦੇ ਹੈ, ਮਨ ਮੁਖ ਕੀ ਮਤ ਕੂੜ ਬਿਆਪੀ। ਜਿਹੜਾ ਮਨਮੁਖ ਹੈ, ਮਨਮਤ ਧਾਰਨ ਵਾਲੇ ਬੇਮੁਖ ਪੁਰਸ਼ ਦੀ ਜਿਹੜੀ ਮਤ ਬੁੱਧੀ ਹੈ, ਉਹ ਸਦਾ ਕੂੜ ਝੂਠ ਪਦਾਰਥਾਂ ਨੂੰ ਜਾਂ ਝੂਠੇ ਪਦਾਰਥਾਂ ਝੂਠ ਬੋਲਣ ਵਿੱਚ ਹੀ ਵਿਆਪੀ ਲੱਗੀ ਹੋਈ ਹੈ। ਬਿਨ ਹਰ ਸਿਮਰਨ ਪਾਪ ਸੰਤਾਪੀ। ਹਰੀ ਪਰਮੇਸ਼ਰ ਦੇ ਸਿਮਰਨ ਯਾਦ ਕਰਨ ਤੋਂ ਬਿਨਾ ਇਹ ਜਿਹੜੇ ਫਿਰ ਪਾਪ ਗੁਨਾਹ ਕਰਕੇ ਸੰਤਾਪੀ ਦੁਖੀ ਹੋਣਾ ਪੈਂਦਾ ਹੈ। ਹਰੀ ਪਰਮੇਸ਼ਰ ਦੇ ਬਗੈਰ ਕੀਤੇ ਹੋਏ ਨਾਮ ਸਿਮਰਨ ਤੋਂ ਬਿਨਾ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਤੇ ਜਿਹੜੇ ਕੀਤੇ ਕਰਮ ਨੇ, ਪਾਪ ਕਰਮ ਕੀਤੇ ਨੇ, ਸੰਤਾਪੀ ਦੁੱਖ ਦੇਣ ਵਾਲੇ ਨੇ ਫਿਰੇ। ਇਸ ਕਰਕੇ ਪਾਪ ਕਰਮਾਂ ਤੋਂ ਸੰਕੋਚ ਕਰਕੇ ਨਾਮ ਜਪਣਾ ਚਾਹੀਦਾ ਹੈ। ਦੁਰਮਤ ਤਿਆਗ ਲਾਹਾ ਕਿਛ ਲੇਵਹੁ। ਇਹ ਭਾਈ ਦੁਰਮਤ ਖੋਟੀ ਮਤ, ਵਿਸ਼ੇ ਵਿਸ਼ੈਣੀ ਮਤ ਨੂੰ ਤਿਆਗ ਛੱਡ ਕਰਕੇ ਮਨੁੱਖਾਂ ਜਨਮ ਵਿੱਚ ਆਤਮਾ ਦੀ ਪ੍ਰਾਪਤੀ ਰੂਪ ਕਿਛ ਕੁਝ ਲਾਹਾ ਨਫਾ ਇਹ ਖਟੋ, ਲਾਭ ਪ੍ਰਾਪਤ ਲੈਣਾ ਕਰੋ। ਜੋ ਉਪਜੈ ਸੋ ਅਲਖ ਅਭੇਵਹੁ। ਜਿਹੜਾ ਵੀ ਕੋਈ ਸੰਸਾਰ ਵਿੱਚ ਉਪਜੈ ਪੈਦਾ ਹੋਇਆ ਉਹ ਫਿਰ ਸਭ ਕੁਝ ਅਲਖ ਲਖਣ ਤੋਂ ਰਹਿਤ, ਅਭੇਵੋ ਭੇਦ ਰਹਿਤ ਪਰਮੇਸ਼ਰ ਦੀ ਸੱਤਾ ਦੇ ਆਸਰੇ ਹੀ ਹੈ। ਉਹਦੀ ਆਸਰਾ ਵਾਹਿਗੁਰੂ ਦੇ ਸਾਰਿਆਂ ਨੂੰ। ਐਸਾ ਹਮਰਾ ਸਖਾ ਸਹਾਈ। ਇਹ ਭਾਈ ਐਸਾ ਇਹੋ ਜਿਹਾ ਸਮਰੱਥ ਪ੍ਰਭੂ ਹਮਾਰਾ ਸਾਡਾ ਜਿਹੜਾ ਮਾਲਕ ਹੈ ਨਾ, ਅਕਾਲ ਪੁਰਖ ਵਾਹਿਗੁਰੂ, ਉਹ ਪਰਲੋਕ ਸਖਾ ਮਿੱਤਰ ਰੂਪ ਹੋ ਕਰਕੇ ਸਹਾਈ ਸਹਾਇਤਾ ਕਰਨ ਵਾਲਾ ਹੈ। ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਇਹ ਭਾਈ ਸਾਨੂੰ ਹਰ ਪਰਮੇਸ਼ਰ ਸਰੂਪ ਗੁਰ ਸਤਿਗੁਰੂ ਜੀ ਮਿਲਿਆ, ਮਿਲੇ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਮੈਨੂੰ ਗੁਰੂ ਰੂਪ ਦੇ ਵਿੱਚ ਹਰੀ ਪਰਮੇਸ਼ਰ ਮਿਲਿਆ, ਮੈਂ ਉਹਨੂੰ ਗੁਰੂ ਧਾਰਨ ਕੀਤਾ ਸੱਚਖੰਡ ਵਿੱਚ ਜਾ ਕੇ। ਇਸ ਕਰਕੇ ਆਪ ਕਿਰਪਾ ਕਰਕੇ ਉਹਨਾਂ ਨੇ ਤੇ ਆਪਣੀ ਭਾਵ ਪ੍ਰੇਮਾ ਭਗਤੀ ਸਾਨੂੰ ਦ੍ਰਿੜ ਕਰਾਉਣਾ ਕੀਤੀ ਹੈ। ਵਾਹਿਗੁਰੂ ਦੀ ਕਿਰਪਾ ਹੋਈ। ਅਪਰੰਪਰ ਪਾਰ ਵਹਿ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਤੇ ਇਸ ਕਰਕੇ ਉਹ ਪਰਮੇਸ਼ਰ ਸਾਨੂੰ ਗੁਰੂ ਸਰੂਪ ਵਿੱਚ ਮਿਲਿਆ ਸੱਚਖੰਡ 'ਚ। ਉਹਦਾ ਪਤਾ ਵੀ ਦਿੰਦੇ ਨੇ ਇਸ ਤੁਕ ਦੇ ਵਿੱਚ। ਸਗਲੀ ਸੌਦੀ ਟੋਟਾ ਆਵੇ। ਸਗਲੀ ਸਾਰੇ ਜਪਤ ਸਵਰਗ ਲੋਕ, ਬ੍ਰਹਮ ਲੋਕ, ਸ਼ਲੋਕ, ਸਮੀਪ, ਸੁਜ ਆਦਿ ਮੁਕਤੀਆਂ ਦੀ ਪ੍ਰਾਪਤੀ ਰੂਪ ਜਾਂ ਪ੍ਰਤੱਖ ਸੌਦੀ ਸੌਦਿਆਂ ਪਦਾਰਥਾਂ ਵੀ ਟੋਟਾ ਘਾਟਾ ਹੀ ਆਵੇ ਆਉਂਦਾ ਹੈ। ਨਾਨਕ ਰਾਮ ਨਾਮ ਮਨ ਭਾਵੈ। ਸਤਿਗੁਰੂ ਜੀ ਫਰਮਾਨ ਕਰਦੇ ਇਸ ਕਰਕੇ ਸਾਨੂੰ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਸਾਡੇ ਮਨ ਚਿੱਤ ਦੇ ਵਿੱਚ ਭਾਵੈ ਪਾਉਂਦਾ ਹੈ, ਚੰਗਾ ਲੱਗਦਾ ਹੈ। ਆਸਾ ਮਹੱਲਾ ਪਹਿਲਾ ਚੌਪਦੇ। ਆਸਾ ਰਾਗ ਦੇ ਅੰਦਰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਚੌ ਪਦਿਆਂ ਵਾਲੇ ਜਿਹੜੇ 4 ਪਦ ਆਉਣਗੇ, ਇਸ ਕਰਕੇ ਇੱਥੇ ਪੈਰ ਦੇ ਵਿੱਚ ਨਿਸ਼ਾਨ ਹਿੱਲ ਗਿਆ ਹੋਇਆ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ 'ਚ ਵਿਦਿਆ ਦੀ ਬਾਬਤ ਗੱਲ ਕੀਤੀ ਹੈ। ਤੇ ਵਿਦਿਆ ਪੜ੍ਹੀ ਹੋਈ ਕਿਵੇਂ ਸਫਲੀ ਹੁੰਦੀ ਹੈ ਦੱਸਦੇ ਹਨ। ਵਿਦਿਆ ਹੀ ਚਾਰੀ ਤਾਂ ਪਰ ਉਪਕਾਰੀ। ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਭਾਈ ਵਿਦਿਆ ਜੋ ਕਈ ਪ੍ਰਕਾਰ ਦੀ ਹੈ, ਵਿਦਿਆ ਵਿਚਾਰੀ ਹੋਈ ਸਫਲੀ ਕਿਵੇਂ ਹੁੰਦੀ ਹੈ? ਜੇ ਪਰਉਪਕਾਰ ਕਰੇ ਫਿਰ ਤਾਂ ਵਿਦਿਆ ਪੜ੍ਹੀ ਹੋਈ ਸਫਲੀ ਹੈ, ਨਹੀਂ ਵਿਦਿਆ ਪੜ੍ਹੀ ਕਿਸੇ ਅਰਥ ਨਹੀਂ। ਪਰਉਪਕਾਰ ਦਾ ਮਤਲਬ ਹੈ ਦੂਜਿਆਂ ਦਾ ਭਲਾ ਕਰਨਾ। ਤੋ ਇਸ ਕਰਕੇ ਇਹ ਜਿਹੜੀ 14 ਪ੍ਰਕਾਰ ਦੀ ਵਿਦਿਆ, ਕਈਆਂ ਨੇ 16 ਪ੍ਰਕਾਰ ਦੀ, ਕਈਆਂ ਨੇ 18 ਪ੍ਰਕਾਰ ਦੀ, ਕਈਆਂ ਨੇ 64 ਪ੍ਰਕਾਰ ਦੀ ਵੀ ਮੰਨੀ ਹੈ। ਇਹ ਵਿਚਾਰਨ ਕੀਤੀ ਹੋਈ ਤਾਂ ਹੀ ਸਫਲੀ ਹੈ ਜੇ ਪਰਉਪਕਾਰ ਦੂਸਰਿਆਂ ਦਾ ਭਲਾ ਕਰੋ। ਤੇ ਉਹਨਾਂ ਦੇ ਵਿੱਚ ਐਸਾ ਹੈ ਇਹ ਵੱਖਰੇ ਵੱਖਰੇ ਗ੍ਰੰਥਾਂ ਦੇ ਵਿੱਚ ਇਹ ਐਸੀਆਂ ਵਿਚਾਰਾਂ ਕੀਤੀਆਂ ਹੋਈਆਂ ਨੇ ਵੀ ਕਿਤੇ 14 ਪ੍ਰਕਾਰ ਦੀ ਕਹਿ ਦਿੱਤੀ, ਕਿਸੇ ਨੇ 16 ਪ੍ਰਕਾਰ ਦੀ ਲਿਖ ਦਿੱਤੀ, ਕਈਆਂ ਨੇ 18 ਪ੍ਰਕਾਰ ਦੀ, 64 ਪ੍ਰਕਾਰ ਦੀ। ਇਹ ਵੱਖਰੇ ਵੱਖਰੇ ਇਹਨਾਂ ਦੀਆਂ
ਗ੍ਰੰਥਾਂ ਵਿੱਚ ਉਦਾਹਰਨਾਂ ਮਿਲਦੀਆਂ ਹਨ। ਉਹਦੇ 'ਚ ਭਾਈ ਮਨੀ ਸਿੰਘ ਨੇ 14 ਪ੍ਰਕਾਰ ਦੀ ਵਿਦਿਆ ਦਾ ਕਥਨ ਕੀਤਾ। ਉਹਦੇ ਵਿੱਚ ਐਸਾ ਹੈ, ਸ੍ਰੀ ਅੱਖਰ ਜਲ ਤਰਨ ਚਿਕਿਤਸਾ ਔਰ ਰਸਾਇਣ, ਜੋਤਕ ਜੋਤ ਪ੍ਰਵੀਨ ਰਾਗ ਖਟ ਰਾਗਨ ਗਾਇਨ, ਕੋਕ ਕਲਾ ਵਿਆਕਰਨ ਔਰ ਬਜੰਤਰ ਬਜਾਇਨ, ਤੂਰੇ ਤੌਰ ਨਟ ਨਿਰਤ ਔਰ ਸਰ ਧਨਖ ਚਲਾਇਨ, ਗਿਆਨ ਕਰਨ ਔਰ ਚਾਤਰੀ ਏਤਨਾ ਵਿਦਿਆ ਵਰੇ, ਇਹ ਚਤੁਰਦਸ ਜਗਤ ਮੇਂ ਚਤੁਰ ਸਮਝ ਮਨ ਮੇਂ ਧਰੇ। ਇਹ ਭਾਈ ਮਨੀ ਸਿੰਘ ਸਾਹਿਬ ਨੇ ਕਥਨ ਕੀਤਾ ਹੈ, ਜਿਹਦਾ ਵੇਰਵਾ ਮਹਾਨ ਕੋਸ਼ ਦੇ ਚ ਭਾਈ ਕਾਹਨ ਸਿੰਘ ਜੀ ਨੇ ਦਿੱਤਾ ਹੈ। ਤੋ ਇਸ ਕਰਕੇ ਥੋੜੀ ਜਿਹੀ ਹੋਰ ਇਹਦੇ ਤੇ ਤਨਕ ਵਿਚਾਰ ਹੋ ਜਾਏ, ਕਿਉਂਕਿ ਵਿਦਿਆ ਦੀ ਗੱਲ ਆਈ ਹੈ। 4 ਵੇਦ ਤੇ ਫਿਰ 6 ਵੇਦ ਦੇ ਅੰਗਨ, ਸਿੱਖਿਆ ਕਲ ਨਿਰੁਪਤ ਗੁਣ, ਜੋ ਤੁਸ ਪਿੰਗਲ ਜਾਨ, ਵਿਆਕਰਨ ਵਖਾਣੀਆਂ ਵੇਦ ਅੰਕ ਖਟ ਮਾਨ, ਇਹਨੂੰ ਵੇਦਾਂਗ ਕਹਿੰਦੇ ਨੇ। ਤੇ ਫਿਰ 6 ਸ਼ਾਸਤਰ, ਸਾਂਖ ਨਿਆਇ ਵਿਸ਼ੈਕ ਪੂਰਵ ਮਾਸਾ ਪਤੰਜਲ ਪੁਰਾਣ ਧਰਮ ਸ਼ਾਸਤਰ, 18 ਪ੍ਰਕਾਰ ਦੀ ਵਿਦਿਆ ਤੇ ਇਹਨਾਂ ਤੋਂ ਇਲਾਵਾ 14 ਪ੍ਰਕਾਰ ਦੀ ਹੋਰ ਮਨੂ ਸਿਮਰਤੀ ਆਦ, ਆਯੁਰਵੈਦਿਕ ਹੈ, ਆਯੁਰਵੇਦ, ਧਨਰਵੇਦ, ਗੰਧਰਵ ਵਿਦਿਆ, ਨੀਤੀ ਸ਼ਾਸਤਰ। 64 ਪ੍ਰਕਾਰ ਦੀ ਵਿਦਿਆ ਵਿੱਚ ਵੀ ਬਾਜਾਂ ਦਾ ਵਜਾਉਣਾ, ਬਸਤਰ ਗਹਿਣੇ ਸਿਉਣ, ਢੰਗ ਉਹਨਾਂ ਦੇ ਦੱਸੇ ਹੋਏ ਨੂੰ, ਖੂਹ ਲਗਵਾਉਣਾ, ਤਾਲ ਲਗਾਉਣੇ, ਧਾਤਾਂ ਪਿਘਲਾਉਣ ਕਰਨੀਆਂ, ਕੱਪੜੇ ਧੋਣ, ਕੱਪੜੇ ਸਿਉਣ। ਇਹ 64 ਪ੍ਰਕਾਰ ਦੇ ਅਸਲ 'ਚ ਹੁਨਰ ਸੀ, 64 ਪ੍ਰਕਾਰ ਦੇ। ਉਹਨਾਂ 64 ਪ੍ਰਕਾਰ ਨੂੰ 64 ਵਿਦਿਆ ਲਿਖਿਆ ਹੈ। ਜਿਵੇਂ ਲੂਣੀਆਂ ਸਿੱਧ ਦੇ ਕੋਲ 64 ਪ੍ਰਕਾਰ ਦੀ ਵਿਦਿਆ ਦੀ ਪੋਥੀ ਸੀ, ਜਿਹੜੀ ਬੰਦਾ ਸਿੰਘ ਬਹਾਦਰ ਨੇ ਜਿਹਨੂੰ ਗੁਰੂ ਧਾਰਨ ਕੀਤਾ ਸੀ, ਜਦੋਂ ਕਰਾਮਾਤਾਂ ਸਿੱਖੀਆਂ ਨੇ, ਉਹ ਵੀ 64 ਕਲਾਂ ਵਾਲੀ ਪੋਥੀ ਸੀ ਉਹਦੇ ਕੋਲ। ਇਹਨਾਂ ਦੇ ਵੇਰਵੇ ਮਿਲਦੇ ਆ, ਪਰ ਇਹਨੂੰ ਵਿਦਵਾਨਾਂ ਨੇ ਵਿਦਿਆ ਦੇ ਵਿੱਚ ਜਿਹੜੇ ਭੇਦ ਮੰਨੇ ਨੇ, ਉਹਨਾਂ ਵਿੱਚੋਂ ਵਿਦਿਆ ਦੇ ਪ੍ਰਧਾਨ ਅੰਗ ਜਿਹੜੇ ਨੇ ਉਹ 6 ਨੇ। ਉਹ ਕੀ ਹੈ? ਵਿਗਿਆਨ। ਪਹਿਲਾ ਭੇਦ ਹੈ ਵਿਗਿਆਨ। ਇਸ ਨੂੰ ਅੱਗੇ 11 ਪ੍ਰਕਾਰ ਦਾ ਕਥਨ ਕੀਤਾ। ਫਿਰ ਮਾਨਵੀ ਵਿਗਿਆਨ, ਨਿਆਏ, ਚਰਚਾ ਵਿਦਿਆ, ਜਿਹੜੀ ਚਰਚਾ ਵਿਦਿਆ ਹੈ, ਸਦਾਚਾਰ ਵਿਦਿਆ ਹੈ, ਧਰਮ ਵਿਦਿਆ ਹੈ, ਬ੍ਰਹਮ ਵਿਦਿਆ ਹੈ, ਆਤਮ ਵਿਦਿਆ ਹੈ, ਭੂਤ ਵਿਦਿਆ ਹੈ, ਜੋਤਿਸ਼ ਵਿਦਿਆ ਹੈ, ਰਮਲ ਵਿਦਿਆ ਹੈ, ਸਮਾਜ ਵਿਦਿਆ ਹੈ, ਸਮਾਜ ਗਣਤ ਵਿਦਿਆ ਹੈ, ਨੀਤੀ ਹੈ, ਸੰਜਮ ਹੈ, ਸੰਜਮ ਵਿਦਿਆ ਹੈ, ਘਰੇਲੂ ਸੰਜਮ ਵਿਦਿਆ, ਤਾਲੀਮ ਆਦਿ। ਇਹਦੇ ਵਿੱਚ ਇਹ ਭੇਦ ਨੇ। ਤੇ ਅੱਗੇ ਆ ਗਈ ਸਾਇੰਸ। ਇਹਦੇ ਵਿੱਚ ਅੰਗ ਪ੍ਰਕਾਰ ਇਸ ਕਹਿੰਦੇ ਗਣਤ, ਹਿਸਾਬ, ਰੇਖਾ ਗਣਤ, ਮਾਪ ਵਿਦਿਆ, ਅਲਾਜਰਵਾ, ਖਗੋਲ ਵਿਦਿਆ, ਪਦਾਰਥ ਵਿਦਿਆ, ਰਸਾਇਣ ਵਿਦਿਆ ਤੇ ਭੂਗਰਭ ਵਿਦਿਆ, ਜੀਵਨ ਵਿਦਿਆ, ਬਨਸਪਤ ਵਿਦਿਆ, ਜੀਵ ਜੰਤ ਵਿਦਿਆ। ਇਹਦੇ ਵਿੱਚ ਅੱਗੋਂ ਪੰਛੀ ਵਿਦਿਆ, ਧਾਤ ਵਿਦਿਆ, ਦਰਵੀ ਵਿਦਿਆ, ਵੈਦਿਆ ਵਿਦਿਆ, ਮਾਨਵ ਚਿਕਿਤਸਾ ਤੇ ਪਸ਼ੂ ਚਿਕਿਤਸਾ, ਜਰਾਹੀ ਆਦਿ ਤੇ ਅੰਗ ਵਿਦਿਆ, ਸਰੀਰ ਵਿਦਿਆ, ਇੰਜੀਨੀਅਰਿੰਗ ਵਿਦਿਆ, ਖੇਤੀਬਾੜੀ ਵਿਦਿਆ, ਪੁਰਾਣੇ ਖੰਡਰਾਹਾਂ ਦੀ ਖੋਜ ਦੀ ਵਿਦਿਆ, ਸ਼ਬਦ ਵਿਦਿਆ। ਇਹ ਸਾਇੰਸ ਦੇ ਵਿੱਚ ਕੁਝ ਗੱਲਾਂ ਮੰਨੀਆਂ ਗਈਆਂ। ਇਤਿਹਾਸ ਵਿਦਿਆ ਤੀਸਰਾ ਪੱਖ ਜਿਹੜਾ, ਭੂਗੋਲ ਵਿਦਿਆ ਚੌਥਾ ਜਿਹੜਾ ਪੱਖ ਹੈ ਵਿਦਿਆ ਦੇ ਵਿੱਚ। ਪੰਜਵਾਂ ਪੱਖ ਹੈ ਹੁਨਰ ਅਤੇ ਕਾਰੀਗਰੀ। ਉਹਦੇ ਵਿੱਚ ਰਾਗ ਵਿਦਿਆ, ਚਿੱਤਰਕਾਰੀ ਵਿਦਿਆ, ਨਕਾਸ਼ੀ ਜਾਂ ਆਕਾਸ਼ ਵਿਦਿਆ, ਹੁੰਕਰਨ ਵਿਦਿਆ ਹੈ ਤੇ ਸੰਗ ਤਰਾਸੀ ਵਿਦਿਆ ਹੈ, ਸ਼ਿਲਪ ਵਿਦਿਆ ਹੈ, ਕਸੀਦਾ ਆਦਿ ਕੱਢਣ ਦੀ ਵਿਦਿਆ ਹੈ। ਤੇ ਛੇਵਾਂ ਇਹਦਾ ਪੱਖ ਆ ਜਾਂਦਾ ਹੈ ਸਹਿਤਜ ਵਿਦਿਆ, ਭਾਸ਼ਾ ਗਿਆਨ, ਭਾਸ਼ਾ ਵਿਦਿਆ, ਵਾਕਿਆ ਵਿਦਿਆ, ਵਿਆਕਰਨ ਵਿਦਿਆ, ਛੰਦ ਵਿਦਿਆ, ਅਲੰਕਾਰ ਵਿਦਿਆ। ਇਹ ਹੋ ਗਈਆਂ ਇਸ ਤਰ੍ਹਾਂ ਦੀਆਂ ਵਿਦਿਆ ਦਾ ਪ੍ਰਕਰਨ ਹੈ ਇਹ। ਤੇ ਮਹਾਰਾਜ ਕਹਿੰਦੇ ਵੀ ਇਹ ਤਾਂ ਵਿਚਾਰੀ ਹੋਈ ਸਫਲੀ ਹੈ ਜੇ ਪਰਉਪਕਾਰ ਕਰਦਾ। ਜੇ ਪਰਉਪਕਾਰ ਦੂਜਿਆਂ ਦਾ ਭਲਾ ਹੀ ਨਹੀਂ ਕਰਨਾ, ਕਾਹਦੀ ਵਿਦਿਆ ਫਿਰ? ਤਾਂ ਜਿਹੀ ਜੀ ਉਹਨਾਂ ਨੂੰ ਤਾਂ ਫਿਰ ਅਨਪੜ੍ਹ ਚੰਗਾ ਜਿਹੜਾ ਪਰਉਪਕਾਰ ਕਰੇ। ਇਹਦੇ ਅਰਥ ਆਮ ਕਰਕੇ ਤੁਕ ਪੜ੍ਹਦੇ ਆ ਤੇ ਅਰਥ ਇਹਦੇ ਫਿਰ ਆਪਣੀ ਮਰਜ਼ੀ ਨਾਲ ਕਰ ਲੈਂਦੇ ਆ। ਕਹਿੰਦੇ ਜੀ ਵਿਦਿਆ ਪੜੂਗਾ ਜੀ ਤਾਂ ਹੀ ਪਰਉਪਕਾਰ ਕਰੂਗਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਹਿੰਦੇ ਵਿਦਿਆ ਇਹਦਾ ਮਤਲਬ ਵੀ ਅਨਪੜ੍ਹ ਤਾਂ ਨਹੀਂ ਪਰਉਪਕਾਰ ਕਰ ਸਕਦਾ। ਫਿਰ ਇਹ ਉਲਟ ਅਰਥ ਕਰਦੇ ਆ। ਇਸ ਕਰਕੇ ਅਰਥਾਂ ਦੀ ਲੋੜ ਹੈ। ਵਿਦਿਆ ਵਿਚਾਰੀ ਹੋਈ ਤਾਂ ਸਫਲੀ ਜੇ ਪਰਉਪਕਾਰ ਕਰੇ। ਜੇ ਆਪਣੇ ਪੇਟ ਭਰਨ ਵਾਸਤੇ ਵਿਦਿਆ, ਉਹ ਕਾਹਦੀ ਵਿਦਿਆ? ਠੀਕ ਹੈ ਸੰਸਾਰ ਕਹੀ ਜਾਵੇ, ਪਰ ਗੁਰੂ ਸਾਹਿਬ ਨਹੀਂ ਕਹਿੰਦੇ ਉਹਨੂੰ ਵਿਦਿਆ। ਉਹ ਕਹਿੰਦੇ ਨੇ ਇਹ ਤਾਂ
ਆਪਣੀ ਰੋਜੀ ਰੋਟੀ ਵਾਸਤੇ ਸਾਰੀ ਦੁਨੀਆ ਕਰਦੀ। ਇਸ ਤਰ੍ਹਾਂ ਤਾਂ ਫਿਰ ਜ਼ਿਮੀਂਦਾਰ ਨਾਲੋਂ ਵੱਡਾ ਵਿਦਵਾਨ ਕਿਹੜਾ ਹੈ? ਕਣਕ ਬੀਜਣੀ ਆਉਂਦੀ ਹੈ, ਛੋਲੇ ਬੀਜਣੇ ਆਉਂਦੇ ਨੇ, ਮੱਕੀ ਬੀਜਣੀ ਆਉਂਦੀ ਹੈ, ਇਹ ਵਿਦਿਆ ਨਹੀਂ ਹੈ। ਇਹੀ ਜਿਹੀ ਵਿਦਿਆ ਹੋਇਆ ਜਿਹੜੇ ਪੜ੍ਹ ਕੇ ਨੌਕਰੀ ਕਰਕੇ ਕਹਿੰਦੇ ਵੀ ਇਹ ਬੜੇ ਵਿਦਵਾਨ। ਇਹ ਨਹੀਂ ਵਿਦਿਆ ਮਾਰੇ, ਕਹਿੰਦੇ ਜਿਹਨੇ ਆਪਣੇ ਆਪੇ ਨੂੰ ਜਾਣ ਲਿਆ ਅਸਲ ਵਿਦਵਾਨ ਉਹ ਹੈ। ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਦੇਖ ਲਿਆ, ਅਸਲ ਤਾਂ ਵਿਦਿਆ ਹੈ ਬ੍ਰਹਮ ਵਿਦਿਆ, ਜਿਹਨੂੰ ਕਹਿੰਦੇ ਆ ਕਲਿਆਣਕਾਰੀ, ਉਹ ਹੈ। ਤੇ ਜੇ ਪਰਉਪਕਾਰ ਕਰਦਾ ਤਾਂ ਸਫਲ ਹੀ ਹੈ। ਜੇ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਜਾਂ ਜੇ ਕਰ ਪੰਜ ਪੰਜਾਂ ਕਿਹੜੇ? ਸਤ, ਸੰਤੋਖ, ਦਇਆ, ਧਰਮ, ਵਿਚਾਰ। ਇਹਨਾਂ ਦੀ ਰਾਸੀ ਨਾਮ ਹੈ ਪੂੰਜੀ। ਜੇ ਇਹਨਾਂ ਦੀ ਪੂੰਜੀ ਕੋਲ ਹੈ ਸਤ, ਸੰਤੋਖ ਆਦਿ, ਤਾਂ ਫਿਰ ਤਦ ਹੀ ਤੀਰਥ ਪਵਿੱਤਰ ਸਥਾਨਾਂ ਦੇ ਵਾਸੀ ਬਸਣਾ ਸਫਲ ਹੈ। ਜੇ ਇਹ ਨਹੀਂ, ਤੀਰਥਾਂ ਦੇ ਬਸਣ ਨਾਲ ਫਿਰ ਕੋਈ ਲਾਭ ਨਹੀਂ ਹੈ। ਉਹ ਹੈ ਤੀਰਥ ਵਾਸੀ ਅਸਲ, ਜਿਹਦੇ ਕੋਲ ਹੈ ਗੁਣ। ਜਾਂ ਫਿਰ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਜਿਨ੍ਹਾਂ ਦੇ ਪੰਜ ਸ਼ਬਦ, ਸਪਰਸ, ਰੂਪ, ਰਸ, ਗੰਧ ਵਿਸ਼ਿਆਂ ਨੂੰ ਰਾਸੀ, ਇਹਨਾਂ ਨੂੰ ਸੂਤ ਕਰ ਲਿਆ, ਦਰੁਸਤ ਕਰ ਲਿਆ ਹੈ, ਤਾਂ ਫਿਰ ਉਹ ਸਮਝ ਲਓ ਵੀ ਤੀਰਥਾਂ ਤੇ ਵਸਣਾ ਸਫਲ ਹੈ ਉਹਨਾਂ ਦਾ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਪੰਜੇ ਗਿਆਨ ਇੰਦਰੀਆਂ ਨੂੰ ਰਾਸੀ ਦਰੁਸਤ ਸਵਾਰ ਲਿਆ। ਅੱਖਾਂ ਨਾਲ ਸਤਿਗੁਰਾਂ ਦਾ ਸਰੂਪ ਹੀ ਦੇਖਣਾ, ਕੰਨਾਂ ਨਾਲ ਜਾਸੀ ਸੁਣਨਾ, ਰਸਨਾ ਨਾਲ ਪਰਮੇਸ਼ਰ ਦੇ ਗੁਣ ਹੀ ਗਾਉਣੇ, ਪੈਰਾਂ ਨਾਲ ਸਤ ਸੰਗਤ ਵਿੱਚ ਜਾਣਾ, ਹੱਥਾਂ ਨਾਲ ਸੇਵਾ ਕਰਨੀ। ਉਹਨਾਂ ਦਾ ਤੀਰਥਾਂ ਤੇ ਵਾਸੀ ਬਸਿਆ ਹੋਇਆ ਹੀ ਜਾਣੋ। ਉਹ ਚਾਹੇ ਕਿਤੇ ਵੀ ਰਹਿੰਦੇ ਨੇ ਤਾਂ ਉਹ ਤੀਰਥ ਰੂਪੀ ਹੋ ਕੇ, ਬਲਕਿ ਉਹ ਆਤਮਾ ਰੂਪੀ ਤੀਰਥ ਦੇ ਉੱਤੇ ਵਸਦੇ ਹਨ। ਘੁੰਗਰੂ ਵਾਜੈ ਜੀ ਮਨ ਲਾਗੈ। ਘੁੰਗਰੂ ਛੋਟੀਆਂ ਟੱਲੀਆਂ ਹੁੰਦੀਆਂ ਜਿਹੜੇ ਪੈਰਾਂ ਨੂੰ ਬੰਨ੍ਹਦੇ ਆ ਨੱਚਣ ਵਾਲੇ, ਜਾਂ ਫਿਰ ਕਈ ਸਾਜ਼ ਵੀ ਹੁੰਦੇ ਘੁੰਗਰੂਆਂ ਵਾਲੇ, ਹੱਥਾਂ ਨਾਲ ਵੀ ਵਜਾ ਲਈਦਾ ਹੈ। ਘੁੰਗਰੂ ਛੋਟੀ ਘੰਟੀ ਦੇ ਬਾਜੇ ਵੱਜਣਾ, ਜਾਂ ਫਿਰ ਘੁੰਗਰੂ ਬਾਜਾ ਜੇ ਮਨ ਲੱਗੈ, ਜਿਹੜੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਨਿਰਤਕਾਰੀ ਕਰਦੇ ਹੋਏ ਵਜਾਉਂਦੇ ਹੈ। ਜੇਕਰ ਪਰਮੇਸ਼ਰ 'ਚ ਮਨ ਚਿੱਤ ਮਨ ਕੀ ਇਹ ਅੰਤਿਸ਼ਕਰਨ ਲੱਗ ਜਾਵੇ ਤਾਂ ਫਿਰ ਹੋਰ ਘੁੰਗਰੂ ਬੰਨਣ ਦੀ ਲੋੜ ਨਹੀਂ, ਨੱਚਣ ਦੀ ਲੋੜ ਨਹੀਂ, ਸਾਜ਼ ਇਹ ਵਜਾਉਣ ਦੀ ਲੋੜ ਨਹੀਂ, ਅੰਦਰੇ ਸ਼ਬਦ ਦਾ ਸਾਜ਼ ਵੱਜਦਾ ਹੈ। ਘੁੰਗਰੂ ਬਾਜਾ ਜੇ ਮਨ ਲੱਗੈ। ਘੁੰਗਰੂ ਦਾ ਸੰਪਰਦਾ ਦੇ ਘੋਰੜੂ ਅਰਥ ਕੀਤਾ ਹੈ। ਮਰਨ ਵੇਲੇ ਨਾ ਘੰਟ ਵੱਜਦਾ ਹੁੰਦਾ, ਕਰੜ ਕਰੜ ਕਰਦਾ ਹੈ, ਉਹਨੂੰ ਘੋਰੜੂ ਕਹਿੰਦੇ ਵੀ ਹੁਣ ਮਰਨ ਵਾਲਾ ਹੀ ਹੈ। ਘੋਰੜੂ ਵੱਜੇ ਉਸ ਵੇਲੇ ਵੀ, ਜੇ ਕਿਤੇ ਉਸ ਵੇਲੇ ਜੀ ਵੀ ਜੇ ਮਨ ਲੱਗ ਹੈ, ਜੇ ਉਸ ਵੇਲੇ ਪਰਮੇਸ਼ਰ ਦੇ ਪਾਸੇ ਲੱਗ ਜਵੇ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਦਿਵਸ, ਉਹਦਾ ਭਲਾ ਹੋ ਜਾਂਦਾ ਹੈ। ਅੱਗੇ ਦੱਸਦੇ ਹਨ, ਤੋ ਜਮ ਕਹਾ ਕਰੇ ਮੋਸਿਓ ਆਗੈ। ਜੇ ਕਿਤੇ ਘੋਰੜੂ ਵੱਜਣ ਵੇਲੇ ਵੀ, ਅਖੀਰਲੇ ਵੇਲੇ ਪ੍ਰਮਾਤਮਾ ਦਾ ਨਾਮ ਚੇਤੇ ਆ ਜਾਵੇ। ਜਿਹੜੇ ਘਰ ਦੇ ਸਿਆਣੇ ਹੁੰਦੇ ਨੇ ਉਹ ਆਪਣੇ ਮਰਨ ਵੇਲੇ ਸੰਬੰਧੀ ਨੂੰ ਕਦੇ ਨਹੀਂ ਕਹਿੰਦੇ ਵੀ ਹੁਣ ਅਸੀਂ ਕੀ ਕਰਾਂਗੇ, ਤੂੰ ਚੱਲਿਆ ਰੋਂਦੇ ਗਲਬਕੜੀਆਂ ਪਾ ਕੇ, ਨਹੀਂ, ਉਹ ਕਹਿੰਦੇ ਨੇ ਹੁਣ ਤੂੰ ਰੱਬ ਦੇ ਨਾਲ ਜੁੜ ਜਾ। ਸੋ ਇਸ ਤਰ੍ਹਾਂ ਸਾਧ ਸੀ। ਰਾਗੀ ਬੱਗਾ ਸਿੰਘ ਹੁੰਦਾ ਸੀ, ਸੰਤ ਬਾਬਾ ਅਤਰ ਸਿੰਘ ਨੇ ਆਪਣੇ ਹੱਥੀਂ ਬਾਜਾ ਦੇ ਕੇ ਉਹਨੂੰ ਨਿਵਾਜਿਆ ਸੀ। ਬਨਭੌਰੇ ਪਿੰਡ ਦਾ ਸੀ ਇਹ। ਉਹਦਾ ਅੰਤ ਵੇਲਾ ਮੇਰੇ ਹੱਥਾਂ 'ਚ ਹੋਇਆ। ਉਹਨੂੰ ਇਸ਼ਨਾਨ ਕਰਾਇਆ, ਧੁੱਪੇ ਬਿਠਾ ਦਿੱਤਾ। ਬਹੁਤ ਸੋਹਣਾ ਕੀਰਤਨ ਕਰਦਾ ਸੀ, ਅੱਖੋਂ ਮਨਾਖਾ ਹੋ ਗਿਆ ਸੀ ਪਿਛਲੀ ਉਮਰ 'ਚ। ਉਹਦਾ ਪੋਤਰਾ ਰਹਿੰਦਾ ਸੀ ਜਥੇ ਦੇ ਵਿੱਚ, ਉਹ ਗਿਆ ਹੋਇਆ ਸੀ। ਮੈਂ ਕਿਹਾ ਵੀ ਚਲੋ ਮੈਂ ਵੀ ਤਾਂ ਇਹਦੇ ਪੋਤਰੇ ਵਰਗਾ, ਬਜ਼ੁਰਗਾਂ ਨੂੰ ਸਾਂਭਣਾ ਪੁੰਨ ਹੁੰਦਾ ਹੈ। ਇਹ ਨਲਾ ਧਲਾ ਕੇ ਬੈਠਾ। ਮੈਂ ਕਿਹਾ ਇਹਦੇ ਮਨ 'ਚ ਹੌਕਾ ਨਾ ਹੋਵੇ। ਮੈਂ ਕਿਹਾ ਬਾਬਾ ਜੀ, ਜੇ ਤੁਸੀਂ ਇਸ ਵੇਲੇ ਸਰੀਰ ਤਾਂ ਨਹੀਂ ਠੀਕ ਦਿਖਦਾ ਤੁਹਾਡਾ, ਵੀ ਤੁਸੀਂ ਜੇ ਆਪਣੇ ਸੰਬੰਧੀ ਨੂੰ ਮਿਲਣਾ ਹੈ, ਤੁਸੀਂ ਆਪਣੀ ਲੜਕੀ ਨੂੰ, ਲੜਕੇ ਨੂੰ, ਪੋਤਰੇ ਨੂੰ ਫਿਰ ਇੰਤਜ਼ਾਮ ਕਰੀਏ। ਹੱਸ ਪਿਆ ਮੂਹਰਿਓਂ। ਮੈਂ ਕਿਹਾ ਬਜ਼ੁਰਗ ਕੋਈ ਹੱਸਦਾ ਹੈ? ਕਹਿੰਦੇ ਹੁਣ ਮਿਲ ਕੇ ਕੀ ਕਰਨਾ, ਸਾਰੀ ਉਮਰ ਮਿਲਦੇ ਹੀ ਰਹੇ ਹਾਂ। ਉਹਨੇ ਆਪ ਹੀ ਮੋਹ ਤੋੜ ਲਿਆ ਮਰਨ ਵੇਲੇ। ਅੰਦਰੋਂ ਜਿਨਕਾ ਮੋਹ ਟੁੱਟਾ, ਮਹਾਂਪੁਰਖਾਂ ਦੀ ਕਿਰਪਾ ਹੋ ਗਈ ਜਿਨ੍ਹਾਂ ਨੇ ਹੱਥੀਂ ਬਾਜਾ ਦਿੱਤਾ ਸੀ, ਸੰਤ ਬਾਬਾ ਅਤਰ ਸਿੰਘ ਮਸਤ ਵਾਲੇ। ਮੈਂ ਕਿਹਾ ਫਿਰ ਬਾਬਾ ਜੀ ਹੁਣ ਸਤਨਾਮ ਵਾਹਿਗੁਰੂ ਤੋਂ ਬਿਨਾਂ ਆਵਾਜ਼ ਨਹੀਂ ਆਉਣੀ ਚਾਹੀਦੀ। ਹੋਰ ਸਾਧ ਸੰਗਤ ਜੀ, ਸਤਨਾਮ ਵਾਹਿਗੁਰੂ ਕਹਿੰਦਾ ਹੋਇਆ ਸਵਾਸ ਤਿਆਗ ਗਿਆ ਬਜ਼ੁਰਗ। 6ਵੇਂ ਪਾਤਸ਼ਾਹ ਦੇ ਸਥਾਨ ਤੇ ਉਹਨੇ ਸਰੀਰ ਤਿਆਗਿਆ ਸੀ ਸਿੱਧਸਰ ਵਿਖੇ। ਇਉਂ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਅੰਤ ਵੇਲੇ ਪਰਮੇਸ਼ਰ ਚੇਤੇ ਆ ਜਾਵੇ ਤਾਂ ਫਿਰ ਤੋ ਜਮ ਕਹਾਂ ਕਰੇ। ਫਿਰ ਜਮਦੂਤ ਕੀ ਕਰ ਸਕਦੇ ਨੇ? ਉਹਦਾ
ਮੋਹ ਸਿਓ ਆ ਗਏ ਤੇ ਮੈਨੂੰ ਕੀ ਕਰੇਗਾ ਜਮ। ਉਹ ਇਹ ਕਹਿ ਸਕਦਾ ਵੀ ਜਮੋ ਹੁਣ ਤੁਸੀਂ ਕੀ ਕਰੋਗੇ, ਮੈਂ ਰੱਬ ਦਾ ਨਾਮ ਧਿਆ ਲਿਆ। ਐਡੀ ਸ਼ਕਤੀ ਹੈ ਪਰਮਾਤਮਾ ਦੇ ਨਾਮ ਵਿੱਚ। ਉਹ ਜਾਮਰਾਜ ਉਹਨਾਂ ਕੁਝ ਨਹੀਂ ਕਰ ਸਕਦਾ ਹੈ। ਤੋ ਇਸ ਕਰਕੇ ਇਹ ਜਗਿਆਸੂ ਵੱਲੋਂ ਪੰਕਤੀ ਕਿ ਵੀ ਮੋਹ ਮੇਰੇ ਸਿਓ ਨਾਲ ਕੀ ਕਰੂਗਾ ਜਮ, ਜਦੋਂ ਮੈਂ ਪਰਮਾਤਮਾ ਦੇ ਨਾਲ ਜੁੜ ਗਿਆ। ਐਡੀਆਂ ਵੱਡੀਆਂ ਬਰਕਤਾਂ ਹਨ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਆਸ ਨਿਰਾਸੀ ਤਉ ਸੰਨਿਆਸੀ। ਤੇ ਮਹਾਰਾਜ ਕਹਿੰਦੇ ਜੇ ਪਦਾਰਥਾਂ ਦੀ ਆਸ ਉਮੀਦ ਇੱਛਾ ਨਿਰਾਸੀ ਉਦਾਸੀਨ ਹੋ ਗਿਆ ਇਹਦੇ ਵੱਲੋਂ, ਜੇਕਰ ਮਾਇਆ ਦੇ ਪਦਾਰਥਾਂ ਵੱਲੋਂ ਇਹ ਵਿਰਾਗਮਾਨ ਹੋ ਗਿਆ, ਬਿਰਤੀ ਉਦਾਸ ਹੋ ਗਈ, ਉਪਰਾਮ ਹੋ ਗਈ, ਕੋਈ ਉਮੀਦ ਨਹੀਂ ਕਰਦਾ। ਕਹਿੰਦੇ ਤੋ ਤਦ ਹੀ ਸੰਨਿਆਸੀ, ਸਮਝ ਲਓ ਵੀ ਹੁਣ ਅਸਲੀ ਆਸੀ ਜਿਹੜੀ ਆਸਾਂ ਸੁੰਨ ਆਸੀ ਸੰਨਿਆਸੀ, ਉਹ ਐਸੇ ਨੇ ਜਿਹਦੀਆਂ ਆਸਾਂ ਸੁੰਨ ਹੋ ਜਾਣ। ਤੇ ਉਹਨੂੰ ਕਹਿ ਸਕਦੇ ਹਾਂ ਵੀ ਇਹ ਸੰਨਿਆਸ ਆਸਮ ਧਰਨ ਵਾਲਾ, ਇਹ ਇਹੋ ਜਿਹਾ ਤਿਆਗੀ ਹੋਣਾ ਸ੍ਰੇਸ਼ਟ ਹੈ, ਜਿਹੜਾ ਕੱਲਾ ਸੰਨਿਆਸੀ ਬਣੇ ਪਦਾਰਥ ਇਕੱਠਾ ਕਰਦਾ ਫਿਰੇ, ਉਹਨੂੰ ਨਹੀਂ ਮਹਾਰਾਜ ਮੰਨਦੇ ਸੰਨਿਆਸੀ। ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਜੇ ਜਤ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਹੈ ਤਾਂ ਜੋਗੀ ਹੈ, ਜੋਗਾਸ ਚਿਤ ਬਿਰਤੀ ਨਿਰੋਧਾ, ਤਾਂ ਫਿਰ ਉਹਨੂੰ ਪਰਮੇਸ਼ਰ ਵਿੱਚ ਜੋਗੀ ਜੁੜਿਆ ਹੋਇਆ ਹੈ, ਸਮਝ ਲਓ ਵੀ ਇਹ ਜੁੜਿਆ ਹੋਇਆ ਹੈ, ਤੇ ਉਹਨੂੰ ਕਹਿ ਸਕਦੇ ਹਾਂ ਵੀ ਇਹ ਜੋਗੀ ਹੈ। ਜੇ ਜਤ ਨਹੀਂ ਹੈ ਤਾਂ ਫਿਰ ਉਹ ਕਾਇਆ ਦੇ ਭੋਗੀ, ਗ੍ਰਸਤੀਆਂ ਵਾਲੀ ਆ ਕਾਇਆ, ਫਿਰ ਉਹਦੀ ਚਾਹੇ ਸਾਧ ਹੀ ਬਣਿਆ ਫਿਰਦਾ ਹੈ। ਸੋ ਇਸ ਕਰਕੇ ਜਾਂ ਜਤ ਦੁਬਾਰੇ ਬੋਲਦੇ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਤੇ ਜੇ ਉਸ ਨੇ ਪਰਮੇਸ਼ਰ ਵਿੱਚ ਜੋਗੀ ਜੁੜਿਆ ਹੋਇਆ ਹੈ, ਜੋਗਾਸ ਚਿਤ ਬਿਰਤੀ ਨਿਰੋਧਾ, ਠੀਕ ਹੈ, ਨਹੀਂ ਤਾਂ ਫਿਰ ਕਾਇਆ ਭੋਗੀ, ਉਹ ਫਿਰ ਗ੍ਰਸਤੀਆਂ ਵਾਲੀ ਕਾਇਆ ਸਰੀਰ ਹੈ, ਭੋਗ ਪਦਾਰਥ ਭੋਗ ਰਿਹਾ ਹੈ। ਜੇ ਜਤ ਆਦ ਕਾਇਮ ਹੈ ਤਾਂ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਇਕਾਗਰਤਾ ਰੂਪ ਜੋਗੀ ਜੁੜੀ ਹੋਈ ਹੈ, ਤੇ ਤਾਂ ਤਦ ਕਾਇਆ ਬੁੱਧੀ ਅੰਦਰ ਬ੍ਰਹਮਾਨੰਦ ਜੋਗਾਨੰਦ ਦੇ ਤਾਂ ਹੀ ਭੋਗੀ ਭੋਗੇਗਾ, ਆਨੰਦ ਮਾਣੇਗਾ ਉਹ। ਕਿਉਂਕਿ ਜਿਹਦੇ ਅੰਦਰ ਬਿੰਦ ਸ਼ਕਤੀ ਜ਼ਿਆਦਾ ਹੋਵੇ ਉਹਦਾ ਮਨ ਧੀਰਜ ਵਾਲਾ ਹੁੰਦਾ ਹੈ। ਜਿਹਦੇ ਮਨ ਦੇ ਵਿੱਚ ਚੰਚਲਤਾ ਦਿਖ ਰਹੀ ਹੈ ਨਾ ਵੀ ਬਹੁਤ ਹੀ ਚੰਚਲ ਹੈ, ਉਹਦੇ 'ਚ ਖੂਨ ਜ਼ਿਆਦਾ ਹੁੰਦਾ ਹੈ, ਉਹ ਬਹੁਤ ਚੰਚਲ ਹੋਊਗਾ। ਜਿਹਦੇ 'ਚ ਬਹੁਤੀ ਗੰਦਗੀ ਜਮ੍ਹਾਂ ਰਹਿੰਦੀ ਹੋਵੇ, ਪੇਟ ਪੂਰਾ ਸਾਫ਼ ਨਾ ਹੁੰਦਾ ਹੋਵੇ, ਉਹ ਸੁਸਤ ਰਹੂਗਾ, ਹਰ ਵਕਤ ਊਂ ਉਂਘੀ ਜਾਊਗਾ। ਇਸ ਕਰਕੇ ਇਹ ਬਿੰਦ ਰੱਖਣ ਦੀ ਬਾਤ ਤਾਂ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ, ਐਵੇਂ ਥੋੜੀ ਹੈ ਮਹਾਰਾਜ ਨੇ ਅੱਗੇ ਦੱਸਦੇ ਹਨ ਜੀ। ਦਇਆ ਦਿਗੰਬਰ ਦੇਹ ਵਿਚਾਰੀ। ਸਰੀਰ ਦੇ ਅੰਦਰ ਦਇਆ, ਰਹਿਮ ਕਰਨਾ ਆਦ ਇਹ ਸ਼ੁਭ ਗੁਣ, ਇਹਨਾਂ ਦੀ ਵਿਚਾਰੀ ਵਿਚਾਰ ਕਰਨ ਵਾਲਾ, ਦਿਗੰਬਰ ਦਿਸ਼ਾ ਰੂਪੀ ਵਸਤਰ ਪਹਿਨਣ ਵਾਲਾ, ਜਿਹੜਾ ਹੋਰ ਵਸਤਰ ਨਾ ਪਾਣੇ ਉਹਨੂੰ ਦਿਗੰਬਰ ਕਹਿੰਦੇ ਨੇ। ਦਿਸ਼ਾ ਦੇ ਅੰਬਰ ਵਸਤਰ ਹੀ ਹੈ, ਉਹਦਾ ਨਾਗਾ ਹੋਣਾ ਸਫਲ। ਜਿਹਦੇ ਅੰਦਰ ਦਇਆ ਹੀ ਨਹੀਂ ਹੈ ਉਹ ਚਾਹੇ ਨੰਗਾ ਹੋਇਆ ਫਿਰਦੇ, ਪਸ਼ੂ ਥੋੜੇ ਫਿਰਦੇ ਨੇ, ਸ਼ੇਰ ਵੀ ਤਾਂ ਨੰਗੇ ਰਹਿੰਦੇ ਨੇ, ਮਾਰ ਮਾਰ ਕੇ ਜੀਵਨ ਖਾ ਰਹੇ ਆ, ਉਹ ਕਿਹੜੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੇ। ਜਿਹੜਾ ਹਰੇਕ ਜੀਵਾਂ ਉੱਪਰ ਦਇਆ ਕਰਦਾ ਹੈ ਤੇ ਉਸੇ ਦੀ ਹੀ ਦਿਗੰਬਰ ਨਾਗੇ ਦੀ ਦੇਹ ਕਾਇਆ ਵਿਚਾਰੀ ਹੋਈ ਸਮਝੀ ਜਾਂਦੀ ਹੈ। ਇਹ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਨਾਗੇ ਆਦਿਕਾਂ ਨੂੰ। ਆਪ ਮਰੈ ਅਵਰਾ ਨਹਿ ਮਾਰੀ। ਆਪ ਆਪਣੇ ਆਪ ਦੀ ਹੰਗਤਾ ਜੀਵ ਭਾਵ ਵੱਲੋਂ ਮਰੇ ਮਰਨਾ ਕਰੇ, ਅਵਰਾ ਹੋਰ ਕਿਸੇ ਨੂੰ ਦੋਸ਼ ਰੋਪਣ ਰੂਪੀ ਮਾਰੀ ਮਾਰਨਾ ਨਾ ਕਰੇ, ਹੋਰ ਨੂੰ ਕਿਸੇ ਨੂੰ ਤਰਕਾਂ ਆਦ ਮਾਰ ਕੇ ਮਾਰਨਾ ਨਾ ਕਰੇ, ਆਪ ਹੀ ਜੀਵਤ ਭਾਵ ਤੋਂ ਮਰਨਾ ਕਰੇ, ਅਵਰਾ ਹੋਰਨਾਂ ਨੂੰ ਹੰਗਤਾ ਨੂੰ ਵੀ, ਹੋਰਨਾਂ ਦੀ ਹੰਗਤਾ ਨੂੰ ਵੀ ਮਾਰ ਦੇਵੇ, ਭਾਵ ਸ਼ੁਭ ਸਿੱਖਿਆ ਦੇਵੇ। ਤੇ ਇਸ ਤਰ੍ਹਾਂ ਦੀ ਸਿੱਖਿਆ ਹੈ ਮਹਾਰਾਜ ਦੀ। ਏਕ ਤੂੰ ਹੋਰ ਵੀਸ ਬਹੁ ਤੇਰੇ। ਮਹਾਰਾਜ ਸਾਹਿਬ ਕਹਿੰਦੇ ਹੈ ਪਰਮੇਸ਼ਰ ਇੱਕ ਤੂੰ ਸਾਰੇ ਵਿਆਪਕ ਹੈ, ਹੋਰ ਅਨੇਕਾਂ ਸਰਗੁਣ ਸਰੂਪ ਧਾਰਨ ਤੇਰੇ, ਤੁਹਾਡੇ ਹੀ ਬਹੁਤ ਸਾਰੇ ਬੇਸ ਲਿਬਾਸ ਨੇ, ਤੁਹਾਡੇ ਆਪ ਹੀ ਧਾਰਨ ਕੀਤੇ ਹੋਏ ਨੇ। ਨਾਨਕ ਜਾਣੈ ਚੋਜ ਨਾ ਤੇਰੇ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਹੇ ਮਹਾਰਾਜ ਤੁਹਾਡੇ ਜਿਹੜੇ ਚੋਜ ਕੌਤਕ ਨੇ ਉਹ ਨਹੀਂ ਜਾਣੇ ਜਾ ਸਕਦੇ, ਸਮਝੇ ਨਹੀਂ ਜਾ ਸਕਦੇ। ਮਹਾਰਾਜ ਤੂੰ ਕੀ ਕਰਦਾ ਹੈ, ਇਹ ਤੁਹਾਡੇ ਆਪ ਮਹਾਰਾਜ ਆਪਣੀ ਤੁਹਾਡੀ ਖੇਡ ਹੈ ਸੰਸਾਰ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ। ਇਹ ਸ਼ਬਦ
ਜਿਗਿਆਸੂ ਤੇ ਤਤਵੇ ਤੇ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਕਥਨ ਕਰਦੇ ਹਨ। ਏਕ ਨਾ ਭਈਆ ਗੁਣ ਕਰ ਧੂਵਾ। ਇਹ ਭਾਈ ਪਰਮੇਸ਼ਰ ਅੱਗੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਮੇਰੀ ਦੇਹ ਜਿਹੜੀ ਹੈ ਕੋਈ ਇੱਕ ਔਗਣ ਕਰਕੇ ਨਾ ਨਹੀਂ ਭਰੀ ਹੋਈ। ਭਾਵ ਇਹਦੇ 'ਚ ਇੱਕ ਅੱਧਾ ਔਗਣ ਨਹੀਂ ਹੈ, ਸਾਰੀ ਔਗਣ ਦੀ ਭਰੀ ਹੋਈ ਹੈ। ਇਸ ਕਰਕੇ ਇਹਨਾਂ ਨੂੰ ਇੱਕ ਅੱਧੇ ਗੁਣ ਦੇ ਨਾਲ, ਉਪਕਾਰ ਕਰਨ ਦੇ ਨਾਲ, ਥੋੜਾ ਜਿਹਾ ਪੁੰਨ ਕਰਨ ਦੇ ਨਾਲ ਗੁਣ ਕਰ ਧੋਵਾਂ, ਇਹ ਧੋਤੀ ਨਹੀਂ ਜਾ ਸਕਦੀ। ਸਾਡੇ ਵਿੱਚ ਬੇਅੰਤ ਔਗਣ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ। ਇੱਕ ਅੱਧੇ ਗੁਣ ਦੇ ਨਾਲ ਧੋਤੇ ਨਹੀਂ ਜਾਂਦੇ। ਮਹਾਰਾਜ ਕਿਰਪਾ ਕਰੋ। ਮੇਰਾ ਸਹੁ ਜਾਗੈ ਹਉ ਨਿਸ ਭਰ ਸੋਵਾ। ਤੇ ਮੇਰਾ ਸਾਡਾ ਸਹੁਪਤੀ ਅਕਾਲ ਪੁਰਖ ਉਹ ਸਦਾ ਹੀ ਜਾਗਦਾ ਹੈ, ਪਰ ਹਉ ਮੈਂ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧੀ ਨੇਤਰ ਜਿਹੜੇ ਨੇ ਇਹ ਬੰਦ ਹੋਏ ਪਏ ਨੇ। ਇਹ ਨੀਂਦ ਭਰ ਭਰ ਕੇ ਸੁੱਤੀ ਹੋਈਆਂ ਮੈਂ ਮਹਾਰਾਜ। ਜਗਿਆਸੂ ਰੂਪ ਇਸਤਰੀ ਕਹਿੰਦੀ ਅਵਸਥਾ ਰੂਪ ਰਾਤ ਵਿੱਚ ਸਾਡੀ ਬੁੱਧੀ ਪਦਾਰਥਾਂ ਦੇ ਮੋਹ ਵਿੱਚ ਸੁੱਤੀ ਪਈ ਹੈ ਜੀ। ਏਉ ਕਿਉ ਕੰਤ ਪਿਆਰੀ ਹੋਵਾ। ਇਹ ਮਹਾਰਾਜ ਕਿਰਪਾ ਕਰੋ, ਇਹ ਮਹਾਤਮਾ ਰੂਪ ਸਖੀਓ, ਇਉਂ ਇਸ ਪ੍ਰਕਾਰ ਕਿਵੇਂ ਕੰਤਪਤੀ ਅਕਾਲ ਪੁਰਖ ਨੂੰ ਪਿਆਰੀ ਹੋਵਾਂ, ਕਿਵੇਂ ਹੋ ਸਕਦੀ ਹਾਂ। ਸਹੁ ਜਾਗੈ ਹਉ ਨਿਸ ਭਰ ਸੋਵਾ। ਮੇਰਾ ਸਹੁਪਤੀ ਅਕਾਲ ਪੁਰਖ ਤੇ ਉਹ ਸਦਾ ਹੀ ਜਾਗਦਾ ਹੈ, ਪਰ ਮੈਂ ਹਉ ਅਵਿਦਿਆ ਰੂਪੀ ਨਿਸ ਰਾਤ ਵਿੱਚ ਮਨ ਬੁੱਧ ਰੂਪੀ ਨੇਤਰ ਪਦਾਰਥਾਂ ਦੀ ਇੱਛਾ ਰੂਪ ਦੇ ਵਿੱਚ ਨੀਂਦ ਭਰ ਭਰ ਕੇ ਸੁਬਾਹ ਸੁੱਤੀ ਪਈ ਹਾਂ ਮਹਾਰਾਜ। ਰਹਾਉ। ਤੇ ਮਹਾਰਾਜ ਸਾਹਿਬ ਜੀ ਅੱਗੇ ਰਹਾਉ ਦੇ ਕੇ ਫਰਮਾਨ ਕਰਦੇ ਹਨ ਜੀ। ਆਸ ਪਿਆਸੀ ਸਿਜੈ ਆਵਾ। ਹੁਣ ਜਗਿਆਸੂ ਪੁਰਸ਼ ਜਿਹੜਾ ਵੀ ਉਹ ਅਵਸਥਾ ਜਿਹੜੀ ਜਗਿਆਸੂ ਦੀ ਹੈ ਉਹ ਕਥਨ ਕਰਦੇ ਨੇ। ਮਹਾਰਾਜ ਕਹਿੰਦੇ ਜਗਿਆਸੂ ਰੂਪ ਇਸਤਰੀ ਮਹਾਤਮਾ ਤਤਵੇ ਤੇ ਅੱਗੇ ਬੇਨਤੀ ਕਰਦੀ ਹੈ, ਹੇ ਮਹਾਤਮਾ ਰੂਪ ਸਖੀਓ, ਮੈਂ ਸੁਣਿਆ ਹੈ ਕਿ ਪਤੀ ਪਰਮਾਤਮਾ ਅੰਤਰਮੁਖ ਬਿਰਤੀ ਹੋਣ ਕਰਕੇ ਉਹ ਅੰਤਸਕਰਨ ਰੂਪੀ ਸੇਜਾ ਦੇ ਉੱਤੇ ਸੇਜਾ ਤੇ ਆਵਾ ਆਉਂਦਾ ਹੈ, ਤੇ ਸਾਡੀ ਬਿਰਤੀ ਇਸੇ ਆਸ ਉਮੀਦ ਵਿੱਚ ਪਿਆਸੀ ਚਾਹਵਾਨ ਹੋ ਰਹੀ ਹੈ ਕਿਤੇ ਇੱਧਰ ਵੀ ਆਵੇਗਾ। ਆਗੇ ਸਹਿ ਭਾਵਾ ਕਿ ਨਾ ਭਾਵਾ। ਪਰ ਇਹ ਸ਼ੰਕਾ ਨਾਲ ਹੈ ਕਿ ਅੱਗੇ ਸਹਿਪਤੀ ਪਰਮਾਤਮਾ ਨੂੰ ਭਾਵਾਂ ਚੰਗੀ ਲੱਗਾਂਗੀ ਕਿ ਨਹੀਂ ਚੰਗੀ ਲੱਗਾਂਗੀ। ਤੇ ਇਸ ਕਰਕੇ ਫਰਮਾਨ ਕਰਦੇ ਨੇ ਮਹਾਰਾਜ ਕਿਰਪਾ ਕਰੋ, ਕਿਉਂਕਿ ਜਿਸ ਪ੍ਰਕਾਰ ਤੁਹਾਡੀ ਮਹਾਤਮਾ ਦੀ ਪਰਮੇਸ਼ਰ ਦੇ ਵਿੱਚ ਸ਼ਰਧਾ ਹੈ, ਤੁਸੀਂ ਉਸ ਨੂੰ ਰੋਮ ਰੋਮ ਕਰਕੇ ਵੇਖ ਲਿਆ, ਤੇ ਉਹ ਮੈਂ ਦੇਖਣਾ ਚਾਹੁੰਦੀ ਹਾਂ। ਥੋੜਾ ਵੀ ਚੇਤੇ ਨਹੀਂ ਕਰਦੀ ਮੈਂ ਤਾਂ। ਦੂਸਰਾ ਮੇਰੇ ਵਿੱਚ ਔਗੁਣ ਬਹੁਤੇ ਹਨ। ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਤੇ ਇਹ ਮਾਈ ਮਾਤਾ ਪਿਤਾ ਦੀ ਨਿਆਈ ਮਹਾਤਮਾ ਨੂੰ ਸਖੀਓ, ਮੈਂ ਕਿਹਾ ਕੀ ਜਾਣਨਾ ਕਰਾਂ ਕਿ ਮੇਰਾ ਕੀ ਹਾਲ ਹੋਵੇਗਾ ਪ੍ਰਲੋਕ ਵਿੱਚ। ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਹਰੀ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਰਿਹਾ ਨਹੀਂ ਜਾ ਸਕਦਾ। ਮਹਾਰਾਜ ਕਿਰਪਾ ਕਰੋ। ਰਹਾਉ। ਅਸਥਾਈ ਦੇ ਕੇ ਫਰਮਾਉਂਦੇ ਨੇ, ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ। ਮਹਾਤਮਾ ਰੂਪ ਸਖੀ ਨੇ ਪੁੱਛਿਆ ਕਿ ਪਛਤਾਵਾ ਕਿਉਂ ਕਰਦੀ ਹੈ? ਤਾਂ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਮਹਾਰਾਜ ਮੇਰੇ 'ਚ ਪ੍ਰੇਮ ਪਿਆਰ ਦਾ ਰਸ ਨਾ ਨਹੀਂ ਚਾਖਿਆ ਮੈਂ। ਪ੍ਰੇਮ ਨਹੀਂ ਹੈ, ਭਾਵ ਧਾਰਿਆ ਨਹੀਂ ਪ੍ਰੇਮ, ਜਿਸ ਕਰਕੇ ਮੇਰੀ ਪਦਾਰਥਾਂ ਦੀ ਰਸਾਂ ਕਸਾਂ ਦੀ ਇਹ ਜਿਹੜੀ ਤ੍ਰਿਸ਼ਨਾ ਨਾ ਨਹੀਂ ਬੁਝਦੀ ਨਹੀਂ ਹੈ। ਇਹ ਨਹੀਂ ਬੁਝੀ ਹੈ, ਤ੍ਰਿਸ਼ਨਾ ਬਹੁਤੀ ਹੋ ਰਹੀ ਹੈ ਪਦਾਰਥਾਂ ਦੀ, ਇਹ ਨਿਵਰਤ ਨਹੀਂ ਹੋਈ ਹੈ। ਗਿਆ ਸੋ ਜੋਬਨ ਧਨ ਪਛਤਾਨੀ। ਸੋ ਉਹ ਸ੍ਰੇਸ਼ਟ ਜੋਬਨ ਜਵਾਨੀ ਕਿਹੜੀ ਸ਼ੌਕ ਅਵਸਥਾ, ਉਹਦਾ ਸਮਾਂ ਗਿਆ ਚਲਿਆ ਗਿਆ, ਮੇਰੇ ਕੋਲੋਂ ਸ਼ੌਕ ਨਹੀਂ ਰਿਹਾ ਰੱਬ ਨੂੰ ਮਿਲਣ ਦਾ। ਇਸ ਕਰਕੇ ਮੇਰੀ ਅਭਾਸ਼ ਬਿਰਤੀ ਰੂਪੀ ਧਨ ਜਿੰਦ ਪੁਸ਼ਤਾਨੀ ਪਛਤਾਵਾ ਕਰਦੀ ਹੈ ਜੀ। ਅਜੈ ਸੋ ਜਾਗੋ ਆਸ ਪਿਆਸੀ। ਤੇ ਅਜੇ ਹੁਣ ਤੱਕ ਸੋ ਉਹ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਰੂਪ ਆਸ ਉਮੀਦ ਦੀ ਪਿਆਸੀ ਤਿਹਾਈ ਹੋਣ ਕਰਕੇ ਜਾਗੋ ਜਾਗ ਰਹੀ ਹਾਂ। ਭਈਲੇ ਉਦਾਸੀ ਰਹੋ ਨਿਰਾਸੀ। ਮੇਰੀ ਬਿਰਤੀ ਪਦਾਰਥਾਂ ਦੀ ਪ੍ਰਾਪਤੀ ਰੂਪ ਇੱਛਾ ਤੋਂ ਉਦਾਸੀ ਉਪਰਾਮ ਭਈਲੇ ਹੋ ਗਈ ਹੈ, ਪਰ ਪਰਮੇਸ਼ਰ ਦੇ ਦਰਸ਼ਨ ਨਾ ਹੋਣ ਕਰਕੇ ਨਿਰਾਸਤਾ ਹੋ ਰਹੀ ਹੈ ਕਿ ਅਜੇ ਸੋ ਰੱਬ ਨਾ ਭੋਗੜਿਓ। ਦੇਖ ਬੰਦੇ ਦੇ ਭਾਗ,
ਇਹਦੇ ਸਹਿਜ ਸਿਉ ਰਹਿੰਦੀ ਹਾਂ ਜੇ। ਰਹਾਉ ਅਸਥਾਈ ਦੇ ਕੇ ਕਹਿੰਦੇ ਐ ਹਉਮੈ ਖੋਏ ਕਰੇ ਸੀਗਾਰ। ਅੱਗੇ ਮਹਾਤਮਾ ਤਤ ਬੇਤਿਆਂ ਰੂਪ ਸਖੀਆਂ ਜਿਗਿਆਸੂ ਰੂਪ ਇਸਤਰੀ ਨੂੰ ਸਮਝਾਉਂਦੀਆਂ ਹੋਈਆਂ ਕਹਿੰਦੀਆਂ ਹਨ। ਬੋਲਿਓ ਜੀ। ਹਉਮੈ ਖੋਏ ਕਰੇ ਸੀਗਾਰ। ਇਹ ਸਖੀ ਜੇਕਰ ਤੂੰ ਆਪਣੀ ਦੇਹ ਦੇ ਅੰਦਰੋਂ ਗੁਣਾਂ ਦੀ, ਵਿਦਿਆ ਦਾ, ਪਦਾਰਥਾਂ ਦਾ, ਇਹ ਸਾਰਿਆਂ ਦਾ ਜਿਹੜਾ ਹੰਕਾਰ ਹੈ, ਹਉਮੈ ਹੰਗਤਾ ਜਿਹੜੀ ਹੈ, ਇਹਨੂੰ ਹੰਗਤਾ ਮਮਤਾ ਨੂੰ ਖੋਹਣ ਭਾਵ ਨਿਵਰਤ ਕਰਨ ਰੂਪ ਸ਼ਿੰਗਾਰ ਕਰ ਲਵੇਂ ਨਾ, ਇਹ ਸ਼ਿੰਗਾਰ ਪਾਉਂਦਾ ਪਰਮਾਤਮਾ ਨੂੰ। ਇਹ ਸ਼ਿੰਗਾਰ ਹੋਣਾ ਚਾਹੀਦਾ ਹੈ। ਜੇ ਤੂੰ ਐਸਾ ਸ਼ਿੰਗਾਰ ਕਰੇਂਗੇ ਜਾਂ ਸ਼ੁਭ ਗੁਣਾ ਰੂਪੀ ਸ਼ਿੰਗਾਰ ਕਰੇਂਗੇ ਤੋ ਕਾਮਣ ਸੀਜੈ ਰਵੈ ਪ੍ਰਤਾਰ। ਇਹ ਜਿਗਾਸੂ ਰੂਪ ਕਾਮਣੀ ਇਸਤਰੀ ਹੈ ਤਾਂ ਤਦ ਤੇਰੀ ਅਭਾਸ ਬਿਰਤੀ ਅੰਤਸਕਰਨ ਰੂਪੀ ਸੇਜਾ ਦੇ ਉੱਪਰੇ ਸਾਖੀ ਚੇਤ ਰੂਪ ਪਤਾਰ ਪਤੀ ਦੇ ਆਨੰਦ ਤਾਈ ਮਾਨਣਾ ਕਰੇਗੀ। ਸੋ ਇਸ ਕਰਕੇ ਤੂੰ ਇਸ ਤਰੀਕੇ ਦੇ ਨਾਲ ਚੇਤੇ ਕਰ ਉਸਨੂੰ। ਤਉ ਨਾਨਕ ਕੰਤੈ ਮਨ ਭਾਵੈ। ਸਤਿਗੁਰੂ ਜੀ ਫਰਮਾਨ ਉਚਾਰਨ ਕਰਦੇ ਕਿ ਤਉ ਤਦ ਪਰਮੇਸ਼ਰ ਰੂਪੀ ਪਤੀ ਦੇ ਮਨ ਚਿੱਤ ਦੇ ਵਿੱਚ ਤੂੰ ਭਾ ਜਾਏਂਗੀ ਅਤੇ ਦੁਨੀਆ ਦੁਆਰਾ ਪ੍ਰਾਪਤ ਹੋਣ ਵਾਲੀਆਂ ਜਿਹੜੀਆਂ ਵਡਾਈਆਂ ਆਦਿ ਦੱਸਦੇ ਨੇ। ਛੋੜ ਵਡਾਈ ਆਪਣੇ ਖਸਮ ਸਮਾਵੈ। ਤੇ ਜਿਹੜੀਆਂ ਸੰਸਾਰ ਦੀਆਂ ਵਡਿਆਈਆਂ ਨੇ ਉਹਨਾਂ ਦੀ ਇੱਛਾ ਹੈ ਇਹਨੂੰ ਛੱਡ ਦੇ, ਆਪਣੇ ਖਸਮ ਮਾਲਕ ਵਿੱਚ ਸਮਾ ਜਾਏਗੀ। ਆ ਬੋਲਦੇ ਜੀ ਰਹੋ, ਫਿਰ ਸਾਰੇ ਇਕੱਠੇ ਹੋ ਜਾਣ। ਰਹਾਉ ਤੇ ਇਉਂ ਸਾਧ ਸਿੰਘ ਅਸਥਾਈ ਹੈ। ਇਹ ਸਾਧ ਸਿੰਘ ਜੀ ਇਸ ਸ਼ਬਦ ਵਿੱਚ 4 ਰਹਾਉ ਆਏ ਹੈ, ਜਿਸ ਦਾ ਭਾਵ ਇਹ ਹੈ ਵੀ ਪਹਿਲੇ ਰਹਾਉ ਤੱਕ ਜਿਹੜਾ ਜਗਿਆਸੂ ਦੀ ਵਿਯੋਗ ਅਵਸਥਾ ਕਥਨ ਕੀਤੀ ਹੈ, ਦੂਸਰੇ ਔਰ ਤੀਸਰੇ ਚ ਪਰਮੇਸ਼ਰ ਦੀ ਪ੍ਰਾਪਤੀ ਦੀ ਆਸ ਉਮੀਦ, ਤੇ ਚੌਥੇ ਰਹਾਉ ਦੇ ਵਿੱਚ ਪ੍ਰਾਪਤੀ ਦੱਸੀ ਹੈ। ਇਸ ਪ੍ਰਕਾਰ ਦਾ ਇਹਦਾ ਸਿਧਾਂਤ ਹੈ। ਇਹ 2 ਭਾਵ ਜਾਣਨੇ ਇਸ ਦੇ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਹੀ ਮਹਾਰਾਜ ਦੀ ਅੱਗੇ ਸ਼ਬਦ ਉਚਾਰਨ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ। ਇਹ ਰੂਪ ਕਲੰਕਾਰ ਹੀ ਹੈ। ਜੀਵ ਕੜੈ ਧਨ ਖਰੀ ਇਆਣੀ। ਜੀਵ ਰੂਪ ਧਨ ਇਸਤਰੀ ਸੰਸਾਰ ਰੂਪੀ ਪੇਕੇ ਘਰ ਵਿੱਚ ਬਹੁਤ ਇਆਣੀ ਅਗਿਆਤ ਹੋ ਰਹੀ ਹੈ। ਇਹ ਰੂਪ ਕਲੰਕਾਰ ਲਿਆ ਵੀ ਜਿਵੇਂ ਕੋਈ ਪੇਕੇ ਰਹਿੰਦੀ ਹੋਈ ਉਹਨੂੰ ਸਮਝੇ ਨਹੀਂ ਵੀ ਪਤੀ ਦੀ ਸੇਵਾ ਕਿਵੇਂ ਕਰਨੀ ਹੈ, ਸੱਸ ਸਹੁਰੇ ਨਾਲ ਕਿਵੇਂ ਵਰਤਣਾ ਹੈ, ਉਹਨੂੰ ਅਣਜਾਣ ਕਹਿੰਦੇ ਨੇ। ਫਿਰ ਇਹਨੇ ਕੋਈ ਚੱਜ ਚਾਰ ਸਿੱਖਿਆ ਨਹੀਂ ਹੈ, ਇਆਣੀ ਹੋ ਰਹੀ ਹੈ ਬੇਸਮਝ। ਇਸੇ ਤਰ੍ਹਾਂ ਜਿਹੜੀ ਸਾਡੀ ਅਭਾਸ਼ ਬਿਰਤੀ ਹੈ, ਪੇਵ ਕੜੈ ਧਨ ਖਰੀ ਇਆਣੀ, ਅਭਾਸ਼ ਬਿਰਤੀ ਰੂਪੀ ਧਨ ਇਸਤਰੀ ਸੰਸਾਰਾਕਾਰ ਜਿਹੜੀ ਬਿਰਤੀ ਹੋਣ ਰੂਪੀ ਪੇਵ ਕੜੈ, ਇਹ ਪੇਕੇ ਘਰ ਵਿੱਚ ਖਰੀ ਅਤਿਅੰਤ ਇਆਣੀ ਅਗਿਆਤ ਹੋ ਰਹੀ ਹੈ। ਤਿਸ ਸਹਿ ਕੀ ਮੈਂ ਸਾਰ ਨ ਜਾਣੀ। ਤੁਸ ਉਹ ਸਹਿ ਪਤੀ ਪਰਮੇਸ਼ਰ ਦੀ ਸਾਰ ਖਬਰ ਨਹੀਂ ਜਾਣੀ ਹੈ। ਇਹ ਉਹ ਕੈਸਾ, ਉਹਦੇ ਲਈ ਕਦੇ ਚਿੰਤਤ ਹੀ ਨਹੀਂ ਹੋਈ ਹੈ ਵੀ ਮੈਨੂੰ ਉਹਦੀ ਪ੍ਰਾਪਤੀ ਕਰਨਾ ਹੀ ਚਾਹੀਦੀ ਹੈ। ਖਬਰ ਨਹੀਂ ਜਾਣੀ, ਬੇਸਮਝ ਰਹੀ ਹੈ। ਸੋ ਮੇਰਾ ਏਕ ਦੂਜਾ ਨਹੀਂ ਕੋਈ। ਤੇ ਉਹ ਪਰਮੇਸ਼ਰ, ਦੁਬਾਰੇ ਬੋਲੇ ਜੀ। ਸੋ ਮੇਰਾ ਏਕ ਦੂਜਾ ਨਹੀਂ ਕੋਈ। ਤੇ ਉਹ ਮੇਰਾ ਪਰਮੇਸ਼ਰ ਸੋ ਮੇਰਾ ਏਕ, ਮੇਰਾ ਸਾਡਾ ਸਹੁ ਪਤੀ ਏਕ ਇੱਕ ਅਕਾਲ ਪੁਰਖ ਹੀ ਹੈ ਤੇ ਦੂਸਰਾ ਹੋਰ ਕੋਈ ਨਹੀਂ ਹੈ। ਕੋਈ ਦੇਵੀ ਦੇਵਤੇ ਨੂੰ ਨਹੀਂ ਅਸੀਂ ਮੰਨਦੇ, ਉਹਨਾਂ ਨੇ ਮਾਲਕ ਨਹੀਂ ਬਣਾਇਆ। ਨਦਰ ਕਰੇ ਮਿਲਾਵਾ ਹੋਈ। ਜੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਜੇ ਵਾਹਿਗੁਰੂ ਕਰ ਦੇਵੇ ਕਿਰਪਾ ਦ੍ਰਿਸ਼ਟੀ, ਤਾਂ ਉਹਦੇ ਨਾਲ ਮਿਲਾਪ ਹੋ ਸਕਦਾ, ਨਹੀਂ ਹੁੰਦਾ ਹੈ ਇਸ ਤਰ੍ਹਾਂ ਆਪਣੇ ਆਪ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ। ਸਹੁ ਰੜੈ ਧਨ ਸਾਚ ਪਛਾਣਿਆ। ਜਿਨ੍ਹਾਂ ਜੀਰੂ ਧਨ ਇਸਤਰੀਆਂ ਨੇ ਸਹੁਰੇ ਘਰ ਭਾਵ ਪਰਲੋਕ ਵਿੱਚ ਸੁਖ ਪਾਉਣ ਦੇ ਲਈ ਅਭਾਸ਼ ਬਿਰਤੀ ਦੁਆਰਾ ਸੱਚ ਸਰੂਪ ਨੂੰ ਪਛਾਣਨਾ ਕੀਤਾ ਹੈ, ਅਤੇ ਭਾਵ ਸੰਸਾਰਾਕਾਰ ਜਿਹੜੀ ਬਿਰਤੀ ਦੇ ਹੁੰਦਿਆਂ ਸਹੁਰੇ ਘਰ ਰੂਪ ਬ੍ਰਹਮਾਕਾਰ ਬਿਰਤੀ ਕੀਤੀ ਹੈ, ਜਿਨ੍ਹਾਂ ਨੇ ਇੱਥੇ ਹੁੰਦਿਆਂ ਹੋਇਆਂ ਸਹਿਜ ਸੁਭਾਈ ਆਪਣਾ ਪਿਰ ਜਾਣਿਆ। ਉਹਨਾਂ ਨੇ ਸਹਿਜ ਸੁਤੇ ਸਿੱਧੀ ਸੁਭਾਵ ਕੀ ਆਪਣੇ ਪਿਰ ਪਤੀ ਅਕਾਲ ਪੁਰਖ ਨੂੰ ਜਾਣ ਲਿਆ ਹੈ। ਉਹਨਾਂ ਨੇ ਜਾਣ ਲਿਆ ਹੈ। ਗੁਰ ਪ੍ਰਸਾਦੀ ਐਸੀ ਮਤ ਆਵੇ। ਜੇਕਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾਲਤਾ ਕਰਕੇ ਐਸੀ ਅਜਿਹੀ ਮਤ ਬੁੱਧੀ ਆਵੇ, ਆ ਜਾਵੇ, ਬ੍ਰਹਮਾਕਾਰ ਬਿਰਤੀ ਹੋ ਜਾਵੇ, ਤਾਂ ਕਾਮਣ ਕੰਤੈ ਮਨ ਭਾਵੈ। ਤਾਂ ਤਦ ਹੀ ਜੀਵ ਰੂਪ ਕਾਮਣੀ ਇਸਤਰੀ ਪਤੀ ਪਰਮਾਤਮਾ ਦੇ
ਮਨ ਚਿੱਤ ਨੂੰ ਭਾਵੈ ਭਾਉਂਦੀ ਹੈ, ਚੰਗੀ ਲੱਗਦੀ ਹੈ। ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ। ਸੰਸਾਰ ਦੀ ਔਰਤ ਨੂੰ ਵੀ ਉਪਦੇਸ਼ ਤੇ ਜਿਗਿਆਸੂ ਨੂੰ ਵੀ ਉਪਦੇਸ਼। ਰੂਪ ਅਲੰਕਾਰ ਦੁਆਰਾ ਕਈ ਦ੍ਰਿਸ਼ਟਾਂਤਾਂ ਦੇ ਉਹਦੇ ਬਾਹਰ ਉਪਦੇਸ਼ ਨਹੀਂ ਹੁੰਦਾ, ਅੰਤਰੀਵ ਇਹ ਹੁੰਦਾ, ਪਰ ਇਹਦੇ ਚ ਦੋਨੇ ਪਾਸੀਆਂ ਮਹਾਰਾਜ ਨੇ, ਜਿਵੇਂ ਦੇਹੜੀ ਤੇ ਦੀਵਾ ਰੱਖ ਦਈਏ, ਚਾਨਣਾ ਵਿਹੜੇ 'ਚ ਵੀ ਤੇ ਘਰ 'ਚ ਵੀ। ਮਹਾਰਾਜ ਸਾਹਿਬ ਕਹਿੰਦੇ ਨੇ ਸੰਸਾਰ ਦੇ ਸਾਰੇ ਝਗੜੇ ਖਤਮ ਹੋ ਜਾਣ ਜੇ ਸੰਸਾਰ ਦੀ ਔਰਤ ਆਪਣੇ ਪਤੀ ਦੇ ਵਾਸਤੇ 2 ਗੁਣ ਧਾਰਨ ਕਰ ਲਵੇ, 2 ਬਾਲਿਆਂ ਦੀ ਵੀ ਲੋੜ ਨਹੀਂ। ਕਿ ਇੱਕ ਤਾਂ ਪਤੀ ਤਾਂ ਭੈ ਹੋਵੇ, ਇਹਨੂੰ ਡਰ ਰੱਖੇ ਪਤੀ ਦਾ, ਤੇ ਦੂਸਰਾ ਹੈ ਪਤੀ ਦੇ ਨਾਲ ਭਾਵ ਪ੍ਰੇਮ ਹੋਵੇ ਅੰਦਰੋਂ। ਹੁਣ ਪ੍ਰੇਮ ਇੱਕ ਐਸੀ ਚੀਜ਼ ਹੈ ਵੀ ਪਸ਼ੂਆਂ ਨੂੰ ਵੀ ਕਾਬੂ ਕਰ ਲੈਂਦਾ, ਬੰਦਾ ਤਾਂ ਕਿਹਦਾ ਵਿਚਾਰਾ। ਡਰ ਵੀ ਹੋਵੇ, ਪ੍ਰੇਮ ਵੀ ਹੋਵੇ। ਇਹ 2 ਗੱਲਾਂ ਦੇ ਨਾਲ ਮਹਾਰਾਜ ਕਹਿੰਦੇ ਕਹਿਤ ਨਾਨਕ, ਦੁਬਾਰੇ ਬੋਲੋ ਜੀ। ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ। ਜਿਹੜੀ ਔਰਤ ਆਪਣੇ ਪਤੀ ਦਾ ਭੈ ਧਾਰਨ ਕਰੇ ਤੇ ਉਹਦੇ ਨਾਲ ਪ੍ਰੇਮ ਕਰੇ, ਉਹਨੂੰ ਹੋਰ ਸ਼ਿੰਗਾਰ ਕਰਨ ਦੀ ਲੋੜ ਨਹੀਂ। ਬਸ ਸਾਰੇ ਸ਼ਿੰਗਾਰਾਂ ਦਾ ਵੱਡਾ ਸ਼ਿੰਗਾਰ ਇਹੀ ਹੈ। ਸੁਹੱਪਣ ਵਾਸਤੇ ਹੁੰਦਾ ਸ਼ਿੰਗਾਰ, ਇਹੀ ਸੁਹੱਪਣ ਹੈ, ਇਹ ਗੁਣਾਂ ਦਾ ਹੈ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਤਾਂ ਫਿਰ ਉਹ ਐਸੀ ਸੁਹਾਗਣ ਸਦ ਹੀ ਸੀਜੈ ਰਵੈ ਪਧਾਰ। ਉਹ ਫਿਰ ਸਦਾ ਹੀ ਆਪਣੇ ਪਤੀ ਦੇ ਮਿਲਾਪ ਦਾ ਪਧਾਰ, ਪਤੀ ਨੂੰ ਕਹਿੰਦੇ ਨੇ, ਸੇਜਾ ਦੇ ਉੱਤੇ ਰਵੇ, ਆਨੰਦ ਮਾਣਦੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਤਰੀ ਭਾਵ ਦੇ ਵਿੱਚ ਇਹ ਦੱਸਿਆ। ਦੁਬਾਰੇ ਬੋਲ ਦਿਓ ਜੀ। ਕਹਿਤ ਨਾਨਕ ਭੈ ਭਾਵ ਕਾ ਕਰੇ ਸੀਗਾਰ। ਜਿਹੜੇ ਢੰਗ ਨਾਲ ਸੰਸਾਰ ਦੀ ਔਰਤ ਪਤੀ ਨੂੰ ਬਸ ਕਰ ਸਕਦੀ ਹੈ, ਉਸੇ ਢੰਗ ਦੇ ਨਾਲ ਜਿਗਿਆਸੂ ਰੂਪ ਇਸਤਰੀ ਨੂੰ ਉਪਦੇਸ਼ ਹੈ। ਕਹਿਤ ਨਾਨਕ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਇੱਕ ਤਾਂ ਰੱਬ ਦਾ ਡਰ ਧਾਰਨ ਕਰੇ, ਡਰ ਧਾਰਨ ਕਰੂਗਾ ਗਲਤ ਕੰਮ ਨਹੀਂ ਕਰਦਾ। ਦੂਸਰਾ ਰੱਬ ਨਾਲ ਪ੍ਰੇਮ ਕਰੇ, ਜਪ ਤਪ ਰੂਪੀ ਸ਼ਿੰਗਾਰ ਕਰੇ। ਤੇ ਇਹੀ ਸ਼ਿੰਗਾਰ ਹੈ ਜਿਹੜਾ ਪ੍ਰੇਮ ਦਾ ਸ਼ਿੰਗਾਰ ਕਰਨਾ ਹੈ, ਪ੍ਰੇਮ ਦਾ ਹੀ ਸ਼ਿੰਗਾਰ ਕਰੇ ਤਾਂ ਸਾਖੀ ਚੇਤਨ ਰੂਪੀ। ਤੇ ਅੱਗੇ ਬੋਲ ਦਿਓ ਜੀ। ਸਦ ਹੀ ਸੀਜੈ ਰਵੈ ਪਧਾਰ। ਇਹ ਸਾਖੀ ਚੇਤਨ ਰੂਪ ਪਧਾਰ ਪਤੀ ਦੇ ਸਦ ਹਮੇਸ਼ਾ ਹੀ ਅੰਤਿਸ਼ ਕਰਨ ਰੂਪੀ ਸੇਜੈ, ਸੇਜਾ ਤੇ ਆਨੰਦ ਨੂੰ ਰਵੈ ਮਾਨਣਾ ਕਰਦੀ ਹੈ। ਸਖਿਆਤਾਕਾਰ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ। ਹੁਣ ਬੈਰਾਗ ਜਨਕ ਉਪਦੇਸ਼ ਦੇਣਗੇ ਇਹਦੇ ਚ ਮਹਾਰਾਜ ਸਾਹਿਬ ਜੀ। ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਕਿਸੇ ਨੂੰ। ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਵਾਸਤਵ ਦੇ ਵਿੱਚ ਨਾ ਤਾਂ ਕਿਸੇ ਦਾ ਕੋਈ ਪੂਤ ਪੁੱਤਰ ਹੈ ਤੇ ਨਾ ਕੋਈ ਕਿਸੇ ਦੀ ਮਾਈ ਮਾਂ ਹੈ। ਇਹ ਤਾਂ ਐਵੇਂ ਹੀ ਮਿਥਿਆ ਹੀ ਸਨੇਹ ਹੋ ਰਿਹਾ ਹੈ। ਇਹ ਸੰਸਾਰ ਵਿਅਰਥ ਹੈ। ਅੱਗੇ ਦੱਸਦੇ ਝੂਠ ਹੈ, ਝੂਠੈ ਮੋਹੇ ਭਰਮ ਭੁਲਾਈ। ਐਸੇ ਸੰਸਾਰ ਦੇ ਵਿਅਰਥ ਹੀ ਝੂਠੇ ਮਿਥਿਆ ਮੋਹ ਦੇ ਵਿੱਚ ਸਾਰੀ ਸ੍ਰਿਸ਼ਟੀ ਭਰਮ ਭੁਲੇਖੇ ਦੇ ਵਿੱਚ ਭੁੱਲੀ ਹੋਈ ਹੈ। ਭਰਮ ਨੇ ਭੁਲਾ ਦਿੱਤੀ ਹੈ। ਕੋਈ ਕਿਸੇ ਦਾ ਪੁੱਤਰ ਜਾਂ ਮਾਂ ਨਹੀਂ ਹੈ। ਸਾਰੇ ਸਰੀਰ ਭਰਮ ਦੀ ਭੁਲਾਈ ਹੋਈ ਝੂਠੇ ਮੋਹ ਦੇ ਵਿੱਚ ਲੱਗੀ ਹੋਈ ਹੈ। ਮੇਰੇ ਸਾਹਿਬ ਹਉ ਕੀਤਾ ਤੇਰਾ। ਹੇ ਮੇਰੇ ਸਾਹਿਬ ਮਾਲਕ ਅਕਾਲ ਪੁਰਖ, ਹਉ ਮੈਂ ਤੇਰਾ, ਤੁਹਾਡਾ ਹੀ ਪੈਦਾ ਕੀਤਾ ਹੋਇਆ। ਮੈਂ ਕੋਈ ਆਪਣੇ ਆਪ ਥੋੜੀ ਪੈਦਾ ਕੀਤਾ, ਆਪਣੇ ਆਪ ਨਹੀਂ ਮੈਂ ਪੈਦਾ ਹੋਇਆ, ਤੁਸੀਂ ਪੈਦਾ ਕੀਤਾ ਮਹਾਰਾਜ। ਜਾਂ ਤੂੰ ਦੇਹ ਜਪੀ ਨਾਉ ਤੇਰਾ। ਜਦੋਂ ਤੁਸੀਂ ਅੰਮ੍ਰਿਤ ਨਾਮ ਦੀ ਦਾਤ ਦੇਹ ਦੇਵੋਗੇ ਤਦੋਂ ਹੀ ਤੇਰਾ ਤੁਹਾਡਾ ਨਾਮ ਜਪਿਆ ਜਾਵੇਗਾ। ਤੁਸੀਂ ਕਿਰਪਾ ਕਰੋ ਜੀ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ, ਬਹੁਤੇ ਔਗਣ ਕੂਕੈ ਕੋਈ। ਜੇਕਰ ਅਤਿਅੰਤ ਹੀ ਔਗੁਣ ਗੁਨਾਹਾਂ ਵਾਲਾ ਕੋਈ ਪੁਰਸ਼ ਪਰਮੇਸ਼ਰ ਦੇ ਅੱਗੇ ਕੂਕੈ ਪੁਕਾਰ ਕਰਦਾ, ਫਰਿਆਦ ਕਰਦਾ ਰਹੇ। ਜਾ ਤਿਸ ਭਾਵੈ ਬਖਸ਼ੇ ਸੋਈ। ਤੇ ਫਿਰ ਜੋ ਜਾਦ ਅਰਥ ਹੈ ਜਦੋਂ, ਤਿਸ ਉਸ ਪਰਮੇਸ਼ਰ ਨੂੰ ਭਾਵੇ ਭਾ ਜਾਂਦਾ ਤਾਂ ਸੋਈ ਉਹ ਫਰਿਆਦ ਨੂੰ ਸੁਣ ਕਰਕੇ ਉਹਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਤੇ ਰਾਤ ਦਿਨ ਉਹਨੂੰ ਕੂਕਣਾ ਪੈਂਦਾ ਹੈ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਰਾਤ ਦਿਵਸ ਕੇ ਕੂਕਨੇ ਕਹੂੰ ਦਾ ਸੁਣੇ ਪਿਕਾਰ ਕਰੇ ਤਾਂ ਸੁਣੂ ਬਈ।
ਇਉਂ ਬੇਨਤੀਆਂ ਕਰਦੇ ਰਹੀਏ। ਗੁਰ ਪ੍ਰਸਾਦੀ ਦੁਰਮਤ ਖੋਈ, ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਅਸੀਂ ਦੁਰਮਤ ਖੋਟੀ ਮਤ ਖੋਈ ਗਵਾ ਦਿੱਤੀ ਹੈ। ਜਹ ਦੇਖਾਂ ਤਹ ਏਕੋ ਸੋਈ, ਹੁਣ ਜਿੱਥੇ ਵੀ ਦੇਖਾਂ ਵੇਖਦੇ ਹਾਂ ਉੱਥੇ ਸੋਈ ਉਹੀ ਇੱਕ ਅਦਵੈ ਸਰੂਪ ਵਿਆਪਕ ਵਾਹਿਗੁਰੂ ਦੀ ਦ੍ਰਿਸ਼ਟੀ ਆਉਂਦਾ ਹੈ। ਕਹਿਤ ਨਾਨਕ ਐਸੀ ਮਤ ਆਵੇ, ਸਤਿਗੁਰੂ ਜੀ ਕਥਨ ਕਰਦੇ ਨੇ ਜੇਕਰ ਐਸੀ ਇਹੋ ਜਿਹੀ ਮਤ ਸਿੱਖਿਆ ਪ੍ਰਾਪਤ ਹੋ ਜਾਵੇ ਤਾਂ ਕੋ ਸੱਚੇ ਸੱਚ ਸਮਾਵੇ, ਤਾਂ ਤਦ ਹੀ ਕੋਈ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪ ਕਰਕੇ ਸੱਚ ਪਰਮੇਸ਼ਰ ਵਿੱਚ ਸਮਾਵੇ ਅਭੇਦ ਹੋ ਜਾਂਦਾ ਹੈ। ਆਸਾ ਮਹੱਲਾ ਪਹਿਲਾ ਦੋਪਦੇ। ਆਸਾ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਜੀ ਦੋ ਪਦਿਆਂ ਵਾਲਾ ਸ਼ਬਦ ਜਿਹੜਾ ਹੈ ਉਹ ਉਚਾਰਨ ਕਰਦੇ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੀਮ ਖਾਰਨ ਤੀਰਥ ਹੈ ਦੱਖਣ ਦੇ ਵਿੱਚ ਹੈ, ਉੱਥੇ ਗਏ, ਸਿੱਧਾਂ ਦੇ ਨਾਲ ਮੁਲਾਕਾਤ ਹੋਈ ਤੇ ਸਿੱਧਾਂ ਦੇ ਪ੍ਰਸ਼ਨ ਕੀਤੇ ਮਹਾਰਾਜ ਨੂੰ ਕਿ ਤਪਾ ਜੀ ਸੰਸਾਰ ਦੇ ਵਿੱਚ ਨਿਵਾਸ ਕਿਸ ਦਾ ਹੈ, ਇਹਦੀ ਰਚਨਾ ਕਿਸ ਪ੍ਰਕਾਰ ਦੀ ਹੈ। ਦੂਸਰਾ ਇਹ ਸਵਾਲ ਸੀ। ਉੱਤਰ ਦੇ ਵਿੱਚ ਮਹਾਰਾਜ ਸਾਹਿਬ ਨੇ ਫਿਰ ਆਸਾ ਰਾਗ ਦੇ ਅੰਦਰ ਇਹ ਦੋ ਪਦਿਆਂ ਵਾਲਾ ਸ਼ਬਦ ਜਿਹੜਾ ਹੈ ਇਹ ਪਿੱਛੇ 16 ਨਾਮ ਬਾਣੀ ਦੇ ਵਿੱਚ ਵੀ ਸਾਧ ਸੰਗਤ ਜੀ ਆ ਚੁੱਕਿਆ ਹੈ ਤੇ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਜਿਹੜਾ ਭੇਦ ਰੱਖਿਆ ਹੈ ਆਪਾਂ ਪਹਿਲਾਂ ਇਹਦੀ ਥੋੜੀ ਜਿਹੀ ਵਿਚਾਰ ਕਰ ਲਈਏ, ਉਦੋਂ ਬਾਅਦ ਫਿਰ ਸ਼ਬਦ ਦੇ ਅਰਥ ਹੋਣਗੇ। ਜਿਹੜਾ ਤਾਂ 12 ਅੰਗ ਦੇ ਉੱਤੇ ਰਹਿ ਰਾਸ ਦੇ ਵਿੱਚ ਪਿੱਛੇ ਆ ਚੁੱਕਾ ਹੈ ਉੱਥੇ ਕੇਵਲ ਆਸਾ ਮਹੱਲਾ ਪਹਿਲਾ। ਹੁਣ ਜਿਹੜਾ ਆਪਾਂ ਨੇ ਪੜ੍ਹਿਆ ਇਹ ਪੜ੍ਹਿਆ ਆਸਾ ਮਹੱਲਾ ਪਹਿਲਾ ਦੋਪਦੇ, ਇੱਥੇ ਦੋਪਦੇ ਨਾਲ ਸ਼ਬਦ ਲਿਖਿਆ ਹੋਇਆ ਤੇ ਉੱਥੇ 12 ਅੰਗ ਤੇ ਰਹਿ ਰਾਸ ਦੇ ਵਿੱਚ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸ਼ਬਦ ਹੈ ਨਾ, ਉੱਥੇ ਮਹਾਰਾਜ ਸਾਹਿਬ ਨੇ ਹਲੰਤ ਨਹੀਂ ਵਰਤੀ ਹੈ ਤੇ ਇਸ ਕਰਕੇ ਇੱਥੇ ਹਲੰਤ ਜਿਹੜੇ ਹੈ 357 ਅੰਗ ਤੇ ਜਿੱਥੇ ਆਪਾਂ ਹੁਣ ਕਥਾ ਦੇ ਵਿੱਚ ਵਿਚਾਰ ਚੱਲ ਰਹੀ ਹੈ ਉੱਥੇ ਤਿਨ ਕੀ ਸਰਣਾ ਲਿਖਿਆ, ਇੱਥੇ ਪੈਰ 'ਚ ਹਲੰਤ ਹੈ। ਪ੍ਰਣਮਤ ਨਾਨਕ ਤਿਨ ਕੀ ਸਰਣਾ, ਜਿਨ ਤੋਂ ਇੱਥੇ ਜਿਨ ਸ਼ਬਦ ਹੈ ਜਿਹੜਾ ਰਹਿ ਰਸ ਦੇ ਵਿੱਚ ਜਿਨ ਸ਼ਬਦ ਤੇ ਇੱਥੇ ਜਿਨ ਦੇ ਹੇਠਾਂ ਫੇਰ ਹਲੰਤ ਹੈ। ਬਸ ਦੋ ਹਲੰਤਾਂ ਤੇ ਇੱਕ ਜਿਹੜਾ ਨਾਲ ਦੋ ਪਦੇ ਸ਼ਬਦ ਹੈ। ਇਹ ਤਿੰਨ ਭੇਦ ਜਾਣਨੇ ਇਹਦੇ, ਹੋਰ ਕੋਈ ਬਹੁਤਾ ਖਾਸ ਭੇਦ ਨਹੀਂ ਹੈ ਸ਼ਬਦ ਦਾ। ਉਹੀ ਉਥਾਨਕਾ ਹੈ, ਉਹੀ ਲਗਭਗ ਅਰਥ ਹਨ, ਪਰ ਜਾਣਕਾਰੀ ਦੇ ਪੱਖ ਤੇ ਫਿਰ ਇਹ ਜਿੰਨਾ ਪਰਖ ਹੈ ਉਹ ਪਿੱਛੇ ਵੀ ਤਾਂ ਆਪਾਂ ਕਰਦੇ ਆਏ ਹਾਂ, ਇਹਨੂੰ ਜਾਣਨਾ ਜ਼ਰੂਰੀ ਸੀ। ਹਾਂ ਸਿੱਧਾਂ ਦੇ ਨਾਲ ਜੋ ਵਿਚਾਰ ਹੋ ਰਹੀ ਹੈ ਸੁਣੋ ਜੀ। ਤਿਤ ਸਰਵਰੜੈ ਘਾਈਰੇ ਨਿਵਾਸਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਸਿੱਧੋ ਤਿਤ ਤੇ ਸੰਸਾਰ ਰੂਪੀ ਸਰਵਰੜੈ ਸਰੋਵਰ ਦੇ ਵਿੱਚ ਉਸ ਪਰਮੇਸ਼ਰ ਦਾ ਹੀ ਨਿਵਾਸਾ ਬਸਣਾ ਭਈਲੇ ਭਇਆ ਹੋਇਆ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਬਸ ਰਿਹਾ ਹੈ ਤੇ ਹੋਰ ਕੌਣ ਬਸ ਰਿਹਾ ਹੈ। ਤੇ ਫਿਰ ਉਸ ਪਰਮੇਸ਼ਰ ਵਾਹਿਗੁਰੂ ਨੇ ਪਾਣੀ ਪਾਵਕ ਤਿਨ ਹੈ ਕੀਆ, ਉਸੇ ਵਾਹਿਗੁਰੂ ਨੇ ਪਾਣੀ ਜਲ ਪਾਵਕ ਅਗਨੀ ਇਤਿਆਦਿਕ ਵਿਰੋਧੀ ਤੱਤ ਪੈਦਾ ਕਰਕੇ ਸੰਸਾਰ ਨੂੰ ਜਿਉਂਦਾ ਰੱਖਿਆ ਹੋਇਆ। ਸੰਸਾਰ ਦੀ ਰਚਨਾ ਨੂੰ ਬਣਾਉਣਾ ਕੀਆ ਕੀਤਾ ਹੈ। ਤਿਤ ਤਿਸ ਸੰਸਾਰ ਰੂਪੀ ਸਰਵਰੜਾ ਹੈ ਸਰੋਵਰ ਦੇ ਵਿੱਚ ਤੇ ਜਿਨ੍ਹਾਂ ਜੀਵਾਂ ਦਾ ਨਿਵਾਸਾ ਭਈਲੇ ਹੋਇਆ ਉਹਨਾਂ ਜੀਵਾਂ ਨੇ ਪਾਣੀ ਜਲ ਦੀ ਨਿਆਈ ਪਰਉਪਕਾਰ ਜਾਂ ਨਿਮਰਤਾ ਇਤਿਆਦਿਕ ਸੁਭਾਅ ਧਾਰਨ ਕੀਤਾ ਹੋਇਆ ਜਾਂ ਉਹਨਾਂ ਨੇ ਚੰਗਾ ਸੁਭਾਅ ਧਾਰਨਾ ਸੀ। ਜੀਵਾਂ ਨੇ ਇਹ ਚਾਹੀਦਾ ਸੀ ਵੀ ਇਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਲੈਣ, ਪਰ ਉਹਨਾਂ ਨੇ ਪਾਵਕ ਅਗਨੀ ਦੀ ਨਿਆਈ ਦੂਸਰਿਆਂ ਦੇ ਚਿੱਤ ਨੂੰ ਸਾੜਨ ਰੂਪ ਤੇਜ ਸੁਭਾਅ ਈਰਖਾ ਦਵੈਸ਼ ਤਰਕਾਂ ਮਾਰਨੀਆਂ ਇਹ ਧਾਰਨ ਕੀਤਾ ਹੋਇਆ ਹੈ। ਪੰਕ ਜੋ ਮੋਹ ਪਗ ਨਹੀਂ ਚਾਲੈ, ਜਿਹੜਾ ਸੰਸਾਰ ਰੂਪੀ ਸਰੋਵਰ ਪਦਾਰਥਾਂ ਦੇ ਮੋਹ ਰੂਪੀ ਪੰਕ ਚਿੱਕੜ ਜੋ ਪੈਦਾ ਹੋਇਆ, ਜਿਹੜਾ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਦੇ ਮੋਹ ਰੂਪੀ ਪੰਕ ਚਿੱਕੜ ਜੋ ਨਾ ਮੈਂ ਪੈਦਾ ਹੋਣ ਦਾ ਪੈਦਾ ਹੋਇਆ ਤੇ ਉਹਨਾਂ ਜੀਵਾਂ ਦਾ ਮਨ ਰੂਪੀ ਪਗ ਪੈਰ ਉਸ ਚਿੱਕੜ ਦੇ ਵਿੱਚ ਇਹ ਖੁੱਭਿਆ ਰਹਿੰਦਾ ਹੈ। ਪਰਮਾਰਥ ਦੇ ਰਸਤੇ ਉੱਪਰ ਨਹੀਂ ਚੱਲਦੇ ਨਹੀਂ ਚੱਲਦਾ। ਮਨ ਰੂਪੀ ਪੈਰ ਖੁੱਭਿਆ, ਸੰਕਲਪਾਂ ਵਿਕਲਪਾਂ ਰੂਪੀ ਪੈਰ ਵਿੱਚ ਖੁੱਭਿਆ ਹੋਇਆ ਹੈ। ਹਮ ਦੇਖਾ ਤਹ ਡੂਬੀਏ ਲੈ, ਹਮ ਅਸੀਂ ਉਹਨਾਂ ਦੇ ਤਹਿ ਉੱਥੇ ਉਹਨਾਂ ਨੂੰ ਡੁੱਬਦੇ ਦੇਖ ਰਹੇ ਹਾਂ। ਡੂਬੀਏ ਡੁੱਬ ਰਹੇ ਹਨ, ਇਹ ਵੇਖਿਆ ਜਾਂਦਾ ਬ੍ਰਹਮ ਗਿਆਨ ਦੇ ਨੇਤਰਾਂ ਦੁਆਰਾ ਦੇਖਦੇ ਹਾਂ। ਮਨ ਏਕ ਨਾ ਚੇਤ ਸਮੂੜ ਮਨਾ, ਹੇ ਮਨ ਜਾਂ ਫਿਰ
ਜਾਂ ਜੋ ਮਨ ਸ਼੍ਰੋਮਣੀ, ਮਨ ਦਾ ਅਰਥ ਹੈ ਸ਼੍ਰੋਮਣੀ, ਏਕ ਅਦਵੈਤ ਸਰੂਪ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਜਿਹੜੇ, ਇੱਕ ਉਸ ਵਾਹਿਗੁਰੂ ਨੂੰ, ਤੇ ਉਹ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਮੂੜ, ਮੂਰਖ, ਬੇਸਮਝ, ਇਹ ਕਿਹਾ ਜਾਂਦਾ ਹੈ। ਮਨ ਵਾਲੇ ਨੂੰ, ਬੇਸਮਝ ਮਨ ਵਾਲੇ ਨੇ। ਪਹਿਲੇ ਮਨ ਦਾ ਸ਼੍ਰੋਮਣ ਤਾਂ ਕਿਹਾ ਕਿਉਂਕਿ ਪਿੱਛੇ ਫੇਰ ਮਨ ਪਿਆ ਸੀ। ਜਾਂ ਫਿਰ ਹੇ ਮੂੜ ਮੂਰਖ ਮਨਾ, ਉਸ ਮਨ ਸ਼੍ਰੋਮਣੀ ਅਤੇ ਇੱਕ ਵਿਆਪਕ ਸਰੂਪ ਚੇਤੇ ਨਹੀਂ ਕਰਦਾ, ਉਹ ਪਰਮੇਸ਼ਰ ਤੋਂ ਚੇਤੇ ਨਹੀਂ ਕਰਦਾ ਹੈ। ਹਰ ਵਿਸਰਤ ਤੇਰੇ ਗੁਣ ਗਲਿਆ, ਉਸ ਵਾਹਿਗੁਰੂ ਦੇ ਵਿਸਰਤ ਭੁੱਲਣ ਕਰਕੇ ਤੇਰੇ ਸਾਰੇ ਸ਼ੁਭ ਗੁਣ ਗਲਿਆ, ਸੜ ਗਏ, ਗੁਣ ਨਹੀਂ ਰਿਹਾ ਕੋਈ ਵੀ। ਹਰ ਹਰੇਕ, ਤੇ ਹਰ ਦਾ ਅਰਥ ਹੈ ਹਰੇਕ, ਵਿਸ ਵਿਸ਼ੇ ਤੇ ਰਤ ਪ੍ਰੀਤੀ, ਹਰ ਪ੍ਰਕਾਰ ਦੇ ਇਹ ਜਿਹੜੇ ਵਿਸ਼ੇ ਨੇ, ਹਰੇਕ ਵਿਸ਼ੇ ਦੀ ਪ੍ਰੀਤੀ ਕਰਨਾ। ਤੇ ਫਿਰ ਤੇਰਾ ਹੋਇਆ ਕੀ ਹੈ? ਤੇਰੇ ਗੁਣ ਗਲਿਆ, ਤੇਰੇ ਗਲਿਆ। ਗਲ ਦੇ ਵਿੱਚ ਜਮਾਂ ਦਾ, ਇੱਥੇ ਗੁਣ ਨਾਮ ਰੱਸੀ ਦਾ ਹੁੰਦਾ ਹੈ, ਤੇਰੇ ਜਮਾਂ ਦਾ ਰੱਸਾ ਤੇਰੇ ਗਲ 'ਚ ਪਊਗਾ ਫਿਰ। ਤੇ ਇਸੇ ਪ੍ਰਕਾਰ ਜੀ ਰਹਾਉ ਅਸਥਾਈ ਦੇ ਕੇ ਹੁਣ ਫਰਮਾਨ ਕਰਦੇ ਹਾਂ ਜੀ। ਤਿਤ ਸਰਵਰੜਾ ਭਈ ਲੈ ਨਿਵਾਸਾ, ਜਿਨ੍ਹਾਂ ਗੁਰਮੁਖਾਂ ਦਾ ਤਿਤ ਤੇ ਸਾਧ ਸੰਗਤ ਰੂਪੀ ਸਰਵਰੜਾ ਮਾਨ ਸਰੋਵਰ ਹੈ, ਇਹਦੇ 'ਚ ਨਿਵਾਸਾ ਭਈ ਲੈ ਹੋਇਆ ਹੈ। ਤੇ ਉਹਨਾਂ ਨੇ ਪਾਣੀ ਪਾਵਕ ਤਿਨਹਿ ਕੀਆ, ਪਾਣੀ ਤੋਂ ਭਾਵ ਕੀ ਹੈ ਤੇ ਅੱਗ ਤੋਂ ਭਾਵ ਕੀ ਹੈ? ਉਹਨਾਂ ਗੁਰਮੁਖਾਂ ਨੇ ਪਾਵਕ ਅੱਗ ਵਰਗੇ ਜਿਹੜੇ ਕ੍ਰੋਧ ਆਦਿ ਸੁਭਾਅ, ਉਹਨਾਂ ਨੂੰ ਪਾਣੀ ਜਲਦੀ ਨਹੀਂ ਆਈ, ਠੰਡਾ ਕਰ ਕੀਆ ਕੀਤਾ ਹੈ। ਹਿਰਦੇ ਅੰਦਰ ਤੇ ਨਿਰਮਾਈ, ਸ਼ਾਂਤੀ, ਤੇ ਇਹ ਉਹਨਾਂ ਦੇ ਆ ਗਈ ਹੈ। ਪੰਕ ਜੋ ਮੋਹ ਪਗ ਨਹੀਂ ਚਾਲੈ, ਜਿਹੜਾ ਮੋਹ ਰੂਪੀ ਪੰਕ ਚਿੱਕੜ ਜੋ ਉਪਜਦਾ ਹੈ, ਤੇ ਉਸ ਵੱਲ ਗੁਰਮੁਖ ਜਨਾਂ ਨੇ ਮਨ ਦੇ ਸੰਕਲਪ ਰੂਪੀ ਪਗ ਪੈਰ ਨਹੀਂ ਚਾਲੇ ਚੱਲਦੇ, ਭਾਵ ਨਿਰਮੋਹੀ ਰਹਿੰਦੇ ਹਨ। ਹਮ ਦੇਖਾ ਤਹ ਡੂਬੀਲੇ, ਅਸੀਂ ਉਹਨਾਂ ਗੁਰਮੁਖਾਂ ਨੂੰ ਤਹ ਉੱਥੇ ਸਾਧ ਸੰਗਤ ਰੂਪੀ ਸਰੋਵਰ ਵਿੱਚ ਡੂਬੀਲੇ ਡੁਬਕੀਆਂ ਲਾਉਂਦੇ ਦੇਖਿਆ। ਉਹਨਾਂ ਦੀ ਬਿਰਤੀ ਡੁਬਕੀਆਂ ਲਾਉਂਦੀ ਹੈ ਆਨੰਦ ਦੇ ਵਿੱਚ, ਦੇਖਿਆ ਵੇਖਿਆ ਗਿਆ ਹੈ। ਤੇ ਇਸੇ ਤਰ੍ਹਾਂ ਹਾਂਜੀ ਅੱਗੇ ਚਲੋ। ਮਨ ਏਕ ਨਾ ਚੇਤ ਸਮੂੜ ਮਨਾ, ਤੇ ਉਹ ਮਨ ਹਿਰਦੇ ਵਿੱਚ ਇੱਕ ਪਰਮੇਸ਼ਰ ਨੂੰ ਹੀ ਚੇਤਦੇ ਨੇ, ਤੇ ਜਿਹੜਾ ਮੂੜਤਾਈ ਸੀ ਉਹਨੂੰ ਮਨਾ ਹੀ ਕਰ ਦਿੱਤਾ ਹੈ, ਮਤਲਬ ਹਟਾ ਦਿੱਤੀ ਹੈ ਪਰੇ, ਉਹਨੂੰ ਸਵੀਕਾਰ ਨਹੀਂ ਕਰਦੇ ਹਨ। ਹਰ ਵਿਸਰਤ ਤੇਰੇ ਗੁਣ ਗਲਿਆ, ਉਹ ਗੁਰਮੁਖ ਫਿਰ ਵਿਸ਼ਵ ਸੰਸਾਰ ਨੂੰ, ਵਿਸ਼ਵ ਸੰਸਾਰ ਦਾ ਨਾਮ ਹੈ, ਹਰ ਪਰਮੇਸ਼ਰ ਦਾ ਰੂਪ ਜਾਣ ਕੇ ਉਹਦੇ ਨਾਲ ਰਤ ਪ੍ਰੀਤੀ ਕਰਦੇ ਆ ਵੀ ਰੱਬ ਦਾ ਹੀ ਰੂਪ ਹੈ। ਸਾਰੇ ਹਰੇਕ ਨਾਲ ਪ੍ਰੇਮ ਕਰਨਗੇ ਵੀ ਰੱਬ ਦਾ ਰੂਪ ਹੈ। ਇਸ ਕਰਕੇ ਹਰ ਵਿਸਰਤ, ਤੇ ਉਹ ਉਹਦੇ 'ਚ ਰਤ ਪ੍ਰੀਤੀ ਕਰਦੇ ਆ ਵਿਸ਼ਵ ਸੰਸਾਰ ਨੂੰ, ਪਰਮੇਸ਼ਰ ਵਾਹਿਗੁਰੂ ਦਾ ਸਰੂਪ ਜਾਣਦੇ ਆ। ਤੇ ਇਸ ਕਰਕੇ ਫਿਰ ਉਹਨਾਂ ਦੇ ਵਿੱਚ ਜਿਹੜੀ ਤੇਰੇ ਤੋਂ ਭਾਵ ਮੇਰ ਤੇ ਤੇਰਾਪਣ ਤੇ ਮੇਰਾਪਣ, ਅੱਛੇ ਮੇਰ ਤੇਰ ਇਹ ਸਾਰੇ ਇਤਿਆਦ ਕੇ ਔਗਣ ਸੀ, ਇਹ ਗਲਿਆ ਨਾਸ ਹੋ ਜਾਂਦੇ ਨੇ, ਮੇਰ ਤੇਰ ਨਹੀਂ ਰਹਿੰਦੀ ਉਹਨਾਂ ਨੂੰ। ਇਸੇ ਪ੍ਰਕਾਰ ਜੇ ਰਹਾਉ ਅਸਥਾਈ ਦੇ ਕੇ ਫਰਮਾਉਂ ਕਰਦੇ ਆ। ਤਿਤ ਸਰਵਰੜਾ ਭਾਈ ਲੈ ਨਿਵਾਸਾ, ਇਹ ਭਾਈ ਤਿਸ ਬ੍ਰਹਮ ਰੂਪੀ ਸਰਵਰੜਾ ਸਰੋਵਰ ਵਿੱਚ ਉਹਨਾਂ ਦੀ ਸਥਿਤੀ ਹੋਈ ਹੈ, ਜਿਨ੍ਹਾਂ ਨੇ ਵਾਸਾ ਵਾਸ਼ਨਾਵਾਂ ਨੂੰ ਨੇ ਨਿਵਰਤ ਕਰ ਦਿੱਤਾ ਹੈ, ਉਹਨਾਂ ਦਾ ਨਿਵਾਸ ਹੋਇਆ ਹੈ। ਪਾਣੀ ਪਾਵਕ ਤਿਨਹਿ ਕੀਆ, ਜਿਸ ਮਾਇਆ ਰੂਪੀ ਪਾਵਕ ਅਗਨੀ ਨੇ ਸਾਰੀ ਦੁਨੀਆ ਨੂੰ ਸਾੜ ਦਿੱਤਾ ਹੈ, ਉਹਨਾਂ ਨੇ ਬ੍ਰਹਮ ਬੇਤਿਆਂ ਨੇ ਪਾਣੀ ਦੀ ਨਿਆਈ ਠੰਡੀ ਕਰ ਦਿੱਤੀ ਹੈ, ਭਾਵ ਪਰਉਪਕਾਰ ਹਿਤ ਲਾਉਂਦੇ ਹਨ। ਜਾਂ ਫਿਰ ਜੋ ਚਿੱਤ ਅੱਗ ਦੀ ਨਿਆਈ ਤਪਦਾ ਸੀ, ਉਹਨੂੰ ਪਾਣੀ ਦੀ ਨਿਆਈ ਸੀਤਲ ਸ਼ਾਂਤ ਕਰਕੇ ਬ੍ਰਹਮ ਰੂਪ ਪਾਣੀ, ਆਪਣੇ ਪਾਣੀ ਇੱਥੇ ਹੱਥਾਂ ਤੋਂ ਭਾਵ ਸਮਝਣਾ, ਪਾਣੀ ਹੱਥ ਵਿੱਚ ਕਰ ਲਿਆ, ਭਾਵ ਹਸਤਾਮਲ ਦੀ ਤਰ੍ਹਾਂ ਉਹ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੂੰ। ਕਲ ਤਾਤੀ ਠੰਡਾ ਹਰਨਾਉ, ਨਾਮ ਦੁਆਰਾ ਹਿਰਦਾ ਠੰਡਾ ਕਰ ਲਿਆ ਹੈ, ਸ਼ਾਂਤੀ ਆ ਗਈ। ਪੰਕ ਜੋ ਮੋਹ ਪਗ ਨਹੀਂ ਚਾਲੈ, ਉਹ ਬਰਮ ਬੇਤਿਆਂ ਦਾ ਮਨ ਬੁੱਧੀ ਰੂਪੀ ਇਹ ਦੋਨੇ ਪਗ ਪੈਰ ਮੋਹ ਰੂਪੀ ਪੰਕ ਜੋ ਚਿੱਕੜ ਵਿੱਚ ਨਹੀਂ ਚੱਲਦੇ। ਕਿਉਂ? ਉਹਦਾ ਕਾਰਨ ਕੀ ਹੈ? ਅੱਗੇ ਦੱਸਦੇ ਹਨ। ਹਮ ਦੇਖਾ ਤਹ ਡੂਬੀਲੇ, ਤੇ ਹਮ ਹਾਂ ਤੋਂ ਹੰਗਤਾ, ਮਾਂ ਤੋਂ ਮਮਤਾ,
ਹਮ ਸ਼ਬਦ ਹੈ। ਹਾ ਹਮਤਾ, ਇਹਦੇ 'ਚ ਹੰਗਤਾ ਹੋ ਗਈ, ਮਾਂ ਮਮਤਾ। ਹੰਗਤਾ ਮਮਤਾ ਵਾਲੇ ਜਿਹੜੇ ਜੀਵਨ ਤੇ ਉਹ ਤਾਂ ਡੂਬੀ ਵਾਲੇ ਡੁੱਬ ਰਹੇ ਦੇਖੀ ਦੇ ਨੇ। ਜਿਹੜੇ ਬਰਮ ਬੇਤੇ ਨੇ ਉਹ ਆਤਮਾਨੰਦ ਰੂਪੀ ਸਰੋਵਰ ਵਿੱਚ ਡੂਬੀ ਵਾਲੇ ਡੁਬਕੀਆਂ ਲਾਉਂਦੇ ਦੇਖੇ ਜਾਏ ਨੇ। ਅਸੀਂ ਦੇਖਾ ਵੇਖ ਰਹੇ ਹਾਂ। ਮਹਾਰਾਜ ਕਹਿੰਦੇ ਮਨ ਏਕ ਨਾ ਚੇਤ ਸਮੂੜ ਮਨਾ। ਇਸ ਪ੍ਰਕਾਰ ਮਨ ਸਰੋਮਣੀ ਏਕ ਅਦਵੈਤ ਸਰੂਪ ਪਰਮੇਸ਼ਰ ਨੂੰ ਜਿਹਨਾਂ ਬ੍ਰਹਮ ਬੇਤਿਆਂ ਨੇ ਨਾ ਪੁਰਸ਼ ਦਾ ਵਾਚਕ ਸ਼ਬਦ ਹੁੰਦਾ ਹੈ, ਪੁਰਸ਼ਾਂ ਨੇ ਚੇਤੇ ਹੈ, ਉਹਨਾਂ ਨੇ ਆਪਣੇ ਤੇ ਜਿਹੜਾ ਮਨ ਹੈ ਮਨ ਨੂੰ ਮੂੜੇ ਵਾਂਗੂ ਇਸਤਤ ਕਰ ਲਿਆ ਹੈ, ਜਾਨੀ ਟਿਕਾ ਲਿਆ। ਜਿਵੇਂ ਮੂੜਾ ਟਿਕਿਆ ਪਿਆ ਹੁੰਦਾ ਐ ਉਹਨਾਂ ਦੀ ਸਮਾਧੀ ਇਸਤਤ ਹੋ ਜਾਂਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਉਹਨਾਂ ਨੇ ਤੇ ਜਿਵੇਂ ਮੂੜੇ ਦਾ ਹੋਰ ਵੀ ਭਾਵਰੇ ਚ ਸਿੰਘਾਸਨ ਦੇ ਉੱਪਰ ਬੈਠ ਜਾਈਦਾ ਨਾ, ਐ ਆਤਮਾਨੰਦ ਰੂਪੀ ਸਿੰਘਾਸਨ ਦੇ ਉੱਪਰ ਇਸਤਤ ਹੋ ਜਾਂਦੇ ਨੇ। ਮੂੜ ਮਨਾ ਇਹਦੇ ਅਰਥ ਪਿੱਛੇ ਹਰ ਬਿਸਰਤ। ਹੁਣ ਬੋਲਿਓ ਜੀ। ਹਰ ਬਿਸਰਤ ਤੇਰੇ ਗੁਣ ਗਲਿਆ। ਜੋ ਹਰ ਪਰਮੇਸ਼ਰ ਦੇ ਨਾਲ ਬਿਸਰਤ ਵਿਸ਼ੇਸ਼ ਕਰਕੇ ਰਤ ਪ੍ਰੀਤੀ ਕਰਦੇ ਹੈ। ਬਿਸ ਵਿਸ਼ੇਸ਼ ਤੇ ਲਾ ਲੈਣਾ, ਰਤ ਪ੍ਰੀਤੀ ਕੀਤੀ ਹੈ ਤੇ ਰੇ ਹੇ ਭਾਈ ਉਹਨਾਂ ਦੇ ਗੁਣੇ ਜਿਹੜੇ ਗੁਣ ਕੀ ਸੀ ਵਿਸ਼ੇ ਗਲਿਆ, ਗਲ ਗਏ, ਭਾਰ ਨਿਵਰਤ ਹੋ ਗਏ ਹਨ। ਰਹਾਉ ਹਾਂਜੀ ਅਸਥਾਈ ਦੇ ਕਹਿੰਦੇ ਆ ਨਾ ਹੋ ਜਤੀ ਸਤੀ ਨਹੀਂ ਪੜਿਆ। ਫਿਰ ਉਹ ਗੁਰਮੁਖ ਜਨ ਆਪਣਾ ਸੁਭਾਅ ਇਹੋ ਜਿਹਾ ਰੱਖਦੇ ਹੈ, ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਦੇ। ਜੇਕਰ ਉਹਨਾਂ ਨੂੰ ਕੋਈ ਕਹੇ ਵੀ ਆਪ ਤਾਂ ਬੜੇ ਗੁਰਮੁਖ ਹੋ, ਕਹਿੰਦੇ ਨਹੀਂ ਭਾਈ ਨਾ ਹੋ, ਨਾ ਤਾਂ ਮੈਂ ਜਤੀ ਹਾਂ, ਜਤ ਨਹੀਂ ਧਾਰਿਆ, ਪਰ ਜਤ ਇਸ ਤਰ੍ਹਾਂ ਧਾਰਨ ਕੀਤਾ ਹੈ ਤੇ ਪਰਾਈਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਦਿਨਿਆਂ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਦ੍ਰਿਸ਼ਟੀ ਇਸ ਤਰ੍ਹਾਂ ਦੀ ਰੱਖੀ ਹੈ। ਤੇ ਨਾ ਹੀ ਮੈਂ ਸਤੀ ਸਤਪ੍ਰਤਗੀ ਹਾਂ, ਤੇ ਕਦਾਚਿਤ ਵੀ ਝੂਠ ਨਹੀਂ ਬੋਲਦੇ, ਇੰਨੇ ਸਤਪ੍ਰਤਗੀ ਨੇ, ਪਰ ਫਿਰ ਵੀ ਐਉਂ ਕਹਿੰਦੇ ਨੇ ਵੀ ਅਸੀਂ ਮਾਂ ਸਤੀ ਨਹੀਂ, ਸਤਪ੍ਰਤਗੀ ਨਹੀਂ ਹਾਂ। ਨਾ ਹੀ ਮੈਂ ਕੁਝ ਪੜ੍ਹਿਆ ਹੋਇਆ, ਪੜ੍ਹਾਈ ਭਾਵੇਂ ਚਾਰੇ ਵੇਦਾਂ ਦੀ ਕੀਤੀ ਹੋ, ਕਹਿਣਗੇ ਨਹੀਂ ਭਾਈ ਸਤਾਨ ਪੜ੍ਹੀ ਆ, ਨਿਮਰਤਾ ਵਿੱਚ ਰਹਿੰਦੇ ਆ। ਤੇ ਲੋਕਾਂ ਨੂੰ ਨਹੀਂ ਆਪਣੀ ਪੜ੍ਹਾਈ ਦਾ ਉਹਦੇ ਗਿਆਤ ਨੇ, ਤੇ ਗਿਆਤ ਸਾਰੇ ਸੰਸਾਰ ਦੀ ਹੈ ਉਹਨਾਂ ਨੂੰ। ਮੂਰਖ ਮੁਗਧਾ ਜਨਮ ਭਇਆ। ਮੇਰੇ ਪਿਆਰ ਵਾਲੇ ਬਚਨ ਬੋਲਦੇ ਨੇ। ਮੂਰਖ ਬੇਸਮਝ, ਜਿਹੜੀ ਬੇਸਮਝ, ਹਾਂ ਐਉਂ ਕਹਿੰਦੇ ਨੇ, ਆਪਣੇ ਸਮਝ ਤਿੰਨਾਂ ਲੋਕਾਂ ਦੀ ਹੈ। ਸਾਡਾ ਮੁਗਧ ਬੇਸਮਝੀ ਵਿੱਚ ਹੀ ਜਨਮ ਭਇਆ ਹੋਇਆ, ਐ ਲੋਕੇ ਰਹਿੰਦੇ ਨੇ, ਇਹ ਉਹਨਾਂ ਦਾ ਜੀਵਨ ਹੈ। ਪ੍ਰਣਵਤ ਨਾਨਕ ਤਿਨ ਕੀ ਸਰਣਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਇਸ ਪ੍ਰਕਾਰ ਪਰਮੇਸ਼ਰ ਅੱਗੇ ਬੇਨਤੀ ਕਰੀਏ। ਔਰ ਉਹਨਾਂ ਨੇ ਸਾਨੂੰ ਇਹ ਢੰਗ ਦਿਖਾਇਆ ਵੀ ਐਡੀ ਵੱਡੀ ਸਮਰੱਥਾ ਹੈ, ਐਡੇ ਵੱਡੇ ਜਤੀ ਸਤੀ ਨੇ, ਫੇਰ ਵੀ ਉਹ ਕਹਿੰਦੇ ਨੇ ਤੇ ਮਹਾਰਾਜ ਕਿਰਪਾ ਕਰੋ ਸਾਡੇ ਤੇ। ਜਗਿਆਸੂ ਨੂੰ ਹੁਣ ਇਹ ਨਿਮਰਤਾ ਸਿਖਾਉਂਦੇ ਨੇ ਸਤਿਗੁਰੂ ਜੀ ਕਥਨ ਕਰਕੇ ਕਿ ਹੇ ਪਰਮੇਸ਼ਰ, ਉਹਨਾਂ ਪ੍ਰਵੇਸ਼ ਦੇ ਅੱਗੇ ਇਉਂ ਬੇਨਤੀ ਕਰਦੇ ਹਨ, ਕਹਿੰਦੇ ਨੇ ਹੇ ਮਹਾਰਾਜ ਜਿਨ੍ਹਾਂ ਨੂੰ ਪ੍ਰਣਵਤ ਨਾਨਕ ਤਿਨ ਕੀ ਸਰਣਾ, ਤੇ ਅਸੀਂ ਉਹਨਾਂ ਦੀ ਸ਼ਰਨ ਤੇ ਜਿਨ ਤੂੰ ਨਾ ਹੀ ਵਿਸਰਿਆ, ਜਿਨ੍ਹਾਂ ਨੂੰ ਕਦੇ ਵੀ ਨਹੀਂ ਭੁੱਲਦਾ, ਉਹਨਾਂ ਦੀ ਸ਼ਰਨ ਦੇ ਸਾਨੂੰ। ਬੋਲੋ ਜੀ। ਜਿਨ ਤੂੰ ਨਾਹੀ ਵਿਸਰਿਆ। ਜਿਨ੍ਹਾਂ ਨੂੰ ਤੂੰ ਕਦੇ ਵੀ ਵਿਸਰਿਆ ਭੁੱਲਿਆ ਨਹੀਂ, ਅਸੀਂ ਤਿੰਨ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਤੇ ਤੇਰੇ ਤਾਈਂ ਜਾਂ ਫਿਰ ਉਹਨਾਂ ਤਾਈਂ ਪ੍ਰਣਵਤ ਨਮਸਕਾਰ ਕਰਦੇ ਰਹੀਏ। ਪ੍ਰਣਵਤ ਨਾਨਕ ਤਿਨ ਉਹਨਾਂ ਨੂੰ, ਉਹਨਾਂ ਦੀ ਸ਼ਰਨ ਵੀ ਪਈਏ ਤੇ ਨਮਸਕਾਰ ਵੀ ਕਰੀਏ ਉਹਨਾਂ ਨੂੰ। ਸੋ ਇਸ ਪ੍ਰਕਾਰ ਇਹ ਸ਼ਬਦ ਸੀ। ਅੱਗੇ ਦੱਸਦੇ ਹਨ ਜੀ। ਆਸਾ ਮਹੱਲਾ ਪਹਿਲਾ। ਹੁਣ ਇਹ ਜਿਹੜਾ ਸਾਸਨੀ ਸ਼ਬਦ ਹੈ ਆਸਾ ਮਹੱਲਾ ਪਹਿਲਾ, ਇਹਦੇ ਚ ਫੇਰ ਭੇਦ ਆ ਗਿਆ। ਜਿਹੜਾ ਤਾਂ ਕੀਰਤਨ ਸੋਹਲੇ ਚ 12 ਅੰਗ ਤੇ ਆਇਆ ਹੈ, ਉੱਥੇ ਰਾਗ ਆਸਾ ਮਹੱਲਾ ਪਹਿਲਾ। ਹੁਣ ਇੱਥੇ ਆ ਗਿਆ ਇਹ ਭੇਦ ਆਸਾ ਮਹੱਲਾ ਪਹਿਲਾ। ਇੱਥੇ ਰਾਗ ਸ਼ਬਦ ਨਹੀਂ, ਉੱਥੇ ਰਾਗ ਸ਼ਬਦ ਲਿਖਿਆ ਹੈ। ਇੱਥੇ ਜਿਹੜਾ ਹੁਣ ਆਪਣਾ 357 ਅੰਗ ਤੇ ਜਿੱਥੇ ਹੁਣ ਕਥਾ ਚੱਲ ਰਹੀ ਹੈ, ਉਸ ਥਾਂ ਤੇ ਰਹਿ ਰਾਸ ਦੇ ਵਿੱਚ ਗੁਰ ਗੁਰ ਏਕੋ ਬੇਸ ਅਨੇਕ ਸ਼ਬਦ ਆਇਆ। ਇੱਥੇ ਗੁਰ ਕੇਵਲ ਜਿਹੜਾ ਸ਼ਬਦ ਹੈ ਨਾ, ਉੱਥੇ ਰਾਰੇ ਨੂੰ ਔਂਕੜ ਲੱਗਿਆ, ਇੱਥੇ ਹੁਣ ਰਾਰੇ ਨੂੰ ਔਂਕੜ ਨਹੀਂ ਹੈ, ਇਹ ਤੋਂ ਬਿਨਾਂ ਹੈ। ਆਸਾ ਰਾਗ ਦੇ ਵਿੱਚ ਰਹਿ ਰਾਸ ਦੇ ਵਿੱਚ ਰਾਰੇ ਨੂੰ ਵੀ ਔਂਕੜ ਹੈ, ਗੱਗੇ ਨੂੰ ਵੀ ਔਂਕੜ ਹੈ। ਗੁਰ ਗੁਰ ਏਕੋ ਬੇਸ ਅਨੇਕ, ਇਹ ਪੰਕਤੀ ਦੀ ਗੱਲ ਹੈ। ਇਸ ਤੋਂ ਅੱਗੇ ਰਹਿ ਰਾਸ ਦੇ ਵਿੱਚ ਬਾਬਾ ਜੈ ਕਰ ਕਰਤੇ ਕੀਰਤ ਹੋਏ, ਤੇ ਉੱਥੇ ਬਾਬਾ ਸ਼ਬਦ ਹੈ, ਇੱਥੇ ਜੈ ਕਰ ਕਰਤੇ ਕੀਰਤ ਹੋਏ। ਆਸਾ ਰਾਗ ਦੇ ਇੰਨੇ ਅੱਖਰ ਆਉਣਗੇ। ਤੇ ਰਹਿ ਰਾਸ ਦੇ ਵਿੱਚ ਸੋ ਕਰ ਰਾਖ ਵਡਾਈ ਤੋਏ, ਈੜੀ ਨੂੰ ਸਿਹਾਰੀ ਹੈ,
ਸੋ ਕਰ ਰਾਖ ਵਡਾਈ ਤੋਹੇ, ਇੱਥੇ ਹਾਏ ਨੂੰ ਸਿਆਰੀ ਆਉਗੀ, ਤੇ ਹਾ ਹੈ ਉੱਥੇ ਈੜੀ ਹੈ। ਆਸਾ ਰਾਗ ਦੇ ਅੰਦਰ ਜਿੱਥੇ ਹੁਣ ਕਥਾ ਹੈ, ਇੱਥੇ ਹਾ ਹੈ ਤੋਹੇ, ਰਹਿ ਰਾਗ ਦੇ ਵਿੱਚ ਤੋਹੇ। ਥਿਤੀ ਵਾਰੀ ਮਾਹੋ ਹੋਆ, ਤੇ ਉੱਥੇ ਜਿਹੜਾ ਸਾਧ ਸੀ ਇਹ ਪਦ ਦੇ ਵਿੱਚ ਥਿਤੀ ਵਾਰੀ ਮਾਹੋ ਹੋਆ ਦੇ ਥਾਂ ਤੇ ਕੀਰਤਨ ਸੋਹਲੇ ਵਿੱਚ ਹੋਆ, ਇੱਥੇ ਆਏਗਾ ਭਇਆ। ਹੁਣ ਮੂਹਰੇ ਸ਼ਬਦ ਇਹ ਆਉਣਾ, ਇੰਨਾ ਧਿਆਨ ਰੱਖਣ ਦੀ ਲੋੜ ਹੈ। ਗੁਰੂ ਕਿਰਪਾ ਕਰੇ, ਇਹ ਥੋੜਾ ਜਿਹਾ ਪੇਸ਼ ਸੀ। ਆਓ ਅੱਗੇ ਸੁਣੀਏ ਜੀ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ ਜੋ ਪਿੱਛੇ ਕੀਰਤਨ ਸੋਹਲੇ ਦੇ ਵਿੱਚ ਆ ਚੁੱਕਾ ਹੈ, ਪਰ ਦੁਬਾਰੇ ਆਇਆ। ਪਥਾਨਕਾ ਉਸੇ ਤਰ੍ਹਾਂ ਦੀ ਸਮਝ ਨਹੀਂ, ਇਹਦੇ ਵਿੱਚ ਬੜੀ ਭਾਰੀ ਸਿੱਖਿਆ ਦਿੱਤੀ ਹੈ। 6 ਘਰ 6 ਗੁਰ 6 ਉਪਦੇਸ਼, ਤੇ 6 ਘਰ ਸ਼ਾਸਤਰ, ਸਾਖ ਨਿਆਏ ਵਿਸ਼ੇਕ ਪੂਰਨਮਾਸਾ ਪਤੰਜਲ ਵੇਦਾਂਤ, ਇਹਨਾਂ ਦੀ ਗੱਲ ਕੀਤੀ ਹੈ। 6 ਹੀ ਕਰਤਾ ਇਹਨਾਂ ਦੇ ਗੁਰੂ ਨੇ, ਜੈਮਨੀ ਪਤੰਜਲ ਵਿਆਸ ਇਤਿਆਦਿਕ ਇਹਨਾਂ ਦੇ ਨਾਂ ਹਨ। ਤੇ ਇਹ ਸਾਰੇ ਅੱਗੇ ਚਲੋ ਆ ਜਾਂਦੇ ਆ, ਆਪਾਂ ਇੱਥੇ ਸੰਖੇਪ ਦੇ ਨਾਲ ਹੈ। 6 ਇਹਨਾਂ ਦੇ ਵੱਖਰੇ ਵੱਖਰੇ ਉਪਦੇਸ਼ ਹਨ। ਦੁਬਾਰੇ ਬੋਲੋ ਜੀ ਸਾਰੀ ਪੰਗਤ ਫਿਰ। 6 ਘਰ 6 ਗੁਰ 6 ਉਪਦੇਸ਼। ਇਹ ਜਿਹੜੇ 6 ਸ਼ਾਸਤਰ ਨੇ, ਸਾਖ ਸ਼ਾਸਤਰ ਜਿਹੜਾ ਹੈ ਉਹਦਾ ਕਰਤਾ ਹੈ ਕਪਿਲ ਮੁਨੀ, ਤੇ ਇਹਦਾ ਸਿਧਾਂਤ ਕੀ ਅਨੀਸ਼ਰਵਾਦੀ ਹੈ, ਰੱਬ ਨੂੰ ਮੰਨਦਾ ਹੀ ਨਹੀਂ ਇਹ। ਦੂਸਰਾ ਹੈ ਨਿਆਂ ਸ਼ਾਸਤਰ, ਇਹਦਾ ਕਰਤਾ ਹੈ ਗੌਤਮ ਮੁਨੀ, ਇਹ ਜੁਗਤੀ ਨੂੰ ਪ੍ਰਧਾਨ ਮੰਨਦਾ ਤੇ ਪ੍ਰਮਾਣੂਆਂ ਤੋਂ ਉਹ ਕਹਿੰਦੇ 2 ਜੁੜ ਕੇ ਦੁਣਕਾ, 3 ਜਣ ਕੇ ਤਿਣਕਾ, ਐ ਆਪਣੇ ਇਹ ਜੁੜ ਕੇ ਆਪੇ ਸ੍ਰਿਸ਼ਟੀ ਪੈਦਾ ਹੁੰਦੀ ਹੈ। ਤੇ ਇਹਦੀ ਉਤਪਤੀ ਨੂੰ ਇਸ ਪ੍ਰਕਾਰ ਮੰਨਦਾ ਹੈ। ਪਰ ਪਰਮੇਸ਼ਰ ਨੂੰ ਮੰਨਦਾ ਤਾਂ ਹੈ, ਪਰ ਇੱਕ ਦੇਸ਼ੀ ਮੰਨਦਾ ਹੈ। ਕਹਿੰਦੇ ਜਿਵੇਂ ਵਿਲਾਇਤ ਦੇ ਵਿੱਚ ਬੈਠਾ ਬਾਦਸ਼ਾਹ, ਅੰਗਰੇਜ਼ ਜਿਹੜੇ ਉੱਥੇ ਬੈਠੇ ਹੁੰਦੇ ਸੀ ਹਿੰਦੁਸਤਾਨ 'ਚ ਵੀ ਰਾਜ ਕਰੀ ਜਾਂਦੇ ਸੀ, ਉਹ ਕਹਿੰਦਾ ਵੀ ਮੁਲਕ ਦਾ ਬਾਦਸ਼ਾਹ ਇੱਕ ਥਾਂ ਬੈਠਾ ਹੁੰਦਾ ਹੈ, ਉਹ ਕਹਿੰਦਾ ਰੱਬ ਇੱਕ ਥਾਂ ਬੈਠਾ ਹੈ। ਤੇ ਇਸ ਤਰ੍ਹਾਂ ਦਾ ਇਹਦਾ ਮਤ ਹੈ। ਅੱਗੇ ਆ ਗਿਆ ਵਸੇਕ। ਵਸੇਕ ਸ਼ਾਸਤਰ ਦਾ ਕਰਤਾ ਜਿਹਦਾ ਕਨਾਦ ਮੁਨੀ ਹੈ, ਕੰਨ ਭੁੱਖ ਵੀ ਕਹਿੰਦੇ ਨੇ, ਤੇ 2 ਨਾਂ ਨੇ ਇਹਦੇ। ਇਹ ਕਾਲਵਾਦੀ ਹੈ, ਸਮੇਂ ਨੂੰ ਸੱਤ ਮੰਨਦਾ ਹੈ, ਸਮੇਂ ਨਾਲ ਹੀ ਸ੍ਰਿਸ਼ਟੀ ਨੂੰ ਪੈਦਾ ਹੋਈ ਮੰਨਦਾ ਹੈ। ਅੱਗੇ ਚੌਥਾ ਆ ਗਿਆ ਪੂਰਵਮਾਸਾ, ਇਹਦਾ ਕਰਤਾ ਜੈਮਨੀ ਮੁਨੀ ਹੈ, ਇਹ ਕਰਮਵਾਦੀ ਹੈ, ਨਿਤ ਨਿਮਿਤ ਕਾਮਿਆ ਕਰਮ ਪ੍ਰਾਸਤ ਕਰਮ ਨਿਖਿਧ ਕਰਮਾਂ ਨੂੰ ਮੰਨਦਾ ਹੈ। ਇਹ ਬ੍ਰਹਮ ਲੋਕ ਸਵਰਗ ਲੋਕ ਆਦਿ ਦੀ ਪ੍ਰਾਪਤੀ ਜਿਹੜੀ ਹੈ, ਬ੍ਰਹਮ ਆਦਿ ਦੀਆਂ ਪਦਵੀਆਂ ਜਿਹੜੀਆਂ ਹਨ, ਤੇ ਇਹ ਕਰਮਾਂ ਕਰਕੇ ਮੰਨਦਾ। ਕਹਿੰਦਾ ਵੀ ਕਰਮਾਂ ਕਰਕੇ ਬ੍ਰਹਮਾ ਬਣਦਾ, ਸ਼ਿਵ ਜੀ ਬਣਦਾ, ਵਿਸ਼ਨੂੰ ਜੀ ਬਣਦੇ ਆ। ਕਰਮਾਂ ਦੇ ਅਭਾਵ ਹੋਣ ਤੋਂ ਸ੍ਰਿਸ਼ਟੀ ਦੀ ਪਰਲੋ ਮੰਨਦਾ ਹੈ। ਸ੍ਰੇਸ਼ਟ ਕਰਮਾਂ ਕਰਕੇ ਗਿਆਨ ਤੋਂ ਬਿਨਾਂ ਇਹ ਸਾਧ ਸੰਜੀ ਜਿਹੜਾ ਮੁਕਤੀ ਨੂੰ ਮੰਨਦਾ, ਇਹ ਇਹਦਾ ਮਤ ਹੈ। ਜੋਗ ਪਤੰਜਲ, ਇਹ ਪਤੰਜਲੀ ਰਿਸ਼ੀ ਹੈ, ਜਿਹਨੇ ਇਹਦੇ ਸ਼ਾਸਤਰ ਜਿਹੜਾ ਇਹ ਜੋਗ ਸ਼ਾਸਤਰ ਹੈ, ਇਹਦੇ ਕਰਤਾ ਪਤੰਜਲ ਮੁਨੀ ਜੀ ਹੋਇਆ ਹੈ। ਉਹ ਈਸ਼ਰਵਾਦੀ ਹੈ, ਰੱਬ ਨੂੰ ਮੰਨਦਾ ਹੈ, ਪਰ ਕਹਿੰਦਾ ਕਿ ਇਹ ਮਨ ਦੀਆਂ 5 ਪ੍ਰਕਾਰ ਦੀਆਂ ਬਿਰਤੀਆਂ ਪ੍ਰਮਾਣ, ਵਿਪਰਜੈ, ਨਿੰਦਰਾ, ਵਿਕਲਪ, ਸਿਮਰਤੀ ਆਦਿ ਨੂੰ ਰੋਕ ਲੈਣਾ ਯੋਗ ਹੈ। 10ਵੇਂ ਦੁਆਰ 'ਚ ਪ੍ਰਾਣਾਂ ਨੂੰ ਕੱਢ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਮੰਨਦਾ ਹੈ, ਵੀ ਪ੍ਰਾਣ ਉੱਥੇ ਨੂੰ ਨਿਕਲਣ। ਇਹ ਈਸ਼ਵਰ ਨੂੰ ਇੱਕ ਦੇਸੀ, ਇਹ ਵੀ ਇੱਕ ਦੇਸੀ ਮੰਨਦਾ। ਵੇਦਾਂਤ ਸ਼ਾਸਤਰ ਕਰਤਾ ਇਹਦਾ ਹੈ ਵਿਆਸ ਰਿਸ਼ੀ, ਇਹ ਦਿਸਣ ਵਾਲੇ ਪਦਾਰਥ ਤੇ ਦੇਖਣ ਵਾਲਾ। ਇਹ ਕਹਿੰਦਾ ਪਦਾਰਥ ਇਹ 2 ਨੇ, ਦ੍ਰਿਸ਼ਟ ਅਦ੍ਰਿਸ਼ਟ 2 ਪਦਾਰਥ ਆ, ਇਹਦਾ ਐਸਾ ਸਿਧਾਂਤ ਹੈ। ਸਾਰਿਆਂ ਦੀ ਪੈਦਾਇਸ਼ ਜਿਹੜੀ ਇਸ ਕਰਕੇ ਜਿਹੜੀ ਹੈ, ਇਹ ਵਿਦਾਂਤ ਸ਼ਾਸਤਰ ਜਿਹੜਾ ਨਿਰੋਲ ਗਿਆਨ ਦੁਆਰਾ ਮੁਕਤੀ ਮੰਨਦਾ ਹੈ। ਗੁਰਬਾਣੀ ਦੇ ਨਾਲ ਬਹੁਤ ਇਹਦਾ ਹਿੱਸਾ ਮਿਲਦਾ ਹੈ। ਅਪਰੋਖ ਬ੍ਰਹਮ ਗਿਆਨ ਦਾ ਜੀਵ ਈਸ਼ ਦੀ ਏਕਤਾ ਮੁਕਤੀ ਮੰਨਦਾ ਹੈ। ਤੇ ਜਪਜੀ ਸਾਹਿਬ ਦੇ ਵਿੱਚ ਉਹ ਤੂੰ ਸਦਾ ਸਲਾਮਤ ਨਿਰੰਕਾਰ ਦੇ ਵਿੱਚ ਸਾਰੀਆਂ ਵਿਚਾਰਾਂ ਆਈਆਂ। ਇਹ ਇਹਨਾਂ ਸ਼ਾਸਤਰਾਂ ਦੀ ਵਿਆਖਿਆ ਜਿਹੜੀ ਹੈ ਸਾਧ ਸੰਗਤ ਹੋਰ ਵੀ ਬਹੁਤ ਸਾਰੀ ਲੰਮੀ ਚੌੜੀ ਹੈ, ਪਰ ਇੰਨੀ ਕੁ ਆਪਾਂ ਜਾਣਨੀ ਹੈ। ਆਪਾਂ ਅੱਗੇ ਸਮਾਪਤੀ ਬਦਵਰੀਏ, ਕਿਉਂਕਿ ਸਮਾਂ ਅੱਗੇ ਜਾ ਰਿਹਾ ਹੈ, ਸਮਾਪਤੀ ਦੇ ਨੇੜੇ ਪਹੁੰਚਣ ਵਾਲਾ ਹੈ। ਅੱਗੇ ਦੱਸਦੇ ਹਨ ਜੀ, ਸ਼ਬਦ ਪੂਰਾ ਕਰ ਲਈਏ। ਗੁਰ ਗੁਰ ਏਕੋ ਈਸ ਅਨੇਕ। 6 ਸ਼ਾਸਤਰਾਂ ਦੇ ਗੁਰ ਗੁਰ, ਗੁਰੂਆਂ ਦਾ ਗੁਰੂ ਏਕੋ ਇੱਕ ਪਰਮੇਸ਼ਰ ਹੀ ਹੈ, ਕਿਉਂਕਿ ਉਸੇ ਤੋਂ ਹੀ ਸਾਰਿਆਂ ਦੀ ਪੈਦਾਇਸ਼ ਹੈ ਨਾ। ਬੇਸਲਵਾਸ ਰੂਪੀ ਉਪਦੇਸ਼, ਭਾਵੇਂ ਅਨੇਕ ਬੇਅੰਤ ਨੇ ਉਹਨਾਂ ਦੇ, ਜਾਂ ਫਿਰ ਇਉਂ ਸਮਝੋ ਗੁਰ ਗੁਰ ਏਕੋ ਬੇਸ ਅਨੇਕ। 6 ਸ਼ਾਸਤਰਾਂ ਦਾ ਗੁਰੂਆਂ ਦਾ ਗੁਰੂ ਇੱਕੋ ਹੀ ਵਿਆਸ ਰਿਸ਼ੀ ਹੈ। ਇਹਦੇ ਬੇਸ ਰੂਪ ਭਾਵੇਂ ਅਨੇਕਾਂ ਨੇ। ਭਾਵ ਜਿਸ ਵੇਲੇ ਬ੍ਰਹਮਾ ਨੇ ਵੇਦਾਂ ਦਾ ਹੰਕਾਰ ਕਰ ਲਿਆ ਸੀ, ਮੇਰੇ ਵਰਗਾ ਕੋਈ ਨਹੀਂ ਵੇਦਾਂ ਦੀ ਮਰਿਆਦਾ ਚਲਾਉਣ ਵਾਲਾ, ਉਸ ਵੇਲੇ ਆਕਾਸ਼ਬਾਣੀ ਹੋਈ ਕਿ ਬ੍ਰਹਮਾ ਤੂੰ ਹੰਕਾਰ ਕੀਤਾ, ਇਸ ਕਰਕੇ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ, ਤੂੰ ਸੰਸਾਰ ਦੇ ਵਿੱਚ ਹੁਣ 7 ਜਨਮ ਧਾਰ ਤਾਂ ਤੇਰੀ ਸੁਧੀ ਹੋਊਗੀ। ਬ੍ਰਹਮਾ ਨੇ 7 ਅਵਤਾਰ ਧਾਰੇ, 10ਵੇਂ ਗ੍ਰੰਥ ਵਿੱਚ ਸਾਰੇ ਅਵਤਾਰਾਂ ਦੀ ਵੇਰਵਾ।
ਉਹ ਸਾਰਾ ਉੱਥੇ ਆਉਂਦਾ ਹੈ ਦਸਮ ਗ੍ਰੰਥ ਦੇ ਵਿੱਚ। ਜਦੋਂ ਬਰਮਾ ਨੇ ਬਿਆਸ ਦਾ ਅਵਤਾਰ ਧਾਰਨ ਕੀਤਾ, ਉਸ ਵੇਲੇ ਵਿਦਾਂਤ ਗ੍ਰੰਥ ਰਚਿਆ। ਫਿਰ ਗ੍ਰੰਥ ਰਚ ਕੇ ਹੰਕਾਰ ਹੋ ਗਿਆ। ਪਹਿਲਾਂ ਤਾਂ ਵੇਦਾਂ ਦਾ ਹੋਇਆ ਸੀ। ਹੰਕਾਰ ਜਿਹੜੀ ਬਹੁਤ ਬੁਰੀ ਬਿਮਾਰੀ ਹੈ। ਮਹਾਂਪੁਰਖਾਂ ਨੇ ਕਥਾ ਸੁਣਾਇਆ ਸੀ, ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਸੀ ਉੱਥੇ, ਉਹ ਉਹਨਾਂ ਦੀ ਰਸਨਾ ਸਾਰਾ ਸੁਣਿਆ ਦਾਸ ਨੇ। ਤੇ ਉਹ ਫਿਰ ਗੈਬੀ ਤਲਵਾਰ ਆਈ, ਉਹਨੇ ਵੱਢ ਕੇ ਟੋਟੇ 6 ਕਰ ਦਿੱਤੇ ਇਹਦੇ। ਤੇ ਕੈਸੀ ਸ਼ਕਤੀ ਪਰਮਾਤਮਾ ਦੀ ਗੈਬੀ ਤਲਵਾਰ ਜਿਹੜੀ ਸੀ। ਇਸੇ ਕਰਕੇ ਕਿਰਪਾਨ ਜਿਹੜੀ ਹੈ, ਜਿਵੇਂ 24 ਅਵਤਾਰ ਵਿਸ਼ਨੂੰ ਜੀ ਨੇ ਧਾਰਨ ਕੀਤੇ ਨੇ, ਅਕਾਲ ਪੁਰਖ ਨੇ ਕਿਰਪਾਨ ਦਾ ਰੂਪ ਧਾਰਨ ਕੀਤਾ ਸੀ। ਖਾਲਸੇ ਦੀ ਕਿਰਪਾਨ ਦੀ ਤਾਂ ਪੂਜਾ ਹੈ, ਤਾਂ ਭੋਗ ਕਿਰਪਾਨ ਦੁਆਰਾ ਲਵਾਇਆ ਜਾਂਦਾ। ਕੜਾ ਪ੍ਰਸ਼ਾਦ ਨੂੰ ਰੱਬ ਦਾ ਰੂਪ ਮੰਨ ਕੇ ਲਾਇਆ ਜਾਂਦਾ ਹੈ, ਐਵੇਂ ਨਹੀਂ ਹੈ ਇਹ ਬਾਤ। ਇਸ ਕਰਕੇ ਕਿਰਪਾਨ ਭੇਟ ਗੁਰਦੁਆਰਾ ਮੱਛਵੜ ਦੇ ਕੋਲ ਬਣਿਆ ਹੋਇਆ। ਮਹਾਰਾਜ ਸਾਹਿਬ ਨੇ ਕਿਰਪਾਨ ਭੇਟ ਕੀਤੀ। ਇਸ ਕਰਕੇ ਕਿਰਪਾਨ ਨੂੰ ਨਮਸਕਾਰ ਕਹਿੰਦੇ ਨੇ। ਪੰਜੇ ਕਕਾਰ ਬੜੇ ਪਿਆਰੇ ਨੇ, ਪਰ ਮਹਾਰਾਜ ਸਾਹਿਬ ਜੀ ਨਾ ਤਾਂ ਕੇਸਾਂ ਨੂੰ ਮੱਥਾ ਟੇਕਦੇ ਆ, ਨਾ ਕੜੇ ਨੂੰ, ਕਛਹਿਰਾ। ਤੇ ਇਹ ਜਿਹੜੇ ਚਾਰੇ ਕਕਾਰ ਉਹਨਾਂ ਨੂੰ ਹਿੱਸਾ ਬਣਾ ਕੇ ਰੱਖਣਾ, ਸਤਿਕਾਰ ਕਰਨਾ ਕਕਾਰਾਂ ਦਾ। ਲੇਕਿਨ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ, ਨਮੋ ਸ੍ਰੀ ਖੜਕੋ ਕਰੋ ਸੋ ਹਿਤ ਜਤ ਲਾਏ, ਕਿਉਂ? ਪਰਮਾਤਮਾ ਦਾ ਰੂਪ ਹੈ ਕਰ। ਇਸੇ ਕਰਕੇ ਇਹਦੇ ਨਾਲ ਸਬਜ਼ੀਆਂ ਨਹੀਂ ਚੀਰੀਆਂ ਜਾ ਸਕਦੀਆਂ। ਕਿਰਪਾਨ ਕੇਵਲ 2 ਥਾਂ ਤੇ ਵਰਤੀ ਜਾ ਸਕਦੀ ਹੈ, ਜਾਂ ਕੜਾਹ ਪ੍ਰਸ਼ਾਦ ਦੇ ਵਿੱਚ ਭੋਗ ਲਾਉਣ ਵਾਸਤੇ, ਜਾਂ ਕਿਤੇ ਰੱਖਿਆ ਕਰਨ ਵਾਸਤੇ ਖਾਲਸੇ ਨੂੰ ਲੋੜ ਪੈ ਜਾਏ, ਉਸ ਵੇਲੇ ਫਿਰ ਦੁਸ਼ਮਣ ਦਾ ਭੋਗ ਪਾਉਣ ਵਾਸਤੇ ਹੀ ਹੈ। ਭੋਗ ਲਾਉਣ ਵਾਸਤੇ ਹੈ, ਭੋਗ ਪਾਉਣ ਵਾਸਤੇ ਵੀ ਹੈ, ਦੋਨੇ ਕੰਮ ਕਰਦੀ ਹੈ ਕਿਰਪਾਨ। ਉਹ ਗੈਬੀ ਤਲਵਾਰ ਨੇ ਉਤਰ ਕੇ ਇਹਦੇ 6 ਟੋਟੇ ਕੀਤੇ। ਪਰ ਹੁਣ ਪਰਮਾਤਮਾ ਮਾਰਦਾ ਨਹੀਂ ਕਿਸੇ ਨੂੰ, ਜਿਉਂਦੇ ਕਰਦਾ ਹੈ। ਉਹ 6 ਟੁਕੜਿਆਂ ਚੋਂ 6 ਰਿਸ਼ੀ ਬਣਾ ਦਿੱਤੇ। ਉਹਨਾਂ ਦੇ 6ਾਂ ਦੇ ਵੱਖਰੇ ਵੱਖਰੇ ਦਿਮਾਗ ਬਣਾ ਦਿੱਤੇ, ਉਹਨਾਂ ਦੇ 6 ਦਾ ਨਿਸ਼ਚਾ ਵੱਖਰਾ ਵੱਖਰਾ ਬਣਾ ਦਿੱਤਾ। ਇਸ ਕਰਕੇ ਫਿਰ ਉਹਨਾਂ ਦਾ ਬੇਸ ਤਾਂ ਇੱਕੋ ਹੀ ਹੈ ਨਾ, ਗੁਰੂ ਤਾਂ ਇੱਕੋ ਹੀ ਹੈ ਨਾ, ਬਿਆਸ, ਉਹਦੇ 6 ਟੁਕੜੇ ਹੋਏ ਨੇ। ਸੋ ਇਸ ਕਰਕੇ ਫਿਰ ਇਹ ਉਹਨਾਂ ਦੇ ਵਿੱਚੋਂ 6 ਰਿਸ਼ੀ ਹੋਇਆ। ਉਹਨਾਂ ਦਾ 6ਾਂ ਦਾ ਵੱਖਰਾ ਵੱਖਰਾ ਉਪਦੇਸ਼ ਹੈ। ਜੈ ਘਰ ਕਰਤੇ ਕੀਰਤ ਹੋਏ, ਜਿਸ ਘਰ ਸ਼ਾਸਤਰ ਵੀ ਕਰਤੇ ਪੁਰਖ ਦੀ ਕੀਰਤ। ਕਹਿੰਦੇ ਮਹਾਰਾਜ ਅਸੀਂ ਕਿਹੜੇ ਸ਼ਾਸਤਰ ਨੂੰ ਮੰਨੀਏ? ਕਹਿੰਦੇ ਭਾਈ ਸ਼ਾਸਤਰਾਂ ਨੂੰ ਮੰਨੋ ਜਿਹੜਾ ਕਾਰ ਪੁਰਖ ਨੂੰ ਮੰਨੋ, ਪਰ ਵਿਦਾਂਤ ਸ਼ਾਸਤਰ ਜਿਹੜਾ ਹੈ ਉਹ ਮਿਲਦਾ ਨਾਲ, ਕਿਉਂਕਿ ਨਿਰੋਲ ਗਿਆਨ ਦੀ ਬਾਤ ਹੈ ਉਹਦੇ 'ਚ। ਜਾਂ ਫਿਰ ਜਿਹੜੀ ਸਾਧ ਸੰਗਤ ਰੂਪੀ ਘਰ ਹੈ, ਜੈ ਜਿਸ ਘਰ ਸ਼ਾਸਤਰ ਵਿੱਚ ਕਰਤੇ ਅਕਾਲ ਪੁਰਖ ਦੀ ਕੀਰਤ, ਕੀਰਤਨ ਭਗਤੀ ਹੈ, ਭਾਵ ਕਿ ਵਿਦਾਂਤ ਸ਼ਾਸਤਰ ਵਿੱਚ ਕਰਤੇ ਦੀ ਵਡਿਆਈ ਹੈ। ਕਹਿੰਦੇ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਠੀਕ ਹੈ। ਜੈ ਕਰਤੇ ਕੀਰਤ ਹੋਏ। ਤੇ ਮਹਾਰਾਜ ਸਾਹਿਬ ਕਹਿੰਦੇ ਸਤ ਸੰਗਤ ਰੂਪੀ ਘਰ ਦੇ ਵਿੱਚ ਉਸ ਕਰਤੇ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ। ਸੋ ਇਸ ਕਰਕੇ ਸੋ ਘਰ ਰਾਖ ਵਡਾਈ ਤੋਹੇ। ਉਸ ਸ਼ਾਸਤਰ ਰੂਪੀ ਸਤ ਸੰਗਤ ਰੂਪੀ ਘਰ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਕਰ। ਸਿੱਖਾ ਸਤ ਸੰਗਤ 'ਚ ਬੈਠਿਆ ਕਰ, ਤੇ ਤੋਹੇ ਤੇਰੀ ਵਡਾਈ ਮਹਿਮਾ ਲੋਕ ਪ੍ਰਲੋਕ 'ਚ ਹੋਏਗੀ ਜੇ ਤੂੰ ਸਤਸੰਗੀ ਬਣ ਜਾਵੇਂ। ਅਸਥਾਈ ਦੇ ਕੇ ਫਰਮਾਉਂਦੇ ਆ ਜੇ ਅੱਗੇ ਇਸੇ ਪ੍ਰਕਾਰ ਜੇ 6 ਘਰ 6 ਗੁਰ 6 ਉਪਦੇਸ਼। ਤੇ 6 ਘਰ 6 ਗਿਆਨ ਇੰਦਰੇ ਨਾ, ਜਿਹੜੇ ਨੇ 6 ਘਰ 5 ਤਾਂ ਹੋ ਕੇ ਗਿਆਨ ਇੰਦਰੇ, 6 ਮਨ ਦੇ ਸਮੇਤ ਹੋਣਗੇ ਇਹ। ਤੇ 6 ਘਰ 5 ਗਿਆਨ ਇੰਦਰੇ, 6ਵਾਂ ਮਨ, 6 ਗੁਰ, 6 ਹੀ ਇਹਨਾਂ ਦੇ ਗੁਰ ਦੇਵਤੇ, 6 ਹੀ ਇਹਨਾਂ ਦੇ ਉਪਦੇਸ਼ ਨਿਸ਼ਾਨੇ, ਭਾਵ ਮਨ ਦਾ ਸੰਕਲਪ ਉਠਾਉਣਾ, ਅੱਖਾਂ ਨਾਲ ਰੂਪ ਦਾ ਵੇਖਣਾ, ਕੰਨਾਂ ਨਾਲ ਸ਼ਬਦ ਸੁਣਨਾ, ਰਸਨਾ ਨਾਲ ਪਦਾਰਥਾਂ ਦਾ ਰਸ ਲੈਣਾ, ਨਾਸਾਂ ਨਾਲ ਸੁਗੰਧੀ ਦੁਰਗੰਧੀ ਪਰਖਣੀ, ਚਮੜੀ ਨਾਲ ਸਪਰਸ਼ ਕਰਨਾ, ਇਹਨਾਂ ਇੰਦਰੀਆਂ ਦੇ ਵਿਸ਼ੇ ਇਹਦੇ ਜੀ ਪਰਚੇ ਹੋਏ ਹਨ। ਗੁਰ ਏਕੋ ਵੇਸ ਅਨੇਕ। ਇਹਨਾਂ ਦੇ ਗੁਰ ਪ੍ਰੇਰਕਾਂ ਦਾ ਪ੍ਰੇਰਕ ਚੇਤਨੀ ਇੱਕੋ ਹੀ ਹੈ, ਉਹ ਪਰਮੇਸ਼ਰ ਹੈ। ਉਹਦੇ ਬੇਸ ਰੂਪ ਅਨੇਕ ਬੇਅੰਤ ਹਨ। ਜਾਂ ਫਿਰ ਇਉਂ ਸਮਝੇ 6 ਘਰ 5 ਤੱਤ ਅਤੇ 6ਵਾਂ ਚੇਤਨ। ਉਸਨੇ ਸੰਸਾਰ ਰੂਪੀ ਘਰ ਰਚਨਾ ਕੀਤਾ ਹੈ। ਤੇ 6 ਖਟ ਦਾ ਨਾਮ ਹੈ। ਖਟ ਵਿਕਾਰ ਵਿੱਚ ਜਿਹੜਾ ਚਿੱਤ ਪਰਚਿਆ ਹੋਇਆ ਹੈ, ਇਹ ਉਹਨਾਂ ਦੇ ਗੁਰ ਪ੍ਰੇਰਕ ਨੇ। 6 ਹੀ ਇਹਨਾਂ ਦੇ ਉਪਦੇਸ਼ ਰੂਪੀ ਨਿਸ਼ਾਨੇ, ਭਾਵ 6 ਵਿਕਾਰਾਂ ਦਾ ਫਲ ਵੱਖਰੇ ਵੱਖਰੇ ਨੇ। ਤੇ 6 ਮਤ ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼, 6ਵਾਂ ਜਾਮਾ ਵਿਪਰ ਕਾ ਜਾਮੇ ਮੀ ਨਾ ਮੇਖ। ਇਹ ਜਿਹੜੇ ਬੰਨੇ ਹੈ ਤੇ ਜੋਗੀ ਨ, ਜੰਗਮਨ, ਸਰੇਵੜੇ, ਸੰਨਿਆਸੀ, ਦਰਵੇਸ਼, ਵਿਪਰ, ਬ੍ਰਹਮ ਆਦਿ ਇਹ ਸਾਰੇ ਹਨ। 6 ਹੀ ਇਹਨਾਂ ਦੇ ਗੁਰੂ ਨੇ। ਜੋਗੀਆਂ ਦਾ ਗੋਰਖਨਾਥ, ਮਛੰਦਰਨਾਥ, ਸੰਨਿਆਸੀਆਂ ਦਾ ਦੱਤਾਤਰੇ,
6 ਇਹਨਾਂ ਦੇ ਵੱਖਰੇ ਉੱਪਰੇ ਉਪਦੇਸ਼। ਸਾਰਿਆਂ ਗੁਰੂਆਂ ਦਾ ਗੁਰੂ ਚੇਤਨ ਪਰਮੇਸ਼ਰ ਆਪ ਹੀ ਹੈ। ਹੇ ਮਹਾਰਾਜ, ਫਿਰ ਇਹਨਾਂ ਵਿੱਚ ਕਿਹੜੇ ਘਰ ਵਿੱਚ ਰਹਿਣਾ ਚਾਹੀਦਾ? ਉੱਤਰ ਦਿੰਦੇ ਨੇ, ਜੈ ਘਰ ਕਰਤੇ ਕੀਰਤ ਹੋਏ। ਹੇ ਭਾਈ, ਜਿਸ ਘਰ ਸਤਸੰਗ ਜੀ ਕਰਤੇ ਅਕਾਲ ਪੁਰਖ ਦੀ ਕੀਰਤਨ ਭਗਤੀ ਉਹਦੀ ਵਡਿਆਈ ਹੋ ਰਹੀ ਹੈ, ਸੋ ਘਰ ਰਾਖ ਵਡਾਈ ਤੋਏ। ਉਹ ਸਤਸੰਗ ਰੂਪੀ ਘਰ ਵਿੱਚ ਆਪਣੇ ਆਪ ਨੂੰ ਰਾਖ ਰੱਖਣਾ ਕਰ। ਇਸ ਨਾਲ ਤੋਹੀ ਤੈਨੂੰ ਪਰਲੋਕ ਵਿੱਚ ਵਡਿਆਈ ਸੋਭਾ ਪ੍ਰਾਪਤ ਹੋਏਗੀ। ਭਾਵ ਕੀ ਹੈ ਕਿ ਮਹਾਰਾਜ ਸਾਨੂੰ ਸਤਸੰਗਤ ਰੂਪੀ ਘਰ ਵਿੱਚ ਰੱਖਣਾ ਕਰੋ, ਅਸੀਂ ਆਪ ਜੀ ਦੀ ਹੀ ਵਡਾਈ ਮਹਿਮਾ ਉਚਾਰਨ ਕਰਦੇ ਰਹਾਂਗੇ ਜੀ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ, ਵਿਸੋਏ ਚਸਿਆ ਘੜੀਆ ਪਹਿਰਾ। ਤੇ ਜਿਸ ਪ੍ਰਕਾਰ 15 ਵਾਰੀ ਅੱਖ ਝਮਕਣ ਦੇ ਨਾਲ ਇੱਕ ਵਿਸਵਾ ਬਣਦਾ ਹੈ, ਤੇ ਇਹ ਗਿਣਤੀ ਪਿੱਛੇ ਵੀ 15 ਵਿਸਵਿਆਂ ਦਾ ਇੱਕ ਚਸਾ ਬਣਦਾ ਹੈ, 30 ਚਸਿਆਂ ਦਾ ਇੱਕ ਪਲ ਬਣਦਾ ਹੈ, 60 ਪਲਾਂ ਦੀ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ ਹੈ, ਤੇ ਫਿਰ 8 ਪਹਿਰਾਂ ਦਾ ਇੱਕ ਥਿੱਤ ਬਣਦੀ ਹੈ। ਤੇ ਇਸ ਕਰਕੇ ਫਿਰ ਇਹਨਾਂ ਦਾ ਥਿੱਤਾਂ ਵਾਰਾਂ ਦੀ ਫਿਰ ਅੱਗੇ ਵਾਰੀ ਭਾਵ 7 ਦਿਨ ਹਫ਼ਤਾ ਬਣਦਾ ਹੈ, 30 ਦਿਨਾਂ ਦਾ ਫਿਰ ਇੱਕ ਉਹ ਮਹੀਨਾ ਬਣਦਾ ਹੈ, 12 ਮਹੀਨਿਆਂ ਦਾ ਇੱਕ ਸਾਲ ਪਿਆ ਬਣਦਾ ਹੈ। ਇਹ ਪਿੱਛੇ ਵਿਚਾਰਾਂ ਇਹ ਹੋ ਚੁੱਕੀਆਂ ਨੇ। 15 ਵਾਰ ਅੱਖ ਝਮਕਣ ਦੇ ਨਾਲ ਇੱਕ ਵਿਸਵਾ ਹੋ ਗਿਆ, 15 ਵਿਸਿਆਂ ਦਾ ਇੱਕ ਚਸਾ ਹੋ ਗਿਆ, 30 ਚਸਿਆਂ ਦਾ ਇੱਕ ਪਲ ਹੋ ਗਿਆ, 60 ਪਲਾਂ ਦੀ ਇੱਕ ਘੜੀ ਹੋ ਗਈ, ਤੇ ਹੁਣ 7.5 ਘੜੀਆਂ ਦਾ ਪਹਿਰਾ ਇੱਕ ਪਹਿਰ ਹੋ ਗਿਆ ਹੈ। ਚਿੱਤੀ ਵਾਰੀ ਮਾਹੋ ਭਇਆ। ਤੇ ਹੁਣ ਅੱਗੇ ਦੱਸਦੇ ਹੈ ਕਿ ਇਹਨਾਂ ਦਾ ਜਿਵੇਂ 7.5 ਘੜੀਆਂ ਦਾ ਪਹਿਰ ਹੋ ਗਿਆ, ਫਿਰ 8 ਪਹਿਰਾਂ ਦਾ ਇੱਕ ਥਿੱਤ ਬਣ ਗਈ, ਤੇ ਫਿਰ ਬਾਰ ਭਾਵ 7 ਦਿਨ ਇੱਕ ਹਫ਼ਤਾ ਹੋ ਗਿਆ, ਤੇ 30 ਦਿਨਾਂ ਦਾ ਮਾਹੋ ਭਇਆ, ਮਾਹੋ ਮਹੀਨਾ। ਤੇ ਇਸ ਤੋਂ ਅੱਗੇ ਕਿਹਾ ਵੀ ਜਿਹੜਾ ਮਹੀਨਿਆਂ ਦਾ ਇੱਕ ਸਾਲ ਭਇਆ, ਇਹ ਸਾਲ ਹੋ ਗਿਆ। ਇਹ ਇਹਨਾਂ ਦੀ ਗਿਣਤੀ ਦਿੱਤੀ ਹੈ। ਸੂਰਜ ਏਕੋ ਰੁੱਤ ਅਨੇਕ। ਤੇ ਫਿਰ ਅੱਗੇ ਦੱਸਦੇ ਹੈ ਕਿ ਇਹਦੇ ਨਾਲ ਸੂਰਜ ਏਕੋ ਰੁੱਤ ਅਨੇਕ। ਫਿਰ ਹੁਣ ਰੁੱਤਾਂ ਦੀ ਗੱਲ ਹੈ, 2 ਮਹੀਨਿਆਂ ਦੀ ਇੱਕ ਰੁੱਤ ਹੋ ਗਈ। ਉਹ ਕਿਵੇਂ ਹੈ? ਬਸੰਤ ਰੁੱਤ ਚੇਤ ਵਿਸਾਖ 2 ਮਹੀਨੇ, ਗਰੀਖਮ ਰੁੱਤ ਜੇਠ ਹਾੜ 2 ਮਹੀਨੇ, ਬਰਸਾਤ ਰੁੱਤ ਪਾਵਸ ਰੁੱਤ ਸਾਵਣ ਭਾਦਰੋਂ 2 ਮਹੀਨੇ, ਸਰਦ ਰੁੱਤ ਅੱਸੂ ਕੱਤਾ 2 ਮਹੀਨੇ, ਸੀਸੀਅਰ ਰੁੱਤ ਮਘਰ ਪੋਹ 2 ਮਹੀਨੇ ਦੀ ਇੱਕ ਰੁੱਤ, ਹਿਮਕਰ ਰੁੱਤ ਮਾਘ ਫੱਗਣ। ਤੇ ਇਹਨਾਂ ਸਾਰੀਆਂ ਰੁੱਤਾਂ ਵਿੱਚ ਸੂਰਜ ਇੱਕੋ ਹੀ ਹੈ, ਸੂਰਜ ਏਕੋ ਰੁੱਤ ਅਨੇਕ। ਦੱਸਦੇ ਹਨ ਕਿ ਨਾਨਕ ਕਰਤੇ ਕੇ ਕੀਤੇ ਵੇਸ। ਸਤਿਗੁਰੂ ਜੀ ਉਚਾਰਨ ਕਰਦੇ ਆ, ਅਕਾਲ ਪੁਰਖ ਦੇ ਕਿੰਨੇ ਹੀ ਵੇਸ ਲਿਵਾਸ ਧਾਰੇ ਹੋਏ ਹਨ। ਇਹ ਉਹਦੀ ਰਚਨਾ ਹੈ। ਇਹਦੇ ਵਿੱਚ ਸਾਧ ਸੰਗਤ ਦੁਆਰੇ ਬੋਲ ਦਿਓ ਜੀ ਸਾਰਾ ਹੀ। ਵਿਸੋਏ ਸਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹੋ ਭਇਆ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਵਿਸਵਿਆਂ ਦੀ ਨਿਆਈ ਕੀ? ਵਿਸਵ ਨਾਮੇ ਜੀਵ, ਜਾਗਰ ਦਾ ਅਭਿਮਾਨੀ ਦੇਵ ਹੈ। ਤੇ ਚਸਿਆਂ ਦੀ ਨਿਆਈ ਤੇਜਸ ਨਾਮੇ ਜੀਵ, ਜੋ ਸੁਪਨ ਦਾ ਅਭਿਮਾਨੀ ਦੇਵ ਹੈ। ਘੜੀ ਦੀ ਨਿਆਈ ਪ੍ਰਗਿਆ ਨਾਮੇ ਜੀਵ, ਜੋ ਸੁਖੋਪਤ ਅਵਸਥਾ ਅਭਿਮਾਨੀ ਹੈ। ਪਹਿਰ ਦੀ ਨਿਆਈ ਵਿਰਾਟ, ਜੋ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ। ਥਿੱਤ ਦੀ ਨਿਆਈ ਅਭਿਆਕ੍ਰਿਤ, ਜੋ ਸਾਰਿਆਂ ਦੀ ਸੁਪਨ ਅਵਸਥਾ ਦਾ ਅਭਿਮਾਨੀ ਹੈ। ਬਾਰ ਦੀ ਨਿਆਈ ਹਿਰਨ ਗਰਭ, ਜੋ ਸਾਰਿਆਂ ਦੀ ਸੁਖੋਪਤ ਅਵਸਥਾ ਦਾ ਅਭਿਮਾਨੀ ਹੈ। 12 ਮਹੀਨਿਆਂ ਦੀ ਨਿਆਈ ਜੋਗੀਆਂ ਦੇ 12 ਪੰਥ ਸਮਝਣੇ, 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਤੇ ਬੁੱਧ, 12 ਮਹੀਨੇ ਸਮਝਣਾ ਕਰੋ। ਇਸ ਪ੍ਰਕਾਰ ਸਾਰਾ ਸੰਸਾਰ ਪੈਦਾ ਭਇਆ ਕੀ ਹੋ ਰਿਹਾ ਹੈ। ਇਹਨਾਂ ਸਾਰਿਆਂ ਦੇ ਵਿੱਚ ਤੇ ਮਹਾਰਾਜ ਸਾਹਿਬ ਸੂਰਜ ਏਕੋ ਰੁੱਤ ਅਨੇਕ। ਤੇ ਇਉਂ ਫਿਰ ਸੂਰਜ ਏਕੋ ਰੁੱਤ ਅਨੇਕ। ਜਿਵੇਂ ਸੂਰਜ ਇੱਕ ਦੀਆਂ ਅਨੇਕਾਂ ਰੁੱਤਾਂ ਬਣੀਆਂ, ਸੂਰਜ ਦੀ ਨਿਆਈ ਕੌਣ? ਬ੍ਰਹਮ, ਉਹ ਇੱਕੋ ਹੀ ਹੈ। ਰੁੱਤਾਂ ਦੀ ਨਿਆਈ ਹਿਰਨ ਗਰਭ, ਤੈਸ, ਵਿਰਾਟ ਆਦਿ ਅਨੇਕਾਂ ਹਨ। ਨਾਨਕ ਕਰਤੇ ਕੇ ਕੀਤੇ ਵੇਸ। ਸਤਿਗੁਰੂ ਜੀ ਕਥਨ ਕਰਦੇ ਹੈ, ਭਾਈ ਸਾਰਿਆਂ ਨੂੰ ਰਚਣ ਵਾਲੇ ਕਰਤੇ ਅਕਾਲ ਪੁਰਖ ਦੇ ਕੀਤੇ ਕਿੰਨੇ ਵੇਸ, ਉਹਦੇ ਰੂਪ ਹਨ, ਉਹ ਬੇਅੰਤ ਹੈ। ਸਾਧ ਸੰਗਤ ਜੀ, ਤੇ ਲੱਗਦਾ ਤਾਂ ਇਹ ਸੀ ਵੀ ਸ਼ਾਇਦ ਅੱਜ ਕਥਾ ਦਾ ਕਿਤੇ ਲੜੀਵਾਰ ਦਾ ਵੀ ਭਾਈ ਸਾਹਿਬ ਨੂੰ ਹੀ ਕਰਨੀ ਪਵੇ, ਕਿਉਂਕਿ ਸਿੱਖ ਜਗਤ ਦੇ ਮਹਾਨ ਤਪਸਵੀ ਔਰ ਮਹਾਨ ਪਰਉਪਕਾਰੀ, ਮਹਾਨ ਵਿਦਵਾਨ, ਯੁਗ ਪੁਰਸ਼, ਬ੍ਰਹਮ ਗਿਆਨੀ, ਤਤ ਵੇਤੇ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ, ਤੇ ਜਿਨ੍ਹਾਂ ਦਾ ਅਚਨਚੇਤ ਹੀ ਇਹ ਖਬਰ ਸਾਧ ਸੰਗਤ ਜੀ ਮਿਲੀ,
ਉਦੋਂ ਮੈਂ ਸਟੇਜ ਤੇ ਇਹ ਕਹਿ ਰਿਹਾ ਸੀ ਵੀ ਸਾਡੇ ਸਿਰ ਤੇ ਉਹਨਾਂ ਮਹਾਂਪੁਰਸ਼ਾਂ ਦਾ ਛਾਇਆ ਹੈ, ਜਿਹੜੀ ਗੱਲ ਨਾ ਆਵੇ ਅਸੀਂ ਭਿੰਡਰੀ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਹਾਂ, ਪਰ ਸਾਧ ਸੰਗਤ ਜੀ ਇਹ ਕੀ ਪਤਾ ਸੀ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਤੇ ਉਦੋਂ ਕਥਾ ਤੋਂ ਬਾਹਰ ਨਿਕਲਦਿਆਂ ਹੀ ਜਦੋਂ ਗੁਰਮੁਖਾਂ ਨੇ ਫੋਨ ਕਰਕੇ ਦੱਸਿਆ, ਕਹਿੰਦੇ ਜੀ ਮਹਾਂਪੁਰਖ ਭਾਣਾ ਵਰਤਾ ਗਏ ਹੈ। ਤੇ ਇਸ ਕਰਕੇ ਸਾਧ ਸੰਗਤ ਜੀ ਫਿਰ ਉਹਨਾਂ ਦੇ ਅੰਤਮ ਸੰਸਕਾਰ ਸਾਰੀ ਪੰਥ ਪਹੁੰਚਿਆ ਹੋਇਆ ਸੀ, ਸੰਪਰਦਾਵਾਂ ਦੇ ਮੁਖੀ ਪਹੁੰਚੇ ਹੋਏ ਸਨ। ਤੇ ਇਸ ਕਰਕੇ ਫਿਰ ਉੱਥੋਂ ਲੇਟ ਹੋਣ ਕਰਕੇ ਲੱਗਦਾ ਸੀ ਵੀ ਸ਼ਾਇਦ ਅੰਮ੍ਰਿਤ ਵੇਲੇ ਦੀ ਸਵੇਰ ਦੀ ਕਥਾ ਜਿਹੜੀ ਹੈ ਉਹਦੇ ਵਿੱਚ ਐਸਾ ਹੋਣ ਕਰਕੇ ਵੀ ਨਾ ਹੋ ਸਕੇ। ਪਰ ਮਹਾਰਾਜ ਸਾਹਿਬ ਨੇ ਫਿਰ ਇਹ ਵੀ ਸੋਚਿਆ ਵੀ ਮਹਾਂਪੁਰਖਾਂ ਨੂੰ ਕਥਾ ਇੰਨੀ ਪਿਆਰੀ ਸੀ, ਅਸੀਂ ਢਿੱਲ ਕਿਉਂ ਕਰੀਏ। ਉਹਨਾਂ ਦੀ ਉਸ ਜਿਹੜੀ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਹੈ ਉਹਦੇ ਅਨੁਸਾਰ ਜੀਵਨ ਬਤੀਤ ਕੀਤਾ ਮਹਾਂਪੁਰਖਾਂ ਨੇ। ਉਹਨਾਂ ਦੇ ਪ੍ਰਥਾएं 2 ਵੇਲੇ ਉੱਥੇ ਕਥਾ ਹੋ ਰਹੀ ਹੈ, ਵੀ ਆਪਾਂ ਫਿਰ ਲੜੀਵਾਰ ਚੱਲਦੀ ਕਥਾ ਕਿਉਂ ਰੋਕਣੀ ਹੈ। ਗੁਰੂ ਕਿਰਪਾ ਕਰੇ। ਪਰ ਮਹਾਂਪੁਰਖਾਂ ਦਾ ਸਾਥ ਨਹੀਂ, ਭਾਵੇਂ ਉਹਨਾਂ ਦੀ 102 ਵਰ੍ਹੇ ਦੀ ਉਮਰ ਹੋ ਗਈ ਸੀ, ਪਰ ਅੱਜ ਟਕਸਾਲ ਦਾ ਸਾਧ ਸੰਜੀ ਉਹ ਵਿਦਵਾਨ ਸਾਡੇ ਕੋਲੋਂ ਚਲਿਆ ਗਿਆ। ਜਿਹੋ ਜਿਹਾ ਵਿਦਵਾਨ ਕਿਤੇ ਸਦੀਆਂ ਬਾਅਦ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਪੈਦਾ ਹੋਏਗਾ, ਉਹਨਾਂ ਦੀ ਕਰਨੀ ਨੂੰ ਨਮਸਕਾਰ ਹੈ, ਉਹਨਾਂ ਦੀ ਵਿਦਿਆ ਨੂੰ ਨਮਸਕਾਰ ਹੈ। ਉਹਨਾਂ ਦੇ ਅੰਮ੍ਰਿਤ ਬਚਨ ਜੋ ਸਿੱਧੇ ਤੌਰ ਤੇ ਦਾਸ ਨੂੰ ਵੀ ਉਹਨਾਂ ਨੇ ਕਹੇ ਵੀ ਪ੍ਰਾਤਨਤਾ ਤੇ ਡਟ ਕੇ ਪਹਿਰਾ ਦੇਣਾ। ਸਿੰਘ ਸੀ ਨਾਲ ਸਾਰੇ ਕਹਿੰਦੇ ਪ੍ਰਾਤਨਤਾ ਤੇ ਡਟ ਕੇ ਪਹਿਰਾ ਦੇਣਾ। ਮੈਂ ਕਿਹਾ ਮਹਾਂਪੁਰਸ਼ੋ ਵੀ ਤੁਹਾਡੀ ਅਸ਼ੀਰਵਾਦ ਚਾਹੀਦੀ ਹੈ। ਕਹਿੰਦੇ ਮੈਂ ਤੁਹਾਡੇ ਨਾਲ, ਅਸੀਂ ਉਹਨਾਂ ਨੂੰ ਸਦਾ ਆਪਣੇ ਨਾਲ ਹੀ ਮੰਨਾਂਗੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹਨਾਂ ਦੇ ਬਚਨ ਸੀ। ਇਸ ਕਰਕੇ ਸਾਧ ਸੰਜੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਉੱਥੇ ਵਿਹੰਗਮ ਕੋਲ ਰਹਿਣ ਉਹਨਾਂ ਦੇ ਉੱਤੇ ਜ਼ਿਆਦੇ, ਉਹਨਾਂ ਦੀ ਤਾਂ ਭਾਈ ਲੱਖਾਂ ਹੀ ਸ਼ਰਧਾਲੂ ਦੇਸਾਂ ਪ੍ਰਦੇਸਾਂ ਬੈਠੇ ਹੈ, ਅੱਖਾਂ ਤੇ ਅੰਸੂ ਨਹੀਂ ਸੀ ਸੰਭਾਲ ਹੁੰਦੇ। ਤੇ ਭਾਈ ਸਾਹਿਬ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ, ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਨੇ ਵੀ ਬੜੀ, ਜਦੋਂ ਸਰੀਰ ਕਸ਼ਟ ਵਿੱਚ ਹੋਇਆ, ਭਾਈ ਕੁਲਵੰਤ ਸਿੰਘ ਜੀ, ਉਹ ਫਿਰ ਉਦੋਂ ਤੱਕ ਤਾਂ ਸਾਧ ਸੰਗਤ ਜੀ ਭਾਈ ਸਾਹਿਬ ਤਕੜੇ ਰਹੇ। ਜਦੋਂ ਚੰਡਾ ਲਾ ਕੇ ਹੇਠਾਂ ਉਤਰੇ ਫਿਰ ਭਾਈ ਸਾਹਿਬ ਸੰਭਾਲ ਨਹੀਂ ਸਕੇ, ਅੱਖਾਂ ਭਰ ਆਏ। ਚਲੋ ਦਿਲਾਸਾ ਇੱਕ ਦੂਜੇ ਨੂੰ ਐਸੇ ਮੌਕੇ ਹੁੰਦਾ ਹੈ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਾ ਬਾਹਰ ਤੋਂ ਫੋਨ ਆਇਆ, ਕਹਿੰਦੇ ਜੀ ਜਦੋਂ ਮੇਰੇ ਦੁਨਿਆਵੀ ਪਿਤਾ ਚੜ੍ਹਾਈ ਕਰੇ ਸੀ ਮੈਂ ਉਦੋਂ ਤੁਹਾਨੂੰ ਫੋਨ ਨਹੀਂ ਕਰਿਆ, ਪਰ ਅੱਜ ਮੇਰੇ ਧਰਮੀ ਪਿਤਾ ਜਿਨ੍ਹਾਂ ਦੇ ਕੋਲ ਮੈਂ ਉੱਥੇ ਰਿਹਾ ਵੀ ਤੁਸੀਂ ਉੱਥੇ ਗਏ। ਤੇ ਉਹ ਸਾਰਾ ਸਾਧ ਸੰਗਤ ਜੀ ਬੜਾ ਗੁਰਮੁਖ ਰੂਹਾਂ ਸੈਂਕੜੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਉਹ ਮਹਾਂਪੁਰਖ ਜਿਨ੍ਹਾਂ ਨੂੰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਆਪਣੇ ਹੁੰਦਿਆਂ ਸਤਿਕਾਰ ਕਰਾਉਂਦੇ ਸੀ। ਭਾਈ ਇਹ ਵਿਦਵਾਨ, ਇਹ ਜਪੀ ਤਪੀ ਨੂੰ ਜਿਨ੍ਹਾਂ ਮਹਾਂਪੁਰਖਾਂ ਨੂੰ ਕਿਹਾ ਸੀ ਇਹਦੇ ਗਵਾਹ ਇਹਦੇ ਅਜੇ ਬੈਠੇ ਨੂੰ ਉਹ ਗੁਰਮੁਖ ਰੂਹਾਂ ਗਿਆਨੀ ਪੂਰਨ ਸਿੰਘ ਵਰਗੇ ਕਹਿੰਦੇ ਦੇਖੋ ਗਿਆਨੀ ਮੋਹਨ ਸਿੰਘ ਜੀ ਕਹਿੰਦੇ ਸੰਪਰਦਾ ਦੇ ਮੁਖੀ ਦਾ ਹੱਕ ਦਾ ਕਿ ਤੁਹਾਡਾ ਹੀ ਬਣਦਾ ਸੀ, ਪਰ ਕਹਿੰਦੇ ਤੁਹਾਡੀ ਤਿਆਗ ਬਿਰਤੀ ਇਹੀ ਜੀ ਹੈ। ਫਿਰ ਮੈਂ ਸੋਚਿਆ ਵੀ ਚਲੋ ਭਾਈ ਕਰਤਾਰ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪਦੇ ਹਾਂ ਵੀ ਤੁਹਾਡਾ ਤਿਆਗ ਬਿਰਤੀ ਤੋਂ ਮੈਂ ਸੰਕੋਚ ਕਰ ਗਿਆ। ਇਹ ਵੱਡਿਆਂ ਦਾ ਬਚਨ ਸੀ। ਉਹਨਾਂ ਦੇ ਜਾਣ ਤੋਂ ਬਾਅਦ ਭਿੰਡਰਾਂ ਦੀ ਜ਼ਿੰਮੇਵਾਰੀ ਸੰਤ ਗਿਆਨੀ ਇੰਦਰ ਸਿੰਘ ਜੀ ਨੇ, ਜਿਹੜੇ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਭਰਾ ਸਨ ਤੇ ਮਹਾਂਪੁਰਖਾਂ ਦੇ ਸਾਧ ਸੰਗਤ ਪੁੱਤਰ ਹੋਣ ਦਾ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਤੇ ਸੰਤਾਂ ਦੇ ਭਰਾ ਹੋਣ ਦਾ ਮਾਣ ਪ੍ਰਾਪਤ ਹੋਇਆ। ਤੇ ਉਹ ਮਹਾਨ ਮਹਾਂਪੁਰਸ਼ ਸੇ ਸੰਤ ਬਾਬਾ ਨਰੈਣ ਸਿੰਘ ਜੀ ਲਧਾਈ ਕੇ ਵਾਲੇ ਮਹਾਂਪੁਰਸ਼, ਸੰਤ ਬਾਬਾ ਅਜੈਤ ਸਿੰਘ ਜੀ ਬੋਪਾ ਰਾਏ ਵਾਲੇ ਮਹਾਂਪੁਰਸ਼, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ, ਕਿਉਂਕਿ ਮਹਾਂਪੁਰਖਾਂ ਨੇ ਕਿਹਾ ਸੀ, ਕਹਿੰਦੇ ਭਾਈ ਹੁਣ ਤੁਸੀਂ ਜਿਹੜਾ ਬਚਨ ਹੋ ਗਿਆ ਪਟਨਾ ਸਾਹਿਬ ਵੀ ਹੁਣ ਤੁਸੀਂ ਜਥੇ ਦੇ 'ਚ ਫਰਕ ਨਾ ਪਾਇਓ, ਸਾਡੇ ਜਾਣ ਤੋਂ ਬਾਅਦ ਜਿਹਨੂੰ ਤੁਸੀਂ ਚਾਹੁੰਦੇ ਹੋ ਉਹਨੂੰ ਤੁਸੀਂ ਮੁਖੀ ਬਣਾ ਲਿਓ। ਇਹ ਬਚਨ ਉਹਨਾਂ ਦੇ ਕੋਲੋਂ ਹੋਣ ਕਰਕੇ ਹੀ ਸਾਧ ਸੰਗਤ ਜੀ ਇੱਕੋ ਹੀ ਜਥਾ ਸ਼ਾਖਾ ਦੋ, ਨਾ ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਮਨ 'ਚ ਫਰਕ ਸੀ, ਨਾ ਸੰਤ ਗਿਆਨੀ ਮੋਹਨ ਸਿੰਘ ਜੀ ਦੇ, ਕਿਉਂਕਿ ਇਹ ਉਹ ਮਹਾਂਪੁਰਖ ਸਨ। ਇਹਨਾਂ ਦੇ ਵਿਦਿਆਰਥੀ ਵਿਦਾਨ ਦੇ ਜਿੰਨੇ ਵੀ ਸਿਰਖੱਟ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਦੇ ਵਿਦਿਆਰਥੀ ਨੇ, ਉਹ ਸਾਰੇ ਇਹਨਾਂ ਦੇ ਵਿਦਾਂਤ ਪੜ੍ਹਾਇਆ ਹੋਇਆ। ਇਹ ਐਡੇ ਵੱਡੇ ਮਹਾਂਪੁਰਸ਼ ਸਨ। ਭਾਈ ਚਲੇ ਗਏ ਸੰਸਾਰ ਦੇ ਵਿੱਚੋਂ, ਜਾਣਾ ਤਾਂ ਸਭ ਨੇ ਹੈ, ਪਰ ਲਾਹਾ ਹੁੰਦਾ ਹੈ। ਇਹ ਲਾਲਚ ਸੀ ਵੀ ਮਹਾਂਪੁਰਖ ਜਿੰਨਾ ਚਿਰ ਬੈਠੇ, ਭਾਵੇਂ 102 ਵਰ੍ਹੇ ਦੀ ਉਮਰ ਹੋ ਗਈ ਸੀ, ਵੀ ਜਿੰਨਾ ਚਿਰ ਹੋਰ ਰਹਿਣ ਲਾਹ ਵੀ ਹੈ, ਪਰ ਕੀ ਕਰ ਸਕਦੇ ਹਾਂ। ਇਸ ਕਰਕੇ ਸਾਧ ਸੰਗਤ ਸੀ ਵੀ ਸ਼ਾਇਦ ਅੱਜ ਕਥਾ
ਨਾ ਹੋ ਸਕੇ, ਪਰ ਮਹਾਰਾਜ ਸਾਹਿਬ ਨੇ, ਮਹਾਂਪੁਰਖਾਂ ਨੇ ਕਿਰਪਾ ਕਰਕੇ ਕਰਵਾ ਲਈ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਿਸੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੋ ਭਇਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।